क्या हाल सुनावा दिल दा कोई महरम राज न मिलदा मुंह धूड़ मिट्टी सिर पायम सारा नंग नमूज वंजायम कोई पुछण न वेड़े आयम हथों उल्टा आलम खिलदा। बिस्मिल्लाहिर्रहमानिर्रहीम। FM पंजाब रंग 99.4 ਤੋਂ ਮੈਂ ਨਾਸਿਰ ਅਹਿਮਦ ਤੁਹਾਡੇ ਨਾਲ ਗੱਲ ਕਰ ਰਿਹਾ। ਰਾਵਲਪਿੰਡੀ, ਇਸਲਾਮਾਬਾਦ ਤੇ ਆਲ ਦਵਾਲ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਸਾਡੀ ਆਵਾਜ਼ ਪੜੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ। ਲੋ ਜੀ, ਅੱਜ ਦੇਸੀ ਮਹੀਨੇ ਫੱਗਣ ਦੀ 16 ਤਾਰੀਖ ਤੇ 28 ਫਰਵਰੀ ਮੰਗਲ ਦਾ ਦਿਹਾੜ ਤੇ ਤੁਹਾਡੀ ਖਿਦਮਤ 'ਚ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਖਸੂਸੀ ਪ੍ਰੋਗਰਾਮ ਹੈ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਬਸ਼ਰੀਆਤ ਯਾਨੀ ਕਿ ਐਂਥਰੋਪੋਲੋਜੀ ਦੇ ਹਵਾਲੇ ਨਾਲ। ਇੱਕ ਅਜਿਹਾ ਸ਼ੋਬਾ ਹੈ ਜਿਹਦੇ ਵਿੱਚ ਹਿਊਮਨਸ ਨੂੰ ਸਟੱਡੀ ਕੀਤਾ ਜਾਂਦਾ ਹੈ, ਯਾਨੀ ਕਿ ਇਨਸਾਨਾਂ ਬੰਦਿਆਂ ਦੇ ਬਾਰੇ ਮੁਤਾਲਾ ਕੀਤਾ ਜਾਂਦਾ ਹੈ। ਤੇ ਇਹ ਯੂਨਾਨੀ ਲਫ਼ਜ਼ਾਂ ਦਾ ਮਜਮੂਆ ਹੈ ਐਂਥਰੋਪੋਲੋਜੀ। ਤੇ ਇਹਦੇ ਵਿੱਚ ਜਿਹੜੇ ਆ ਨਾ ਇਨਸਾਨ ਦੇ ਅਜ਼ਾ, ਜਿਸਮ ਦੇ ਹਿੱਸੇ, DNA, ਉਹਦੀਆਂ ਇਨਵਿਜ਼ੀਬਲ ਚੀਜ਼ਾਂ ਜਿਵੇਂ ਕਿ ਸੋਚ, ਪਰਸੈਪਸ਼ਨ, ਉਹਦੀ ਸ਼ਖਸੀਅਤ ਤੇ ਇਹਨਾਂ ਚੀਜ਼ਾਂ ਦਾ ਮੁਤਾਲਾ ਕੀਤਾ ਜਾਂਦਾ ਹੈ। ਤੇ ਇਸ ਮੌਜੂ ਤੇ ਗੱਲ ਕਰਨ ਲਈ ਅੱਜ ਸਾਡੀ ਬੜੀ ਖੁਸ਼ਕਿਸਮਤੀ ਹੈ, ਸਾਡੇ ਲਈ ਬੜੀ ਇਜ਼ਾਜ਼ ਦੀ ਗੱਲ ਹੈ ਕਿ ਸਾਡੇ FM ਪੰਜਾਬ ਰੰਗ ਦੇ ਵਿਹੜੇ 'ਚ ਅੱਜ ਤਸ਼ਰੀਫ ਲੈ ਕੇ ਆਈਆਂ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ। ਡਾਕਟਰ ਸਾਹਿਬਾ ਐਰਡ ਯੂਨੀਵਰਸਿਟੀ ਰਾਵਲਪਿੰਡੀ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਸ਼ੋਬਾ ਐਂਥਰੋਪੋਲੋਜੀ ਵਿੱਚ ਆਪਣੀਆਂ ਖਿਦਮਾਤ ਪੇਸ਼ ਕਰ ਰਹੀਆਂ ਨੇ। ਤੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ, ਅਸੀਂ ਤੁਹਾਨੂੰ FM ਪੰਜਾਬ ਰੰਗ 99.4 ਦੇ ਵਿਹੜੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ। ਤੇ ਡਾਕਟਰ ਸਾਹਿਬਾ, ਬਸ਼ਰੀਆਤ ਜਿਹੜਾ ਤੁਹਾਡਾ ਮੌਜੂ ਹੈ ਐਂਥਰੋਪੋਲੋਜੀ, ਇਹਦੇ ਬਾਰੇ ਅਸੀਂ ਗੱਲ ਕਰਾਂਗੇ, ਲੇਕਿਨ ਸਭ ਤੋਂ ਪਹਿਲੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਜੰਮ ਪਲ ਬਾਰੇ ਦੱਸੋ ਤੇ ਆਪਣੀ ਮੁੱਢਲੀ ਤਾਲੀਮ ਦੇ ਬਾਰੇ ਵੀ ਦੱਸੋ। ਜੀ, ਸਭ ਤੋਂ ਪਹਿਲੇ ਮੇਰਾ ਸਭ ਨੂੰ ਬਹੁਤ ਬਹੁਤ ਸਲਾਮ, ਦਿਲ ਦੀ ਗਹਿਰਾਈਆਂ ਨਾਲ ਸਲਾਮ। ਤੇ ਮੈਂ ਪਹਿਲੇ ਮਾਜ਼ਰਤ ਇਹ ਕਰਨਾ ਚਾਹੁੰਦੀ ਹਾਂ ਕਿ ਸ਼ਾਇਦ ਮੇਰੀ ਪੰਜਾਬੀ ਇਤਨੀ ਚੰਗੀ ਔਰ ਗੂੜੀ ਨਾ ਹੋਵੇ, ਬਟ ਮੈਨੂੰ ਤੁਸੀਂ ਐਕਸੈਪਟ ਕਰ ਲੈਣਾ ਕਿਉਂਕਿ ਮੈਂ ਮੁxtਲਿਫ ਲੈਂਗੁਏਜਸ ਬੋਲਦੀ ਰਹਿੰਦੀ ਹਾਂ ਤੇ ਲੇਕਿਨ ਸਲਿਪ ਆਫ ਟੰਗ ਹੋ ਸਕਦੀ ਹੈ ਇੱਥੇ ਤੇ ਉੱਥੇ, ਉਹ ਹੋ ਸਕਦੀ ਹੈ, ਕੋਈ ਇਸ਼ੂ ਨਹੀਂ। ਤੇ ਉਸ ਦੇ ਵਾਸਤੇ ਮੈਂ ਪਹਿਲੇ ਸੇ ਮਾਜ਼ਰਤ ਕਹਿੰਦੀ ਹਾਂ। ਮੇਰੀ ਜੀ ਜੰਪਲ, ਮੈਂ ਕਸ਼ਮੀਰ ਤੋਂ ਬਿਲੋਂਗ ਕਰਦੀ ਹਾਂ। ਕਸ਼ਮੀਰ ਵਿੱਚ ਮੇਰੀ ਪੈਦਾਇਸ਼ ਹੋਈ ਹੈ, ਇੱਕ ਐਸੀ ਫੈਮਿਲੀ 'ਚ ਜਿੱਥੇ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਬੈਰੂਨੇ ਮੁਲਕ ਮੁਲਾਜ਼ਮਤ ਕਰਦੇ ਹਨ। ਮੇਰੇ ਵਾਲਿਦ ਸਾਹਿਬ ਵੀ ਬੈਰੂਨੇ ਮੁਲਕ ਉਹਨਾਂ ਮੁਲਾਜ਼ਮਤ ਕੀਤੀ ਹੈ ਤੇ ਸਾਡੇ ਵਾਸਤੇ ਹਲਾਲ ਦਾ ਲੁਕਮਾ ਕਮਾਇਆ ਬੜੀ ਮਿਹਨਤ ਸੁਬਾਦ। ਔਰ ਉਹ ਬੇਸਿਕਲੀ ਸਿਵਲ ਇੰਜੀਨੀਅਰ ਸਨ ਔਰ ਮਿਡਲ ਈਸਟ ਵਿੱਚ ਜ਼ਿਆਦਾ ਉਹਨਾਂ ਆਪਣਾ ਕੰਮ ਕੀਤਾ। ਤੇ अर्ली एजुकेशन मेरी पाकिस्तान ਵਿੱਚ और रावलपिंडी से ही शुरू हुई है, मुख्तलिफ स्कूलों फिर कॉलेजेस एंड दैन यूनिवर्सिटी एंड कायद-ए-आज़म यूनिवर्सिटी से मैं PhD की फाइनली। ਠੀਕ ਹੈ ਡਾਕਟਰ ਸਾਹਿਬ, ਜਿਹੜਾ ਬਸ਼ਰੀਆਤ ਦਾ ਐਂਥਰੋਪੋਲੋਜੀ ਦਾ ਜਿਹੜਾ ਸ਼ੋਬਾ ਹੈ ਇਹ ਤੁਸੀਂ ਕਿਵੇਂ ਚੁਣਿਆ? ਤੁਹਾਨੂੰ ਤੁਹਾਡੇ ਅਸਾਤਜ਼ਾ ਨੇ ਤਹਿਰੀਕ ਦਿਲਾਈ ਜਾਂ ਤੁਹਾਡੇ ਘਰ ਵਿੱਚ ਕੋਈ ਐਸਾ ਜੀ ਸੀ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹ ਮਜ਼ਮੂਨ ਪੜ੍ਹੋ? ਬੇਸਿਕਲੀ ਮੈਂ ਪਹਿਲੇ FSC ਕੀਤੀ ਹੈ। ਸਾਡੇ ਮੁਲਕ ਦੇ ਵਿੱਚ ਇੱਕ ਅਲਮੀਆ ਹੈ ਕਿ ਸਾਡਾ ਐਜੂਕੇਸ਼ਨ ਸਿਸਟਮ, ਮੈਂ ਸਮਝਦੀ ਹਾਂ ਹੁਣ ਇਸ ਮੌਕੇ ਤੇ ਪਹੁੰਚ ਕੇ, ਇਸ ਲੈਵਲ ਤੱਕ ਪਹੁੰਚ ਕੇ ਕਿ ਸਾਡੇ ਹਾਂ ਕੋਈ ਇਸ ਤਰ੍ਹਾਂ ਦੀ ਬਾਕਾਇਦਾ ਤਰਬੀਅਤ ਨਹੀਂ ਹੈ ਕਿ ਇੱਕ ਬੱਚੇ ਨੂੰ ਅਸੈਸ ਕੀਤਾ ਜਾਏ ਕਿ ਉਹਦੇ ਵਿੱਚ ਕਿਹੜੀ ਸਲਾਹੀਅਤ ਹੈ ਜਾਂ ਉਹ ਕਿਸ ਤਰਫ ਜ਼ਿਆਦਾ ਰੁਝਾਨ ਰੱਖਦਾ ਹੈ, ਜਿਹੜੇ ਹੋਣੀ ਚਾਹੀਦੀ ਹੈ। ਜੇ ਮੈਂ ਸਮਝਦੀ ਹਾਂ ਕਿ ਦੂਜੇ ਮੁਲਕਾਂ 'ਚ ਹੈ ਬਟ ਸਾਡੇ ਮੁਲਕਾਂ 'ਚ ਨਹੀਂ। ਅਨਫੋਰਚੂਨੇਟਲੀ ਮੈਂ ਵੀ ਉਸੇ ਇੱਕ ਕਮਿਊਨਿਟੀ ਤੋਂ ਬਿਲੋਂਗ ਕਰਦੀ ਹਾਂ, ਸਟੂਡੈਂਟਸ ਦੀ, ਕਿ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੀ ਰਹਿਨੁਮਾਈ ਜ਼ਿਆਦਾ ਮੌਜੂਦ ਨਹੀਂ ਸੀ। ਬਟ ਵਿਦ ਦ ਪੈਸੇਜ ਆਫ ਟਾਈਮ ਐਂਡ ਜਦੋਂ ਮੈਂ FSC ਕਰ ਰਹੀ ਸਾਂ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਜ਼ਿਆਦਾ ਇਨਸਾਨਾਂ ਨਾਲ ਲਗਾਓ, ਕਲਚਰ ਨਾਲ ਲਗਾਓ, ਜ਼ੁਬਾਨ, ਹਰ ਚੀਜ਼ ਜਿਹੜੀ ਕਲਚਰ ਔਰ ਬੀਇੰਗ ਅ ਸੈਂਸਿਟਿਵ ਪਰਸਨ ਮੇਰੇ ਵਾਸਤੇ ਇੱਕ ਸਬਜੈਕਟ ਜਿਹੜਾ ਹੈ ਬਹੁਤ ਮੇਰੇ ਦਿਲ ਦੇ ਕਰੀਬ ਹੈ। ਜਿਸ ਵਿੱਚ ਸੋਸ਼ੀਓਲੋਜੀ ਤੋਂ ਮੈਂ ਆਗਾਜ਼ ਕੀਤਾ ਤੇ BS ਔਰ BA ਲੈਵਲ ਤੇ ਜਿਵੇਂ ਇੱਕ ਆਪਸ਼ਨਲ ਸਬਜੈਕਟ ਆਫਰ ਹੁੰਦਾ ਸੋਸ਼ੀਓਲੋਜੀ, ਸੋ ਆਈ ਆਪਟਡ ਦੈਟ ਸਬਜੈਕਟ। ਤੇ ਉਸ ਤੋਂ ਬਾਅਦ ਮੈਨੂੰ ਇਸ ਸਬਜੈਕਟ ਦੇ ਬਾਰੇ ਜ਼ਿਆਦਾ ਕਨੈਕਸ਼ਨ ਹੋਇਆ ਔਰ ਉਸ ਤੋਂ ਬਾਅਦ ਅੱਲਾਹ ਤਾਲਾ ਨੇ ਮੌਕਾ ਦਿੱਤਾ ਕਿ MSc ਮੈਂ ਸੋਸ਼ੀਓਲੋਜੀ 'ਚ ਕੀਤਾ ਔਰ ਫਿਰ ਦੈਨ ਐਰਿਡ ਐਗਰੀਕਲਚਰ ਯੂਨੀਵਰਸਿਟੀ ਤੋਂ ਔਰ ਉਸ ਤੋਂ ਬਾਅਦ ਮੈਂ ਕਾਇਦ-ए-आज़म ਯੂਨੀਵਰਸਿਟੀ ਤੋਂ MPhil ਕੀਤਾ, ਫਿਰ PhD ਕੀਤਾ। ਤੇ ਮਾਸ਼ਾਅੱਲਾ ਜ਼ਿੰਦਗੀ ਨੇ ਬੜੇ ਐਕਸਪੋਜ਼ਰਸ ਦਿੱਤੇ ਐਂਥਰੋਪੋਲੋਜੀ ਔਰ ਸੋਸ਼ੀਓਲੋਜੀ ਦੋਵੇਂ ਵਿੱਚ। ਤੇ ਇਸ ਵੇਲੇ ਤੁਸੀਂ ਬਤੌਰ ਮਾਹਿਰ ਬਸ਼ਰੀਆਤ ਆਪਣੀਆਂ ਖਿਦਮਤਾਂ ਪੇਸ਼ ਕਰ ਰਹੇ ਹੋ ਐਰਿਡ ਯੂਨੀਵਰਸਿਟੀ ਦੇ? ਜੀ, ਮੈਂ ਡਿਪਾਰਟਮੈਂਟ ਆਫ ਐਂਥਰੋਪੋਲੋਜੀ ਜਿਹੜਾ ਹੈ ਐਰਿਡ ਐਗਰੀਕਲਚਰ ਯੂਨੀਵਰਸਿਟੀ 'ਚ, ਉਸ ਦੇ ਵਿੱਚ ਐਜ਼ ਅਸਿਸਟੈਂਟ ਪ੍ਰੋਫੈਸਰ ਆਪਣੀ ਸਰਵਿਸਿਜ਼ ਦੇ ਰਹੀ ਹਾਂ। ਇਸ ਤੋਂ ਇਲਾਵਾ ਮੈਂ ਐਜ਼ ਡਿਪਟੀ ਰਜਿਸਟਰਾਰ ਜਿਹੜਾ ਹੈ ਉਹ ਵੀ ਯੂਨੀਵਰਸਿਟੀ 'ਚ ਐਡਮਿਨ ਵਿੱਚ ਵੀ ਸਰਵ ਕਰ ਰਹੀ ਹਾਂ। ਮਾਸ਼ਾਅੱਲਾ, ਮਾਸ਼ਾਅੱਲਾ। ਲਓ ਜੀ, ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਜਿਨ੍ਹਾਂ ਨੇ ਹੁਣੇ ਰੇਡੀਓ ਟਿਊਨ ਇਨ ਕੀਤਾ ਹੈ, ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ।
ਐਂਥਰੋਪੋਲੋਜਿਸਟ ਨੇ, ਮਾਹਿਰ ਬਸ਼ਰੀਆਤ ਤੇ ਐਰਡ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਸ਼ੋਭਾ ਐਂਥਰੋਪੋਲੋਜੀ। ਤੇ ਤੁਸੀਂ ਵੀ ਕੋਈ ਇਸ ਸਬਜੈਕਟ ਦੇ ਹਵਾਲੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤੇ ਸਾਨੂੰ ਮੈਸੇਜ ਕਰ ਲਓ ਸਾਡੇ WhatsApp ਨੰਬਰ 051929521 ਤੇ ਸਾਨੂੰ ਕਾਲ ਕਰੋ 051929521 ਤੇ ਆਪਣੇ ਸ਼ੋਅ ਦਾ ਆਗਾਜ਼ ਕਰਨੇ ਆ ਇੱਕ ਸੂਫੀਆਨਾ ਕਲਾਮ ਨਾਲ, ਫਿਰ ਪਰਤ ਕੇ ਆਨੇ ਆ ਵਾਪਸ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਅਬਦਾ ਪ੍ਰਵੀਨ ਹੋਰਾਂ ਦੀ ਆਵਾਜ਼ ਵਿੱਚ ਤੁਸੀਂ ਬੜਾ ਸੋਹਣਾ ਇੱਕ ਕਲਾਮ ਸੁਣ ਰਹੇ ਸੋ, ਅਸੀਂ ਪਰਤ ਕੇ ਆ ਗਏ ਹਾਂ। ਤੁਸੀਂ ਸੁਣ ਰਹੇ FM ਪੰਜਾਬ ਰੰਗ 99.4। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ, ਇਹ ਐਂਥਰੋਪੋਲੋਜਿਸਟ ਨੇ, ਐਰਡ ਯੂਨੀਵਰਸਿਟੀ ਦੇ ਸ਼ੋਭਾ ਐਂਥਰੋਪੋਲੋਜੀ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਖਿਦਮਤਾਂ ਪੇਸ਼ ਕਰ ਰਹੀਆਂ ਨੇ। ਤੇ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਜਿਹੜਾ ਸ਼ੋਭਾ ਬਸ਼ਰੀਆਤ, ਆਪਣੇ ਇਸ ਸ਼ੋਭੇ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਜੀ ਜ਼ਰੂਰ। ਬੇਸਿਕਲੀ ਮੈਂ ਚਾਹਾਂਗੀ ਕਿ ਮੈਂ ਬਹੁਤ ਸਾਦਾ ਅਲਫਾਜ਼ ਦੇ ਬਾਰੇ ਦੇ ਵਿੱਚ ਤੁਹਾਨੂੰ ਦੱਸਾਂ ਕਿ ਇਹ ਸ਼ੋਭਾ ਕੀ ਚੀਜ਼ ਹੈ। ਇਹ ਬੇਸਿਕਲੀ ਇਨਸਾਨ ਦੇ ਬਾਰੇ ਚ, ਇਨਸਾਨ, ਉਸ ਦੀ ਸਕਾਫਤ, ਉਸ ਦਾ ਰਹਿਣ ਸਹਿਣ, ਉਹ ਕਿੱਥੋਂ ਆਇਆ, ਉਹ ਕਿੱਥੇ ਜਾ ਰਿਹਾ ਹੈ, ਉਹਦਾ ਫਿਊਚਰ ਕਿਆ, ਪਾਸਟ ਕਿਆ ਸੀ, ਪ੍ਰੈਜ਼ੈਂਟ ਕਿਆ ਹੈ ਤੇ ਫਿਊਚਰ ਕਿਆ ਹੈ। ਤੇ ਉਸ ਦੀ ਫॉर ਐਗਜ਼ਾਮਪਲ ਉਸ ਦੇ ਕਲਚਰ ਦੇ ਬਾਰੇ ਚ ਉਸ ਤੇ ਜ਼ਿਆਦਾ ਗੱਲ ਅਸੀਂ ਕਰਦੇ ਹਾਂ। ਤੇ ਇਸ ਸਬਜੈਕਟ ਨੂੰ ਬੇਸਿਕਲੀ 4 ਫੀਲਡ ਦੇ ਵਿੱਚ ਸਟੱਡੀ ਕੀਤਾ ਜਾਂਦਾ ਹੈ। ਇੱਕ ਹੈ ਲਿੰਗੁਇਸਟਿਕ ਐਂਥਰੋਪੋਲੋਜੀ, ਬਾਇਓਲੋਜੀਕਲ ਐਂਥਰੋਪੋਲੋਜੀ, ਕਲਚਰਲ ਐਂਥਰੋਪੋਲੋਜੀ ਐਂਡ ਆਰਕੀਓਲੋਜੀ। ਹਰ ਫੀਲਡ ਦੇ ਵਿੱਚ ਮੁਤੱਯਨ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ, ਫॉर ਐਗਜ਼ਾਮਪਲ ਅਗਰ ਮੈਂ ਗੱਲ ਕਰਾਂ ਲਿੰਗੁਇਸਟਿਕਸ ਦੀ, ਤੇ ਦੇਖਿਆ ਇਹ ਜਾਂਦਾ ਹੈ ਕਿ ਇਨਸਾਨ ਦੇ ਰਹਿਣ ਸਹਿਣ ਔਰ ਇਨਸਾਨ ਦੀ ਕਲਚਰ ਦੇ ਵਿੱਚ ਜ਼ੁਬਾਨ ਦੀ ਕੀ ਅਹਿਮੀਅਤ ਹੈ। ਫॉर ਐਗਜ਼ਾਮਪਲ ਉਹ ਅਗਰ ਬੋਲ ਰਿਹਾ ਹੈ ਕੋਈ ਲਫ਼ਜ਼ ਜਿਹੜੇ ਹੁੰਦੇ ਨਾ ਉਹ ਜ਼ੁਬਾਨ ਦਾ ਔਰ ਕਿਸੇ ਵੀ ਸ਼ਨਾਖਤ ਦਾ ਅਕਸ ਹੁੰਦੇ ਨੇ। ਫॉर ਐਗਜ਼ਾਮਪਲ ਮੈਂ ਇਸ ਦੀ ਐਗਜ਼ਾਮਪਲ ਤੁਹਾਨੂੰ ਇਸ ਤਰ੍ਹਾਂ ਦੇਵਾਂਗੀ ਜਿਹੜੀ ਮੈਂ ਅਕਸਰ ਆਪਣੀ ਕਲਾਸ ਦੇ ਵਿੱਚ ਦੇਣੀ ਆ। ਪੰਜਾਬੀ ਜ਼ੁਬਾਨ ਵਿੱਚ ਅਸੀਂ ਜਿਵੇਂ ਆਖਦੇ ਹਾਂ ਅੰਨੀ ਪਈ ਹੋਈ ਹੈ ਜੀ, तो मैं अपने स्टूडेंट ਨੂੰ ਆਖਿਆ ਕਿ ਇਸ ਤੇ ਟ੍ਰਾਂਸਲੇਟ ਕਰੋ ਇੰਗਲਿਸ਼ ਵਿੱਚ ਕਿ ਅੰਨੀ ਪਈ ਹੋਈ ਹੈ। ਤੇ ਬੜੇ ਇੰਟਰਸਟਿੰਗ ਜਵਾਬ ਸਾਹਮਣੇ ਆਏ। ਉਹ ਜਵਾਬਾਂ ਵਿੱਚੋਂ ਇੱਕ ਜਵਾਬ ਇਹ ਸੀ ਕਿ ਦ ਬਲਾਈਂਡ ਵੂਮਨ ਇਜ਼ ਲਾਈਂਗ। ਵਾਹ ਵਾਹ, I mean ਕਿੱਥੇ ਅੰਨੀ ਪਈ ਹੋਈ ਹੈ ਤੇ ਕਿੱਥੇ ਬਲਾਈਂਡ ਵੂਮਨ ਇਜ਼ ਲਾਈਂਗ, ਮੇਕਸ ਨੋ ਸੈਂਸ ਨਾ। ਸੋ ਆਈ ਵਾਸ ਸੇਇੰਗ ਕਿ ਅੱਛਾ ਤੁਸੀਂ ਇਹ ਦੇਖੋ ਜ਼ੁਬਾਨ ਦੀ ਖੂਬਸੂਰਤੀ ਦੇਖੋ ਕਿ ਉਹ ਜ਼ੁਬਾਨ ਤੁਹਾਨੂੰ ਦੱਸ ਰਹੀ ਹੈ ਕਿ ਤੁਸੀਂ ਕਹਿਣਾ ਕੀ ਚਾਹ ਰਹੇ ਹੋ, ਔਰ ਅਗਰ ਤੁਸੀਂ ਉਸ ਜ਼ੁਬਾਨ ਨੂੰ ਇੱਕ ਦੂਸਰੀ ਜ਼ੁਬਾਨ ਦੇ ਵਿੱਚ ਟ੍ਰਾਂਸਲੇਟ ਕਰ ਰਹੇ ਹੋ ਤਾਂ ਉਹਦਾ ਕੰਪਲੀਟ ਐਸੈਂਸ ਹੀ ਲੂਜ਼ ਹੋ ਜਾਂਦਾ ਹੈ। ਔਰ ਦੇਖੋ ਕਿ ਉਹ ਉਸ ਕਲਚਰ ਨੂੰ ਬਿਲੋਂਗ ਹੀ ਨਹੀਂ ਕਰਦੀ ਜਿਸ ਦੀ ਤੁਸੀਂ ਟ੍ਰਾਂਸਲੇਟ ਕਰ ਰਹੇ ਹੋ। ਸੋ ਇਸ ਜ਼ੁਬਾਨ ਦੀ ਮੀਨਿੰਗ, ਅੱਛਾ ਇੱਕ ਮੈਂ ਹੋਰ ਮਿਸਾਲ ਨਾਲ ਤੁਹਾਨੂੰ ਦੱਸਾਂਗੀ ਕਿ ਜ਼ੁਬਾਨ ਸਿਰਫ ਸਾਦੀ ਜ਼ੁਬਾਨ ਨਹੀਂ ਹੁੰਦੀ, ਜ਼ੁਬਾਨ ਦੇ ਵਿੱਚ ਐਕਸਪ੍ਰੈਸ਼ਨ ਬੜੇ ਮੈਟਰ ਕਰਦੇ ਨੇ। ਫॉर ਐਗਜ਼ਾਮਪਲ ਮੈਂ ਕਹਿੰਦੀ ਹਾਂ ਪਾਣੀ ਪੀ, simple drink a glass of water, but it's not just drink of glass of water, the way I pronounce ਮੈਂ ਜਿਸ ਤਰ੍ਹਾਂ ਕਿਸੇ ਨੂੰ ਕਹਿ ਰਹੀ ਹਾਂ, ਫॉर ਐਗਜ਼ਾਮਪਲ ਇੱਕ ਬੱਚੇ ਨੂੰ ਕਹਿ ਰਹੀ ਹਾਂ ਪਾਣੀ ਪੀ, ਮਤਲਬ इट्स टेलिंग समथिंग कि मैं गुस्से नाल कह रही हूँ पानी पी, मतलब रिक्वेस्टिंग मोड में। वो लैंग्वेज का अंदर इतनी डेप्थ है, रिचनेस है कि इवन सेम माइंड में वो रिचनेस जो है। क्वालिटेटिव एंथ्रोपोलॉजी चूंकि क्वालिटेटिव स्टडी है, ये क्लेम कर दी है कि लोगों के दिमाग के अंदर की है, उन्होंने रवैये की वजूहात क्या है और कल्चर किस तरह किसी चीज़ ਨੂੰ मीनिंग देता है। ਉਸ ਦੇ ਵਿੱਚ ਉਹ ਅਗਰ ਲਿੰਗੁਇਸਟਿਕ ਵਾਲਾ ਹੈ ਤੇ ਉਹ ਲੈਂਗੁਏਜ ਨੂੰ ਦੇਖੇਗਾ, ਉਸ ਨੂੰ ਫੋਕਸ ਕਰੇਗਾ। ਦੇ ਜਿਹੜਾ ਬਾਇਓਲੋਜੀ ਵਾਲਾ ਹੈ ਉਹ ਬਾਇਓਲੋਜੀਕਲ ਐਂਥ੍ਰੋਪੋਲੋਜੀ ਵਾਲਾ ਹੈ, ਉਹ ਟ੍ਰੇਸਿਸ ਦੇਖੇਗਾ ਕਿ ਕਿਸ ਤਰ੍ਹਾਂ ਐਵੋਲੂਸ਼ਨ ਹੋ ਕੇ ਇਨਸਾਨ ਕਿਸ ਤਰ੍ਹਾਂ ਇੱਥੇ ਤੱਕ ਪਹੁੰਚੇ। ਜਿਹੜਾ ਸੋਸ਼ਲ ਕਲਚਰਲ ਐਂਥ੍ਰੋਪੋਲੋਜਿਸਟ ਹੈ ਉਹ ਦੇਖੇਗਾ ਕਿ ਮਾਸ਼ਰੇ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਫਿਊਚਰ ਪਾਸਟ ਦੇ ਵਿੱਚ ਅਗਰ ਦੇਖੇਗਾ ਤੇ ਉਹ ਦੇਖੇਗਾ ਕਿ ਸਕਾਫਤ ਕਿਸ ਤਰ੍ਹਾਂ ਅੱਗੇ ਵੱਧਦੀ ਜਾ ਰਹੀ ਹੈ ਤੇ ਇਸ ਦੇ ਵਿੱਚ ਇਸ ਦਾ ਇਨਸਾਨਾਂ ਨੂੰ ਕਿਸ ਤਰ੍ਹਾਂ ਉਹ ਅੱਜ ਸੋ ਕਿੱਥੋਂ ਟੁਰੇ, ਕਿਹੜੀਆਂ ਸਕਾਫਤਾਂ ਸਨ ਤੇ ਅੱਜ ਉਹ ਕਿਸ ਤਰ੍ਹਾਂ ਹੈ ਤੇ ਉਹਦੇ ਇਸ ਜ਼ਮਾਨਾ ਹਾਜ਼ਰ ਦੇ ਵਿੱਚ ਕਿਹੜੇ ਮਸਾਇਲ ਨੇ। ਠੀਕ, ਅੱਛਾ ਡਾਕਟਰ ਸਾਹਿਬ ਅਸੀਂ ਅਗਰ ਕਲਚਰਲ ਐਂਥ੍ਰੋਪੋਲੋਜੀ ਦੀ ਗੱਲ ਕਰੀਏ ਤੇ ਖਵਾਤੀਨ ਦਾ ਇਹਦੇ ਵਿੱਚ ਕੀ ਕਿਰਦਾਰ ਹੈ? ਖਵਾਤੀਨ ਦਾ ਕਿਰਦਾਰ ਇਸ ਤਰ੍ਹਾਂ ਸੇ ਹੈ ਕਿ ਦੇਖੋ ਅਗਰ ਕਲਚਰ ਦੀ ਗੱਲ ਕਰੀਏ ਤੇ ਹਰ ਇੱਕ ਜਿਹੜੀ ਫੈਮਿਲੀ ਜਿਹੜਾ ਸਿਸਟਮ ਹੈ, ਅਗਰ ਇੰਸਟੀਟਿਊਸ਼ਨਸ ਦੀ ਗੱਲ ਕਰੀਏ ਜਿਹੜੇ ਸੋਸਾਇਟੀ ਦੇ ਵਿੱਚ ਇੰਸਟੀਟਿਊਸ਼ਨਸ ਹੈ, ਵਨ ਆਫ ਦ ਪ੍ਰਾਈਮ ਇੰਸਟੀਟਿਊਸ਼ਨਸ ਇਜ਼ ਫੈਮਿਲੀ ਇੰਸਟੀਟਿਊਸ਼ਨ। ਤੇ ਉਸ ਦੇ ਵਿੱਚ ਤੁਸੀਂ ਦੇਖੋ ਕਿ ਖਾਨਦਾਨ ਦੇ ਵਿੱਚ खातून का किरदार एक बुनियादी किरदार है अलॉन्ग विद अ मैन। वो एक खानदान की बुनियाद रखते हैं। वो बुनियाद रखने के पीछे देखो कुछ चीज़ां इस तरह दी हो सकती हैं। सुबह में एक पॉडकास्ट सुन रही थी तो उस आते हैं कि अगर तुसी ये देखो बायोलॉजिकली या नैचुरली देखो, तुसी किसी नूं सिलेक्ट करना है कि तुसी उस दे नाल शादी करो, तो मतलब अ मेल शुड बी अ मेल
ਔਰ ਫੀਮੇਲ ਸ਼ੁੱਡ ਬੀ ਅ ਫੀਮੇਲ, ਕੋਈ ਵੀ ਹੋ ਸਕਦੀ ਹੈ, ਛੋਟੀ ਵੱਡੀ ਕਾਲੀ ਗੋਰੀ ਚਿੱਟੀ ਸਮ, ਲੇਕਿਨ ਅਸੀਂ ਕਿਉਂ ਚੂਜ਼ ਕਰਦੇ ਹਾਂ ਕਿ ਫਲਾਂ ਜ਼ਾਤ ਦੀ ਫਲਾਂ ਲੜਕੀ ਸਾਡੇ ਵਾਸਤੇ ਮੁਨਾਸਿਬ ਹੈ, ਇਹ ਕੱਦ ਕਾਠ ਹੋਵੇ, ਖੂਬਸੂਰਤੀ ਦਾ ਉਸਦਾ ਸਾਡਾ ਨਜ਼ਰੀਆ ਕਿਆ ਹੈ, ਕਿਸ ਤਰ੍ਹਾਂ ਹੈ, ਸਾਡਾ ਕਲਚਰ ਸਾਨੂੰ ਦੱਸਦਾ ਹੈ, ਸਾਡੇ ਸੋਸ਼ਲ ਰਿਲੇਸ਼ਨ ਸਾਨੂੰ ਦੱਸਦੇ ਨੇ, ਸਾਡੀ ਸਕਾਫਤ ਸਾਨੂੰ ਦੱਸਦੀ ਹੈ ਕਿ ਸਾਨੂੰ ਕਿਹੜੀ ਚੀਜ਼। ਔਰ ਜਦੋਂ ਤੁਸੀਂ ਪਿਓਰਿਟੀ ਇੰਪਿਓਰਿਟੀ ਦੀ ਗੱਲ ਕਰਦੇ ਹੋ ਤਾਂ ਤੁਸੀਂ ਆਦੇ ਹੋ ਇਹ ਸਮਝਦੇ ਹੋ ਕਿ ਉਹ ਤੁਹਾਡੀ ਨਸਲ ਕਿਵੇਂ, ਯਾਨੀ ਅਗਰ ਮੈਂ ਕਿ ਖਾਸ ਨਸਲ ਸੂ ਇੱਕ ਖਾਸ ਕਾਸਟ ਤੋਂ ਬਿਲੋਂਗ ਕਰਦੀ ਹਾਂ ਤਾਂ ਮੈਂ ਚਾਹਾਂਗੀ ਕਿ ਉਸ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਮੇਰੀ ਕਾਸਟ ਦਾ ਬੰਦੇ ਨਾਲ ਹੀ ਮੈਂ ਸ਼ਾਦੀ ਕਰਾਂ ਤਾਂ ਕਿ ਉਹ ਚੀਜ਼ ਅੱਗੇ ਮੇਰੇ ਖਾਨਦਾਨ ਵਿੱਚ ਕੈਰੀ ਫਾਰਵਰਡ ਹੋਵੇ। तो बुनियादी खानदान किरदार तो खवातीन ਦਾ ਇੱਕ ਮਤਲਬ ਬੱਚੇ ਦੀ ਪ੍ਰੋਡਕਸ਼ਨ ਤੋਂ ਲੈ ਕੇ ਤੁਸੀਂ ਦੇਖੋ ਕਿ ਉਹਨੂੰ ਘਰ ਦੇ ਹਰ ਫੈਮਿਲੀ ਮੈਂਬਰ ਨਾਲ ਕਨੈਕਟ ਕਰਨਾ, ਸੋਸ਼ਲ ਰਿਲੇਸ਼ਨ ਨਿਭਾਣਾ, ਘਰ ਦੇ ਅੰਦਰ ਘਰ ਦੇ ਬਾਹਰ ਸੋਸਾਇਟੀ ਵਿੱਚ ਮਲਟੀਪਲ ਰੋਲਸ ਇਸ ਦੇ ਉੱਤੇ ਤੇ ਪੂਰਾ ਦਿਨ ਗੱਲ ਕਰ ਸਕਦੇ ਅਸੀਂ, ਲੇਕਿਨ ਅਸੀਂ ਜੋ ਗੱਲ ਅੱਗੇ ਵਧਾਵਾਂਗੇ ਤੇ ਅਸੀਂ ਦੇਖਾਂਗੇ ਕਿ ਖਵਾਤੀਨ ਦਾ ਰੋਲ ਬੜਾ ਇੰਪੋਰਟੈਂਟ ਹੈ ਕਿ ਉਹਨਾਂ ਇੱਕ ਬੁਨਿਆਦ ਰੱਖਣੀ ਹੁੰਦੀ ਹੈ ਇੱਕ ਮੁਆਸ਼ਰੇ ਦੀ ਔਰ ਇੱਕ ਹੈਲਦੀ ਬੁਨਿਆਦ ਰੱਖਣੀ ਹੁੰਦੀ ਹੈ। ਉਸ ਦਾ ਕਿਰਦਾਰ ਇੱਕ ਮਾਂ ਦੇ ਨਜ਼ਰੀਏ ਨਾਲ ਦੇਖੋ, ਇੱਕ ਬੀਵੀ ਦੇ ਨਜ਼ਰੀਏ ਨਾਲ ਦੇਖੋ, ਇੱਕ ਟੀਚਰ ਦੇ ਹਵਾਲੇ ਨਾਲ ਦੇਖੋ, ਜਿਵੇਂ ਮੈਂ ਇੱਕ ਟੀਚਰ ਤੁਹਾਡੇ ਸਾਹਮਣੇ ਬੈਠੀ ਹਾਂ ਤੇ ਉਹ ਸੋਸਾਇਟੀ ਦੀ ਕੋ ਹੋਲਡ ਕਰਨੇ ਦੇ ਵਿੱਚ ਉਹਦਾ ਇੱਕ ਬਹੁਤ ਬੜਾ ਕਿਰਦਾਰ ਹੈ। ਠੀਕ ਡਾਕਟਰ ਸਾਹਿਬ, ਤੁਸੀਂ ਖਵਾਤੀਨ ਦੇ ਹਵਾਲੇ ਨਾਲ ਗੱਲ ਕਰ ਰਹੇ ਸੋ ਤੇ ਚੂੰਕਿ ਸਾਡਾ ਜਿਹੜਾ ਐਫਐਮ ਹੈ ਬਹੁਤ ਸਾਰੀਆਂ ਬੱਚੀਆਂ ਸਾਡੀਆਂ ਸੁਣਨੀਆਂ ਨੇ ਤੇ ਤੁਸੀਂ ਜ਼ਰਾ ਇਹ ਦੱਸੋ ਕਿ ਜਿਹੜੀ ਕੰਮਕਾਜ ਕਰਨ ਵਾਲੀਆਂ ਖਵਾਤੀਨ ਹੈ, ਜਿਸ ਤਰ੍ਹਾਂ ਕਿ ਤੁਸੀਂ ਖੁਦ ਵੀ ਐਂਥਰੋਪੋਲੋਜੀ ਡਿਪਾਰਟਮੈਂਟ ਦਾ ਵੀ ਸਾਇਓ ਤੇ ਯੂਨੀਵਰਸਿਟੀ ਦੇ ਦਾਖਲੀ ਮਾਮਲਾਤ ਵੀ ਤੁਸੀਂ ਵਿੰਦੀਆਂ ਹੋ, ਤੇ ਫਿਜ਼ੀਕਲ ਫਿਟਨੈਸ ਤੇ ਮੈਂਟਲ ਹੈਲਥ ਇਹ ਕਿੰਨਾ ਕੁ ਜ਼ਰੂਰੀਆਂ ਨੇ ਖਵਾਤੀਨ ਦੀ ਜਿਹੜੀ ਰੋਜ਼ਮਰਾ ਦੀ ਜਿਹੜੀ ਰੂਟੀਨ ਹੈ ਉਹਦੇ ਵਿੱਚ ਕਿੰਨਾ ਕੋਈ ਇਹਨਾਂ ਦੀ ਲੋੜ ਹੈ, ਸਪੈਸ਼ਲੀ ਉਹਨਾਂ ਖਵਾਤੀਨ ਲਈ ਜਿਹੜਾ ਕਿ ਡੇਲੀ ਬੇਸਿਸ ਤੇ ਉਹ ਕੰਮਕਾਜ ਕਰਦੀਆਂ ਨੇ। ਜੀ ਇਸ ਤੋਂ ਪਹਿਲੇ ਮੈਂ ਇੱਕ ਛੋਟੀ ਜੀ ਗੱਲ ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਗੁਜ਼ਾਰਿਸ਼ ਮੈਂ ਕਰਨਾ ਚਾਹਾਂਗੀ ਖਵਾਤੀਨ ਦੇ ਹਵਾਲੇ ਨਾਲ ਕਿ ਖਵਾਤੀਨ ਚਾਹੇ ਉਹ ਵਰਕਿੰਗ ਔਮਨ ਨੇ ਜਾਂ ਘਰ ਦੀਆਂ ਖਵਾਤੀਨ ਨੇ, ਸਭ ਤੋਂ ਪਹਿਲੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਇੰਪੋਰਟੈਂਸ ਨੂੰ ਜਾਣਨ, ਉਹਨਾਂ ਨੂੰ ਕਿਆ ਬਲਕਿ ਹਰ ਇੰਡੀਵਿਜੂਅਲ ਨੂੰ ਜਾਣਨ ਦੀ ਜ਼ਰੂਰਤ ਹੈ। ਅਨਫੋਰਚੂਨੇਟਲੀ ਸਾਡੇ ਮੁਲਕ ਵਿੱਚ ਬਹੁਤ ਸਾਰੇ ਕੰਮ ਇਸ ਤਰ੍ਹਾਂ ਦੇ ਹੋ ਰਹੇ ਨੇ ਜਿਨ੍ਹਾਂ ਦਾ ਉਹਨਾਂ ਨੂੰ ਪ੍ਰੋਪਰ ਕ੍ਰੈਡਿਟ ਨਹੀਂ ਮਿਲਦਾ, ਉਹ ਬਹੁਤ ਸਾਰਾ ਕੰਮ ਕਰ ਰਹੀਆਂ ਹੁੰਦੀਆਂ ਨੇ, ਬਹੁਤ ਸਾਰੇ ਡਿਫਿਕਲਟ ਸਿਚੁਏਸ਼ਨ ਤੋਂ ਗੁਜ਼ਰ ਰਹੀਆਂ ਹੁੰਦੀਆਂ ਨੇ। ਫॉर एग्जांपल ਇੱਕ ਦੀ ਮੈਂ ਐਗਜ਼ਾਮਪਲ ਦਿਆਂ ਅਗਰ ਉਹ ਪੜ੍ਹ ਰਹੀਆਂ ਨੇ ਤੇ ਜੈਂਡਰ ਸਾਡੇ ਮੁਲਕ ਦੇ ਵਿੱਚ ਨਾ ਇਟਸੈਲਫ ਬੜਾ ਸੈਂਸਿਟਿਵ ਟੌਪਿਕ ਹੈ, ਯਾਨੀ ਅਗਰ ਤੁਸੀਂ ਇੱਕ ਮੇਲ ਬੱਚੇ ਦੀ ਗੱਲ ਕਰੋ ਤੇ ਫੀਮੇਲ ਦੀ ਗੱਲ ਕਰੋ ਤਾਂ ਪੈਦਾਇਸ਼ ਤੋਂ ਪਹਿਲੇ ਸੋ ਕਹਾਣੀ ਸ਼ੁਰੂ ਹੋ ਜਾਂਦੀ ਹੈ। ਉਹ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ ਤੇ ਅਲਟਰਾਸਾਊਂਡ ਤੋਂ ਪਤਾ ਕੀਤਾ ਜਾਂਦਾ ਹੈ। ਇੰਡੀਆ ਦੇ ਵਿੱਚ ਇਸ ਤੇ ਬੇਸ ਦੇ ਉੱਤੇ ਕਾਫੀ ਸਾਰੇ ਹਮਲ ਜ਼ਾਇਆ ਕਰਾ ਦਿੱਤੇ ਜਾਂਦੇ ਨੇ। ਪਾਕਿਸਤਾਨ ਵਿੱਚ ਵੀ ਇਸ ਤਰ੍ਹਾਂ ਦੀ ਸ਼ਰ੍ਹਾ ਮੌਜੂਦ ਹੈ ਕਿ ਜਿੱਥੇ ਸਿਰਫ ਬੱਚੇ ਦੀ ਜੈਂਡਰ ਜਿਹੜੀ ਹੈ ਨਾ ਉਹ ਦੱਸਦੀ ਹੈ ਕਿ ਸਾਨੂੰ ਇਹ ਬੱਚਾ ਚਾਹੀਦਾ ਹੈ ਕਿ ਨਹੀਂ ਚਾਹੀਦਾ, ਤੇ ਆਲਦੋ ਇੱਥੇ ਸਾਡੇ ਮੁਲਕ ਵਿੱਚ ਅਲਹਮਦੁਲਿਲਾ ਕੰਮ ਹੈ, ਬਟ ਸਟਿਲ ਉਸ ਦੀ ਬੇਸਿਸ ਤੇ ਜਦੋਂ ਅਲਟਰਾਸਾਊਂਡ ਤੋਂ ਹੀ ਪਤਾ ਚੱਲਦਾ ਨਾ ਤੇ ਜਿਹੜੀ ਹਮਲਾ ਮਾਂ ਹੁੰਦੀ ਹੈ ਉਹਦੇ ਨਾਲ ਖਵਾਤੀਨ ਦੇ ਨਾਲ ਫੈਮਿਲੀ ਔਰ ਸੋਸਾਇਟੀ ਦਾ ਸਲੂਕ ਕਾਫੀ ਮਤਲਬ ਡਿਫਰੈਂਟ ਜਿਹਾ ਹੁੰਦਾ ਹੈ ਔਰ ਕਾਫੀ ਡਿਸਕ੍ਰਿਮੀਨੇਸ਼ਨ ਫੇਸ ਕਰਦੀਆਂ ਨੇ। ਫॉर एग्जांपल ਉਹ ਫੂਡ ਦੇ ਵਿੱਚ, ਘਰ ਦੇ ਮਾਮਲਾਤ ਦੇ ਵਿੱਚ, ਰੈਸਟ ਦੇ ਵਿੱਚ ਔਰ ਹੋਰ ਚੀਜ਼ਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਗਨੀਫੀਕੈਂਟਲੀ ਨਾ ਸਿਰਫ ਉਹਨਾਂ ਦੀ ਹੈਲਥ ਨੂੰ ਇਫੈਕਟ ਕਰਦੀਆਂ ਨੇ ਬਲਕਿ ਆਉਣ ਵਾਲੇ ਬੱਚੇ ਦੀ ਹੈਲਥ ਨੂੰ ਵੀ ਕਾਫੀ ਜ਼ਿਆਦਾ ਇਫੈਕਟ ਕਰਦੀਆਂ ਨੇ ਔਰ ਇਹ ਪੇਚੀਦਗੀਆਂ ਸਮਟਾਈਮਸ ਉਹਨਾਂ ਦੀ ਜਾਨ ਵੀ ਲੈ ਦਿੰਦੀਆਂ ਨੇ ਜਿਸ ਨੂੰ ਅਸੀਂ ਮੈਟਰਨਲ ਮੋਰਟੈਲਿਟੀ ਆਖਦੇ। ਠੀਕ, ਤੇ ਇਸ ਲਈ ਜਿਹੜੀ ਸਾਡੀ ਖਵਾਤੀਨ ਨੇ ਉਹਨਾਂ ਨੂੰ ਆਪਣੀ ਮੈਂਟਲ ਤੇ ਫਿਜ਼ੀਕਲ ਫਿਟਨੈਸ ਦਾ ਬੜਾ ਖਿਆਲ ਰੱਖਣਾ। ਮੈਂਟਲ ਔਰ ਫਿਜ਼ੀਕਲ ਹੈਲਥ ਦੇ ਬਾਰੇ ਚ ਸੌਰੀ ਮੈਂ ਥੋੜਾ ਜਿਹਾ ਇਸ ਨੂੰ ਰਿਲੇਟ ਇਸ ਤਰ੍ਹਾਂ ਕਰਾਂਗੀ ਕਿ ਸਭ ਚੀਜ਼ ਦੇ ਹੋਮਨ ਦੇ ਨਾਲ ਨਾਲ ਇਨਸਾਨ ਨੂੰ ਆਪਣੀ ਇੰਪੋਰਟੈਂਸ ਐਜ਼ ਅ ਪਰਸਨ ਯਾਦ ਰੱਖਣੀ ਚਾਹੀਦੀ ਹੈ ਔਰ ਮੇਰੇ ਨਜ਼ਦੀਕ ਇਨਸਾਨ ਔਰ ਐਂਥਰੋਪੋਲੋਜੀ ਸਮਝਣ ਦਾ ਬੇਸਿਕ ਮਕਸਦ ਇਹ ਹੋ ਸਕਦਾ ਹੈ ਕਿ ਤੁਸੀਂ ਇਹ ਸਮਝੋ ਕਿ ਤੁਹਾਨੂੰ ਅੱਲਾਹ ਤਾਲਾ ਨੇ ਇਸ ਦੁਨੀਆ ਦੇ ਵਿੱਚ ਔਰ ਇੱਕ ਖਾਸ ਇਲਾਕੇ ਦੇ ਵਿੱਚ ਕਿਉਂ ਭੇਜਿਆ, ਉਹ ਕਿਉਂ ਇੰਪੋਰਟੈਂਟ ਹੈ ਔਰ ਕਿਸ ਤਰ੍ਹਾਂ ਮੈਂ ਇਹਨੂੰ ਅਗਰ ਇਸ ਤਰ੍ਹਾਂ ਸੇ ਰਿਲੇਟ ਕਰਾਂ ਕਿ ਬਾਜ਼ ਔਕਾਤ ਇਹ ਜਿਹੜੇ ਸਾਡੇ, ਕਿਉਂਕਿ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਮੇਰੀ PhD ਦੀ ਰਿਸਰਚ ਜਿਹੜੀ ਹੈ ਸਾਊਥ ਪੰਜਾਬ ਵਿੱਚ ਹੈ ਤੇ ਉੱਥੇ ਮੈਂ ਇੱਕ ਟੀਚਰ ਨਾਲ ਗੱਲ ਕਰ ਰਹੀ ਸਾਂ ਤੇ ਤੁਸੀਂ ਚੂੰਕਿ ਵਰਕਿੰਗ ਔਮਨ ਦੀ ਵੀ ਗੱਲ ਕੀਤੀ ਹੈ ਤੇ ਮੈਂ ਰਿਲੇਟ ਕਰਨਾ ਚਾਹਾਂਗੀ ਕਿ ਉਹਨੇ ਮੇਰੇ ਨਾਲ ਇੱਕ ਮਸਲਾ ਸ਼ੇਅਰ ਕੀਤਾ। ਉਹਨੇ ਆਖਿਆ ਕਿ ਮੈਂ ਬਹੁਤ ਪੜ੍ਹੀ ਲਿਖੀ ਹਾਂ ਲੇਕਿਨ ਜਿਸ ਖਾਨਦਾਨ ਵਿੱਚ ਮੇਰੀ ਸ਼ਾਦੀ ਹੋਈ ਹੈ ਇਹ ਮੈਨੂੰ ਕੋਈ ਕੰਮ ਆਪਣੀ ਮਰਜ਼ੀ ਦਾ ਕਰਨ ਨਹੀਂ ਦਿੰਦੇ, ਹਰ ਪਾਸੇ ਮੇਰੇ ਉੱਤੇ ਪਾਬੰਦੀਆਂ ਨੇ ਤੇ ਮੈਂ ਆਪਣੇ ਬੱਚਿਆਂ ਦੀ ਤਰਬੀਅਤ ਨਹੀਂ ਕਰ ਸਕਦੀ ਔਰ ਇਤਨੀ ਮੈਂ ਡਿਸਟਰਬ ਹਾਂ, ਮੈਂਟਲ ਹੈਲਥ ਔਰ ਡਿਸਟਰਬ ਹਾਂ ਕਿ ਮੈਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਵਜਾਂ। ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਇਹ ਦੇਖੋ ਕਿ ਅੱਲਾਹ ਤਾਲਾ ਜਿਹੜਾ ਤੁਸੀਂ ਇਸ ਇਲਾਕੇ ਦੇ ਵਿੱਚ ਹੋ ਇਹ ਤੁਹਾਡੇ ਵਾਸਤੇ ਨਹੀਂ ਬਲੈਸਿੰਗ, ਇਹ ਲੋਕਾਂ ਵਾਸਤੇ ਵੀ ਬਲੈਸਿੰਗ ਹੈ ਤੇ ਤੁਸੀਂ ਇੱਕ ਐਸੈਟ ਹੋ ਇਸ ਕੌਮ ਵਾਸਤੇ ਔਰ ਤੁਹਾਡੇ ਜੇ ਬੰਦੇ ਜਿਹੜੇ। ਤੇ ਉਹਨਾਂ ਇਹ ਦੱਸਿਆ ਕਿ ਮੈਂ ਕਿਹਾ ਬਜਾਏ ਤੁਸੀਂ ਇਸ ਨੂੰ ਬਰਡਨਾਈਜ਼ ਫੀਲ ਕਰੋ, ਤੁਸੀਂ ਵਾਈ ਡੋਂਟ ਯੂ ਟੇਕ ਦ ਅਪਰਚੁਨਿਟੀ
टू लीड योर लाइफ एंड टेल अदर्स के ना किस तरह एक चंगी जिंदगी एक औरत गुजार सकती है। तो वो मैनू आती है जिहड़ा सवाल होता सी डिप्रेशन के बारे, ਉਹ ਮੈਨੂੰ ਉਸੇ ਵਕਤ ਆਦੀ ਹੈ ਕਿ ਤੁਸੀਂ ਤੇ ਮੇਰਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ ਹੈ। ਜਿਸ ਚੀਜ਼ ਨੂੰ ਮੈਂ ਆਪਣੇ ਵਾਸਤੇ ਇੱਕ ਬਰਡਨ ਸਮਝ ਰਹੀ ਸੀ, ਤੁਸੀਂ ਆਖਦੇ ਹੋ ਕਿ ਉਹੀ ਤੇਰੀ ਐਸੈਟ ਹੈ। तो यानी ਜਿਹੜੀ ਸਾਡੀ ਵੀ ਜਿਹੜੀ ਵੀ ਗਿਵਨ ਕੰਡੀਸ਼ਨ ਹੈ ਉਸ ਦੇ ਵਿੱਚ ਆਪਣੇ ਆਪ ਨੂੰ ਵੈਲਿਊ ਕਰਨਾ ਸਿੱਖੋ। ਜਦੋਂ ਅਸੀਂ ਆਪਣੇ ਬਾਰੇ ਵੈਲਿਊ ਕਰਨਾ ਸਿੱਖਾਂਗੇ ਅਸੀਂ ਅੱਲਾਹ ਨੂੰ ਪਾ ਲਾਂਗੇ। ਕਿਸ ਤਰ੍ਹਾਂ ਪਾ ਲਾਂਗੇ? ਉਸ ਦਾ ਸਭ ਤੋਂ ਬਿਹਤਰੀਨ ਅੰਦਾਜ਼ ਨਮਾਜ਼ ਤੋਂ ਇਲਾਵਾ ਔਰ ਬੇਸਿਕ ਫਰਾਇਜ਼ ਤੋਂ ਇਲਾਵਾ ਇਹ ਕਿ ਆਪਣੇ ਆਪ ਨਾਲ ਮੁਹੱਬਤ ਕਰੋ। ਜਦੋਂ ਤੁਸੀਂ ਆਪਣੇ ਆਪ ਨਾਲ ਮੁਹੱਬਤ ਕਰੋਗੇ ਤਾਂ ਤੁਸੀਂ ਆਪਣੇ ਇਰਦ ਗਿਰਦ ਦੇ ਲੋਕਾਂ ਨਾਲ ਮੁਹੱਬਤ ਕਰੋਗੇ। ਤੁਸੀਂ ਇੱਕ ਬਿਹਤਰ ਮਾਂ ਬਣ ਸਕਦੇ ਹੋ, ਤੁਸੀਂ ਇੱਕ ਬਿਹਤਰ बीवी बन सकते हो, ਤੁਸੀਂ ਇੱਕ ਬਿਹਤਰ ਇਨਸਾਨ ਬਣ ਸਕਦੇ ਹੋ, ਤੁਸੀਂ ਇੱਕ ਬਿਹਤਰ ਹਮਸਾਏ ਬਣ ਸਕਦੇ ਹੋ। ਔਰ ਉਸ ਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ ਔਰ ਰੋਜ਼ਮर्रा ਮਾਮਲਾਤ ਦੇ ਵਿੱਚੋਂ ਆਪਣੀ ਜ਼ਾਤ ਵਾਸਤੇ ਟਾਈਮ ਕੱਢੋ, ਜਿਹੜਾ ਟਾਈਮ ਤੁਹਾਡੇ ਜ਼ਿਹਨ ਨੂੰ ਸਕੂਨ पहुंचाए और जड़ा ਤੁਹਾਡੀ ਫਿਟਨੈਸ ਨੂੰ ਇਨਸ਼ੋਰ ਕਰੇ। मैं देखिए कि पाकिस्तान ਵਿੱਚ ਖਵਾਤੀਨ ਜੋ ਹੈ ਚਾਹੇ ਉਹ ਵਰਕਿੰਗ ਨੇ ਚਾਹੇ ਹਾਊਸ ਹੋਲਡ ਵਾਈਫਸ ਨੇ ਉਹ ਜਿਹੜੀਆਂ ਨੇ ਉਹ ਆਪਣੀ ਸਿਹਤ ਦੇ ਬਾਰੇ ਕੰਸਰਨ ਨਹੀਂ, ਬਟ ਜਦੋਂ ਤੁਸੀਂ ਆਪਣੀ ਫਿਟਨੈਸ ਔਰ ਮੈਂਟਲ ਹੈਲਥ ਦੇ ਉੱਤੇ ਕੰਮ ਨਹੀਂ ਕਰੋਗੇ ਇਟ ਰਿਕੁਆਇਰਸ ਟਾਈਮ। ਇਟਸ ਆਲਸੋ ਮੈਡੀਟੇਸ਼ਨ, ਯੋਗਾ, ਕੋਈ ਵੀ ਤੁਸੀਂ ਫਿਜ਼ੀਕਲ ਐਕਸਰਸਾਈਜ਼ ਤੁਸੀਂ ਘਰ ਦੇ ਵਿੱਚ ਬੈਠ ਕੇ ਇੱਕ ਕਮਰੇ ਦੇ ਵਿੱਚ ਇੱਕ ਕੁਰਸੀ ਦੀ ਜਿੰਨੀ ਬਰਾਬਰ ਜਗ੍ਹਾ ਤੁਹਾਨੂੰ ਚਾਹੀਦੀ ਹੈ ਤੇ ਉੱਥੇ ਬੈਠ ਕੇ ਤੁਸੀਂ ਐਕਸਰਸਾਈਜ਼ ਕਰਕੇ ਆਪਣੇ ਆਪ ਨੂੰ ਸਲਿਮ ਔਰ ਸਮਾਰਟ ਰੱਖ ਸਕਦੇ ਹੋ। ਤੇ ਉਸ ਦੇ ਵਿੱਚ ਤੁਸੀਂ ਇੱਕ ਡਿਸਪਲਿਨ एक अपनी एक रूटीन और एक सेटअप बनाना पैसी जड़ा बहुत ज़्यादा ज़रूरी है। और मैं ख़वातीन नूं ज़रूर अर्ज करांगी और ईवन बच्चियां नूं कि not to look good for others but look good for yourself। ਲਵ ਯੂਰਸੈਲਫ। ਤੁਸੀਂ ਬੜੀਆਂ ਚੰਗੀਆਂ ਗੱਲਾਂ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਜਿਹੜੇ ਨੇ ਖਾਸ ਕਰ ਖਵਾਤੀਨ ਜਿਹੜੀਆਂ ਨੇ ਤੁਹਾਡੀ ਗੁਫ਼ਤਗੂ ਨੂੰ ਬੜਾ ਪਸੰਦ ਕਰ ਰਹੀਆਂ ਹੋਣਗੀਆਂ। ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ, ਮਾਹਿਰ ਬਸ਼ਰੀਆਤ ਐਂਥਰੋਪੋਲੋਜਿਸਟ ਨੇ। ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਨੂੰ ਮੈਸੇਜ ਕਰ ਲਓ WhatsApp ਨੰਬਰ 05192919501 ਤੇ ਇੱਕ ਹੋਰ ਗੀਤ ਸੁਣਨੇ ਆ, ਫਿਰ ਪਰਤ ਕੇ ਆਨੇ ਆ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਨਾ ਉਹ ਪੀਂਗਾ ਨਾ ਉਹ ਝੂਟੇ, ਨਾ ਉਹ ਗੁਮਰੇ ਗੁਮਰੇ ਬੂਟੇ, ਨਾ ਉਹ ਗੋੜੀ ਛਾਂ, ਐ ਨਹੀਂ ਮੈਂਡਾ ਗਰਾ। ਤੁਸੀਂ ਸੁਣ ਰਹੇ FM ਪੰਜਾਬ ਰੰਗ 99.4 ਤੇ ਅੱਜ ਸਾਡੇ ਲਈ ਬੜੇ ਇਜ਼ਾਜ਼ ਦੀ ਗੱਲ ਹੈ। ਸਾਡੇ FM ਪੰਜਾਬ ਰੰਗ ਦੇ ਸਟੂਡੀਓ 'ਚ ਸਾਡੇ ਵਿਹੜੇ ਵਿੱਚ ਅੱਜ ਇੱਕ ਐਸੀ ਪ੍ਰੋਣੀ ਅੱਜ ਤਸ਼ਰੀਫ ਲੈ ਕੇ ਆਈਆਂ ਨੇ ਜਿਹੜੇ ਆਪਣੇ ਸ਼ੋਬੇ 'ਚ ਬੜੀ ਮਹਾਰਤ ਰੱਖਦੀਆਂ ਨੇ ਤੇ ਇਹਨਾਂ ਦਾ ਸ਼ੋਬਾ ਹੈ ਜੀ ਬਸ਼ਰੀਆਤ ਐਂਥਰੋਪੋਲੋਜਿਸਟ ਨੇ ਤੇ ਐਰਡ ਯੂਨੀਵਰਸਿਟੀ ਦੇ ਸ਼ੋਬਾ ਐਂਥਰੋਪੋਲੋਜੀ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਖਿਦਮਤ ਅੰਜਾਮ ਦੇ ਰਹੀਆਂ ਨੇ। ਤੇ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਨੂੰ ਮੈਸੇਜ ਕਰ ਲਓ ਸਾਡੇ WhatsApp ਨੰਬਰ 05192919501 ਤੇ ਡਾਕਟਰ ਸਾਹਿਬਾ ਅਸੀਂ ਬਸ਼ਰੀਆਤ ਦੀ ਗੱਲ ਕਰ ਰਹੇ ਹਾਂ ਤੇ ਹੁਣ ਬਸ਼ਰੀਆਤ ਤੋਂ ਹੀ ਮੁਤਲਕਾ ਕੁਝ ਛੋਟੇ ਛੋਟੇ ਸਵਾਲ ਨੇ। ਤੁਸੀਂ ਸਾਡੇ ਸੁਣਨ ਵਾਲਿਆਂ ਲਈ ਇਹ ਦੱਸੋ ਕਿ ਬੰਦੇ ਕਬੀਲਿਆਂ ਵਿੱਚ ਕਿਉਂ ਰਹਿੰਦੇ ਨੇ ਤੇ ਇੱਕ ਦੂਜੇ ਨਾਲ ਤਾਮਨ ਕਿਉਂ ਕਰਦੇ ਨੇ? ਜੀ देखिए इंसान दी पहचान दा जिहड़ा एक अल्लाह ताला जिहड़ा क्लासिफिकेशन ऑफ ह्यूमन बीइंग्स दी गल करो ना तो अल्लाह ताला ने इंसान नूं ग्रोहां च और इंसान दी अगर एवोल्यूशन दी गल करो तो वो शुरू तो जिहड़ा अगर पत्थर दे दौर दी गल करो उस तो बाद अगर पेस्टोरल सोसाइटीज़ दी गल करो इंडस्ट्रीयल एरा दी गल करो एग्रीकल्चर सोसाइटी दी गल करो इन्हां सारे एवोल्यूशन दे फेजेस विच इंसान दी तकसीम दी गल होई है कि वो किस तरह उन्हां अपनी जिंदगी बेहतर ਤੋਂ बेहतर गुजारने वास्ते उन्हें किहड़े तजर्बात किते। फॉर एग्जाम्पल अगर हिस्टोरिक एज की गल करो तो पत्थरां नाल औजार बना दिंदे हन। जिस तरह अगर उन्होंने चाकू चाहिए छुरी चाहिए तो उस वक्त इस तरह की कोई चीज़ नहीं सी तो उसनूं वो टूल मेकिंग इंसान नूं एक टूल मेकिंग एनीमल भी कहा जाता है सब्जैक्ट दे विच। ते उन्हें किस तरह सीखिया है तो ये चीज़ां जिहड़ियां हैं किस तरह वो दरख्तां दे उत्ते रहन दा फलां दे उत्ते अपने सर्वाइवल उस दे उत्ते इन्हिसार करदियां होया किस तरह उस टाइम इट्स अबाउट एजिस कि जिस दे विच वो दरख्तां से उतरते ज़मीन दे उत्ते एक सैटल्ड लाइफ की तरफ आना शुरू होया और इट्स आल्सो वेरी डीप स्टडी कि जिस दे विच असी ये गुजरदे इंडस्ट्रीयल एरा और अगे आंदे एग्रीकल्चर सोसाइटीज़ और इन्हां सारी सोसाइटी नूं कनैक्ट करदी है एंथ्रोपोलॉजी। बेसिकली इन्हां जिहड़ी चार फील्ड्स में पहले मैंशन कीतियां वो अपने अपने नज़रिए दे नाल देखदियां कि इंसान इहदे किस तरह डिवाइड हो रहा है। कबीलें इस वास्ते इंसान दा ज़रूरी है बेसिक पर्पज़ ते वो है कि ऑर्गेनाइजेशन उसका स्ट्रक्चर हर एक जी सोसाइटी होंदी है कबीला होंदा है उसका अपना एक स्ट्रक्चर और फंक्शन होंदा है। स्ट्रक्चर और फंक्शन ओनू यूनीक बनाता है दूसरे दे। अगर मैं अगर अपनी गल करा या अपने इलाके की गल करा इस खिते की गल करा तो पंजाब के लोग क्यों मुख्तलिफ हैं
ਅਮਰੀਕਾ ਦੇ ਲੋਕਾਂ ਕਨੇ ਅਗਰ ਕੰਪੈਰੀਜ਼ਨ ਕਰਾਂ ਤੇ ਇਹ ਸਾਨੂੰ ਕਬੀਲੇ ਸਾਡੀ ਸਕਾਫਤ ਸਾਡਾ ਕਲਚਰ ਇਹ ਸਾਨੂੰ ਦੱਸਦਾ ਹੈ ਕਿ ਸਾਡੇ ਵਾਸਤੇ ਕਿਹੜੀ ਚੀਜ਼ਾਂ ਕਿਸ ਤਰ੍ਹਾਂ ਮੀਨਿੰਗਫੁਲ ਨੇ ਔਰ ਇਹ ਬੇਸਿਕਲੀ ਕਲਚਰ ਸਾਡੀ ਲਾਈਫ ਨੂੰ ਮੀਨਿੰਗ ਦਿੰਦਾ ਹੈ ਤੇ ਅਕੋਰਡਿੰਗਲੀ ਇਨਸਾਨ ਉਸ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ ਹੈ। ਠੀਕ ਡਾਕਟਰ ਸਾਹਿਬ ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ ਮਲਕ ਸ਼ਹਿਬਾਜ਼ ਅਹਿਮਦ ਸ਼ਰਜੀਲ ਰਾਜਾ ਸਾਹਿਬ ਫਿਆਜ਼ ਚੌਧਰੀ ਹਮਜ਼ਾ ਕਾਜ਼ੀ ਇਸ਼ਰਤ ਸਾਹਿਬਾ ਮੋਹਸਨ ਅਲੀ ਸੀਡੀਏ ਮਕਬੂਲ ਸਾਹਿਬ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਮੈਸੇਜ ਵੀ ਕੱਲੇ ਨੇ ਤੇ ਸ਼ੋਅ ਨੂੰ ਪਸੰਦ ਵੀ ਕਰ ਰਹੇ ਨੇ ਔਰ ਤੁਹਾਨੂੰ ਜੀ ਆਇਆਂ ਨੂੰ ਵੀ ਕਹਿ ਰਹੇ ਨੇ ਤੁਹਾਡੀ ਗੁਫ਼ਤਗੂ ਨੂੰ ਪਸੰਦ ਕਰ ਰਹੇ ਨੇ ਤੇ ਇਹਦੇ ਨਾਲ ਸਾਨੂੰ ਸੁਣ ਰਹੀਆਂ ਨੇ ਮਿੱਠੇ ਤੇ ਸੋਹਣੇ ਲੱਬੋ ਲਹਿਜੇ ਦੀ ਮਾਲਿਕ ਤੇ ਤੁਸੀਂ ਉਹਨਾਂ ਨੂੰ ਸੁਣਦੇ ਹੋ ਹਰ ਜੁਮੇਰਾਤ ਨੂੰ ਪ੍ਰੋਗਰਾਮ ਛਾਂ ਲੈ ਕੇ ਆਉਂਦੀਆਂ ਨੇ 2 ਤੋਂ 4 ਤੱਕ ਸਾਡੀ ਬੜੀ ਪਿਆਰੀ ਮੁਸਰਤ ਰਿਆਜ਼ ਸਾਹਿਬਾ ਤੇ ਉਹ ਵੀ ਡਾਕਟਰ ਸਾਹਿਬਾ ਤੁਹਾਨੂੰ ਸਲਾਮ ਦੇ ਰਹੀਆਂ ਨੇ ਔਰ ਸ਼ੋਅ ਨੂੰ ਪਸੰਦ ਕਰ ਰਹੀਆਂ ਨੇ। ਬਹੁਤ ਸ਼ੁਕਰੀਆ ਉਹ ਸਾਡੇ ਦਿਲ ਦੇ ਬਹੁਤ ਕਰੀਬ ਹਨ ਸਮਝੋ ਦਿਲ ਦਾ ਇੱਕ ਹਿੱਸਾ ਉਹਨਾਂ ਦੇ ਕੋਲ ਹੈ ਸਾਡਾ। ਵਾਹ 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 ਤੇ ਅੱਲਾਹ ਤਾਲਾ ਉਹਨਾਂ ਨੂੰ ਸਲਾਮਤ ਰੱਖੇ ਆਮੀਨ ਤੁਹਾਡੇ ਇੱਥੇ ਰੌਣਕਾਂ ਵਧਾਈ ਰੱਖੇ ਤੇ ਤੁਹਾਡੇ ਵਿਹੜੇ ਨੂੰ ਆਬਾਦ ਰੱਖੇ ਆਮੀਨ ਆਮੀਨ ਤੇ ਸਾਡੀ ਸਕਾਫਤ ਨੂੰ ਅੱਲਾਹ ਤਾਲਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਦੇ ਕਿਉਂਕਿ ਇਸ ਵਕਤ ਜਿਹੜੇ ਦੁਨੀਆ ਭਰ ਵਿੱਚ ਖਤਰਾ ਹੈ ਨਾ ਉਹ ਸਕਾਫਤ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਇਹ ਏਜ ਆਫ ਕੰਪਿਊਟਰ ਹੈ ਔਰ ਇੰਡਸਟਰੀਅਲਾਈਜੇਸ਼ਨ ਔਰ ਅੱਗੇ ਇਤਨਾ ਵੱਧ ਗਿਆ ਸਿਸਟਮ ਇਤਨਾ ਵੱਧ ਗਿਆ ਕਿ ਜਿੱਥੇ ਲੋਕਲ ਸਕਾਫਤਾਂ ਜਿਹੜੀਆਂ ਨਾ ਉਹਨਾਂ ਦੀ ਪਾਵਰ ਕਾਫੀ ਜ਼ਿਆਦਾ ਇਫੈਕਟ ਹੋ ਗਈ ਹੈ ਤੇ ਐਂਥਰੋਪੋਲੋਜੀ ਦੇ ਵਿੱਚ ਤੁਸੀਂ ਇੱਕ ਗਲੋਬਲਾਈਜੇਸ਼ਨ ਦਾ ਕਨਸੈਪਟ ਸੁਣਿਆ ਹੋ ਸੀ ਔਰ ਉਸ ਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਅੱਜ ਮੈਂ ਇੱਕ ਮੈਕਡੋਨਲਡ ਦਾ 버ਗਰ ਖਾਣਾ ਜ਼ਿਆਦਾ ਪਸੰਦ ਕਰਦੀ ਹਾਂ ਮੈਨੂੰ ਲੱਸੀ ਚਾਹੀਦੀ ਹੈ ਤੇ ਉਸ ਡੱਬੇ ਦੇ ਵਿੱਚ ਚਾਹੀਦੀ ਹੈ ਜਿਹੜੇ ਟੈਕਟਰਾ ਪੈਕੇਜਿੰਗ ਵਿੱਚ ਹੋਵੇ ਜਿਹੜੇ ਮੇਰੇ ਗ੍ਰਾਂ ਦੀ ਉਹ ਮਟਕੀ ਦੀ ਲੱਸੀ ਹੁੰਦੀ ਹੈ ਉਹ ਉਸ ਲੱਸੀ ਦੀ ਉਹ ਵੈਲਿਊ ਨਹੀਂ ਅੱਜ ਕਿਉਂਕਿ ਇਹ ਚੀਜ਼ ਮੈਨੂੰ ਸਿਖਾ ਦੀ ਗਈ ਹੈ ਲੇਕਿਨ ਐਂਥਰੋਪੋਲੋਜੀ ਦੇ ਵਿੱਚ ਸਾਡੇ ਵਾਸਤੇ ਇਹ ਚੀਜ਼ ਮੀਨਿੰਗਫੁਲ ਹੈ ਕਿ ਸਾਡਾ ਕਲਚਰ ਬਹੁਤ ਖੂਬਸੂਰਤ ਹੈ। ਦੇਖੋ ਤੁਸੀਂ ਇਸ ਗੱਲ ਦੀ ਸੈਂਸਿਟੀਵਿਟੀ ਨੂੰ ਸਮਝੋ ਕਿ ਅਗਰ ਕਲਚਰ ਖੋ ਦਿਓਗੇ ਤੇ ਆਪਣੀ ਸ਼ਨਾਖਤ ਵੀ ਖੋ ਦਿਓਗੇ ਤੇ ਸ਼ਨਾਖਤ ਤੋਂ ਬਗੈਰ ਇਨਸਾਨ ਜੀ ਨਹੀਂ ਸਕਦਾ। ਅਸੀਂ ਦੁਨੀਆ ਦੇ ਹਰ ਮਾਡਲ ਨੂੰ ਅਡਾਪਟ ਕਰ ਸਕਦੇ ਹਾਂ ਬਟ ਨਾਟ ਐਟ ਦ ਕਾਸਟ ਆਫ ਆਰ ਓਨ ਆਇਡੈਂਟੀਟੀ। ਵਾਹ ਵਾਹ ਡਾਕਟਰ ਸਾਹਿਬ ਤੁਸੀਂ ਸਕਾਫਤ ਦੀ ਗੱਲ ਕਰ ਰਹੇ ਹੋ ਤੇ ਅਸੀਂ ਆ ਫਿਰ ਵੀ ਇਹ ਗੱਲ ਕਰ ਰਹੇ ਸਾਂ ਕਿ ਲਸਾਨੀ ਤੇ ਸਕਾਫਤੀ ਰੰਗਾ ਰੰਗੀ ਜਿਹੜੀ ਹੈ ਇਹਦੀ ਬੜੀ ਅਹਿਮੀਅਤ ਹੈ ਤੇ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਕਿ ਮੈਂ ਇੰਗਲੈਂਡ ਵਿੱਚ ਚਲਾ ਗਿਆ ਤੇ ਉੱਥੇ ਇੱਕ ਮੇਰੀ ਆਂਟੀ ਸਨ ਤੇ ਮੈਂ ਕਹਿ ਰਿਹਾ ਸਾਂ ਕਿ ਅਸੀਂ ਆਪਣੀ ਮਾਂ ਬੋਲੀ 'ਚ ਗੱਲ ਕਰੀਏ ਕੋਈ ਹਾਲਾਂਕਿ ਉਹਨਾਂ ਨੂੰ ਬੜੀ ਅੱਛੀ ਪੰਜਾਬੀ ਆਉਂਦੀ ਸੀ ਨਾ ਤੇ ਉਹ ਮੈਨੂੰ ਕਹਿੰਦੀਆਂ ਨੇ ਕਿ ਮੇਰੀਆਂ 4 ਸਿਸਟਰਾਂ ਨੇ ਤੇ ਵਿੰਡੋ 'ਚ ਬੜੀ ਵਿੰਡ ਆਉਂਦੀ ਹੈ ਤੇ ਮੈਂ ਆਂਟੀ ਨੂੰ ਕਹਿ ਰਿਹਾ ਸੀ ਕਿ ਤੁਸੀਂ ਤਾਂ ਅੱਛੀ ਭਲੀ ਪੰਜਾਬੀ ਬੋਲ ਲੈਂਦੇ ਹੋ ਲੇਕਿਨ ਤੁਸੀਂ ਕਿਉਂ ਵਿੱਚ ਅੰਗਰੇਜ਼ੀ ਦੇ ਲਫ਼ਜ਼ ਇਸਤੇਮਾਲ ਕਰ ਰਹੇ ਹੋ ਹਾਲਾਂਕਿ ਅਸੀਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ ਹੈ ਲੇਕਿਨ ਮੇਰਾ ਦਿਲ ਕਰ ਰਿਹਾ ਸੀ ਨਾ ਕਿ ਆਪਣੀ ਮਾਂ ਬੋਲੀ 'ਚ ਗੱਲ ਕਰੀਏ ਤੇ ਉਹ ਕਹਿੰਦੇ ਨੇ ਪੁੱਤਰ ਕੀ ਕਰੀ ਹੁਣ ਫਿਰ ਇੰਗਲੈਂਡ ਆਏ ਤੇ ਅੰਗਰੇਜ਼ੀ ਤੇ ਬੋਲਣੀ ਹੈ ਨਾ ਤੇ ਫਿਰ ਉਹ ਇੱਕ ਨਜ਼ਮ ਮੈਨੂੰ ਯਾਦ ਆ ਗਈ ਨਾ ਕਿ ਸਾਡੇ ਪਿੰਡ ਦੀ ਕੁੜੀ ਪੜ੍ਹ ਲਿਖ ਕੇ ਤੇ ਆਪਣੀ ਪਛਾਣ ਭੁੱਲ ਗਈ ਬਿਲਕੁਲ ਬੋਲੇ ਇੰਗਲਿਸ਼ ਤੇ ਨਾਲੇ ਉਰਦੂ ਉਹ ਆਪਣੀ ਜ਼ੁਬਾਨ ਭੁੱਲ ਗਈ ਤੇ ਜਿਸ ਟਾਂਗੇ ਤੇ ਉਹ ਬਹਿ ਕੇ ਜਾਂਦੀ ਸੀ ਉਹ ਮੰਨਾ ਕੋਚਵਾਨ ਭੁੱਲ ਗਈ ਤੇ ਬਿਲਕੁਲ ਜੀ ਸਾਡੀ ਆਪਣੀ ਜਿਹੜੀ ਸਕਾਫਤ ਹੈ ਇਹ ਸਾਡੀ ਪਛਾਣ ਹੈ ਤੇ ਇਹਦੇ ਤੇ ਸਾਨੂੰ ਜਿਹੜਾ ਨਾ ਬੜਾ ਮਾਣ ਕਰਨਾ ਚਾਹੀਦਾ ਹੈ ਤੇ ਬਸ਼ਰੀਆਤ ਵਿੱਚ ਅਸੀਂ ਇਹੀ ਫੋਕਸ ਕਰਦੇ ਹਾਂ ਕਿ ਕਲਚਰ ਨੂੰ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ ਕਲਚਰ ਕੀ ਕਿਰਦਾਰ ਅਦਾ ਕਰ ਸਕਦੇ ਹੈ ਔਰ ਤੁਸੀਂ ਸੋਚੋ ਕਿ ਸਾਡੇ ਵਾਸਤੇ ਇੰਪੋਰਟੈਂਟ ਨਹੀਂ ਇਹ ਦੁਨੀਆ ਭਰ ਵਾਸਤੇ ਇੰਪੋਰਟੈਂਟ ਹੈ ਬੜੀ ਬੜੀ ਕੰਪਨੀਆਂ ਨੂੰ ਦੇਖੋ ਚਾਹੇ ਉਹ ਕਾਰਾਂ ਦੀ ਕੰਪਨੀਆਂ ਹੋਵਨ ਚਾਹੇ ਉਹ ਬਿਗ ਨੇਮਸ ਹੋਵਨ ਜੋ ਵੀ ਕੋਈ ਗੂਗਲ ਲੈ ਲਓ ਕੋਈ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀ ਉਹ ਐਂਥਰੋਪੋਲੋਜਿਸਟ ਨੂੰ ਖਸੂਸੀ ਤੌਰ ਤੇ ਕਿਸ ਵਾਸਤੇ ਹਾਇਰ ਕਰਦੇ ਹਨ ਉਹ ਇਸ ਵਾਸਤੇ ਹਾਇਰ ਕਰਦੇ ਹਨ ਕਿ ਅਸੀਂ ਦੇਖੀਏ ਕਿ ਸਾਡਾ ਕਲਾਇੰਟ ਕਿੱਥੋਂ ਤੋਂ ਬਿਲੋਂਗ ਕਰਦਾ ਹੈ ਮਤਲਬ ਉਹ ਇੱਕ ਕਿਸੇ ਗ੍ਰਾਂ ਦੇ ਵਿੱਚ ਬੈਠਾ ਹੋਇਆ ਇੱਕ ਆਮ ਆਦਮੀ ਵੀ ਹੈ ਇੱਕ ਗਲੋਬਲਾਈਜ਼ਡ ਵਰਲਡ ਵਿੱਚ ਉਹ ਵੀ ਉਹਨਾਂ ਦਾ ਬਾਇਰ ਹੈ ਉਹ ਵੀ ਉਹਨਾਂ ਦਾ ਕਸਟਮਰ ਹੈ ਠੀਕ ਹੈ ਉਹ ਵੀ ਉਹਨਾਂ ਆਪਣੀ ਪ੍ਰੋਡਕਟ ਉਸ ਤੱਕ ਵੀ ਪਹੁੰਚਾਣੀ ਹੈ ਤੇ ਉਹਨਾਂ ਦੇਖਣਾ ਹੈ ਕਿ ਇਸ ਦੀ ਨੀਡ ਕਿਸ ਤਰ੍ਹਾਂ ਦੀਆਂ ਹਨ ਤੇ ਐਂਥਰੋਪੋਲੋਜਿਸਟ ਉਹ ਤੁਹਾਡੇ ਪਰਸੈਪਸ਼ਨਸ ਜਿਸ ਤਰ੍ਹਾਂ ਸ਼ੁਰੂ 'ਚ ਮੈਂਸ਼ਨ ਹੋਇਆ ਸੀ ਉਹ ਤੁਹਾਡੇ ਬਿਲੀਵਸ ਤੁਹਾਡੇ ਸੋਚ ਨੂੰ ਤੁਹਾਡੇ ਕਲਚਰ ਨੂੰ ਅੰਡਰਸਟੈਂਡ ਕਰਦੇ ਹੋਏ ਆਪਣੀ ਚੀਜ਼ਾਂ ਮਾਰਕੀਟਿੰਗ ਦੇ ਹਿਸਾਬ ਨਾਲ ਉਹਨੂੰ ਕਸਟਮਾਈਜ਼ ਕਰਦੇ ਹਨ ਤੇ ਲੈਂਗੁਏਜ ਦੀ ਖੂਬਸੂਰਤੀ ਇਹ ਵੇ ਕਿ ਲੈਂਗੁਏਜ ਜਿਹੜੀ ਸਾਡੀ ਡਿਊਟੀ ਹੈ ਨਾ ਕਿ ਸਾਡਾ ਹਰ ਇੱਕ ਅਸੀਂ ਆਪਣੀ ਇੱਕ ਲੈਂਗੁਏਜ ਦੇ ਅਮੀਨ ਵੀ ਹਾਂ ਇੱਕ ਇਨਸਾਨ ਹੋਣੇ ਦੇ ਹਸੀਅਤ ਨਾਲ ਔਰ ਇੱਕ ਸਬਜੈਕਟ ਜਾਂ ਐਕਸਪਰਟ ਦੇ ਹਵਾਲੇ ਨਾਲ ਮੈਂ ਗੱਲ ਨਹੀਂ ਕਰ ਰਹੀ ਹਾਂ ਬਟ ਇੱਕ ਇਨਸਾਨ ਹੋਣੇ ਦੇ ਨਾਲ ਵੀ ਗੱਲ ਕਰ ਰਹੀ ਹਾਂ ਕਿ ਇਹ ਸਾਡੇ ਉੱਤੇ ਆਉਣੇ ਵਾਲੀ ਨਸਲਾਂ ਦਾ ਕਰਜ਼ ਹੈ ਕਿ ਅਸੀਂ ਉਹਨਾਂ ਦਾ ਵਿਰਸਾ ਉਹਨਾਂ ਤੱਕ ਜ਼ਰੂਰ ਪਹੁੰਚਾਈਏ। ਠੀਕ ਅੱਛਾ ਡਾਕਟਰ ਸਾਹਿਬ ਬਸ਼ਰੀਆਤ ਦੇ ਹਵਾਲੇ ਨਾਲ ਜਿਹੜਾ ਕੁਝ ਸਵਾਲ ਮਜ਼ੀਦ ਸਾਡੇ ਕੋਲ ਨੇ ਵਕਤ ਦੇ ਗੁਜ਼ਰਨ ਨਾਲ ਸਾਡੇ ਦਿਮਾਗ ਦਾ ਸਾਈਜ਼ ਕਿਉਂ ਬਦਲਦਾ ਹੈ? ਬੇਸਿਕਲੀ ਇਹ ਤੁਹਾਡਾ ਜਿਹੜਾ ਸਬਜੈਕਟ ਹੈ ਇਹ ਬਾਇਓਲੋਜੀਕਲ ਸਾਈਡ ਨੂੰ ਜ਼ਿਆਦਾ ਕਨੈਕਟ ਕਰਦਾ ਹੈ ਸੋ ਦਿਮਾਗ ਦਾ ਸਾਈਜ਼ ਤੇ ਬਾਰੇ ਤੇ ਮੈਂ ਇਤਨੀ ਗੱਲ ਨਹੀਂ ਕਰਾਂਗਾ ਲੇਕਿਨ ਦਿਮਾਗ ਦੇ ਸੋਚਣੇ ਦੇ ਅੰਦਾਜ਼ ਜਿਹੜੇ ਉਸ ਦੇ ਅੰਦਰ ਜਿਹੜੀ ਇਨਟੈਂਜੀਬਲ ਚੀਜ਼ਾਂ ਨੇ फॉर एग्जाम्पल अगर कोई एक चीज़ मैं सोच रही हाँ या कर रही हाँ और इसके पीछे एक पूरी फिलोसफी इन्वॉल्व है अगर ग्रां दी गल करो किसी वेड़े दी गल करो तो एक आम गुफ्तगू नहीं है और दिमाग दे अंदर चलन वाला मैकेनिज्म है जिहड़े लोगां नूं सोशो पोलिटिकली भी कनैक्ट करता है जिहड़े उन्हां दे इंटरैक्शन दी गल करदा है जिहड़े उन्हां दे इंटरैक्शन विचों भी मीनिंग कढदा है
ਮਤਲਬ ਉਹ ਮੀਨਿੰਗ ਜਿਹੜੇ ਅਗਰ ਤੁਸੀਂ ਉਹਨੂੰ ਕਹੋ ਕਿ ਉਹਨਾਂ ਦੇ ਖਿਆਲਾਤ ਨੂੰ ਤੁਸੀਂ ਹੱਥ ਲਾ ਕੇ ਦੇਖ ਸਕਦੇ ਹੋ, ਉਹਨਾਂ ਦੇ ਦਿਮਾਗ ਨੂੰ ਇਹ ਸਾਡੀ ਫੀਲਡ ਨਹੀਂ, ਠੀਕ ਹੈ। ਅਗਰ ਉਹ ਕਰਨਗੇ ਤਾਂ ਬਾਇਓਲੋਜੀਕਲ ਵਾਲੇ ਕਰਨਗੇ ਜਾਂ ਹੋਰ ਕੋਈ ਕਰਨਗੇ, ਬਟ ਅਸੀਂ ਇਹ ਦੇਖਾਂਗੇ ਇੱਕ ਬੰਦਾ ਇੱਕ ਖਾਸ ਕਿਸਮ ਦਾ ਐਕਸ਼ਨ ਕਰ ਰਿਹਾ। ਫॉर ਐਗਜ਼ਾਮਪਲ ਅਗਰ ਕੋਈ ਸੁਸਾਈਡ ਕਰ ਰਿਹਾ ਹੈ, ਜਿਹੜਾ ਸਾਡੀ ਸੁਸਾਇਟੀ ਵੱਧਦਾ ਪ੍ਰੋਬਲਮ ਹੈ ਔਰ ਮੈਂਟਲ ਹੈਲਥ ਦਾ ਇਸ਼ੂ ਹੈ, ਅਸੀਂ ਦੇਖਾਂਗੇ ਕਿ ਕਲਚਰ ਉਸ ਦੇ ਮਾइंड ਨੂੰ किस तरह इफेक्ट कर रहा है, कल्चर क्या वजूहत और किस तरह साजगार माहौल प्रोवाइड करता है, फैमिली का क्या रोल है, एजुकेशन का क्या रोल है, क्या ऐसे इर्द गिर्द माहौल हैं ਜਿਹੜੇ ਉਸ ਦੇ ਦਿਮਾਗ ਦੇ ਉੱਤੇ ਇੱਕ ਜ਼ਰਬ ਲਾ ਰਹੇ ਨੇ ਔਰ ਉਸ ਦੇ ਦਿਮਾਗ ਨੂੰ ਕਿਸ ਤਰਫ ਲੈ ਕੇ ਜਾ ਰਹੇ ਨੇ। ਇਹ ਸਾਡੀ ਫੀਲਡ ਹੋ ਸਕਦੀ ਹੈ ਔਰ ਉਹਨੂੰ ਅਸੀਂ ਕੁਆਲਿਟੇਟਿਵਲੀ ਯਾਨੀ ਉਸ ਗਹਿਰਾਈ ਨੂੰ ਇੱਕ ਐਥਨੋਗ੍ਰਾਫਿਕ ਯਾਨੀ ਉਸ ਦੇ ਅੰਦਰ ਰਹਿੰਦੇ ਹੋਏ, ਉਸ ਸਟੱਡੀ ਦੇ ਅੰਦਰ ਰਹਿੰਦੇ ਹੋਏ ਉਸ ਪ੍ਰੋਬਲਮ ਨੂੰ ਸਟੱਡੀ ਕਰਾਂਗੇ। ਠੀਕ ਡਾਕਟਰ ਸਾਹਿਬ, ਐਂਥਰੋਪੋਲੋਜੀ ਦਾ ਜਿਹੜਾ ਸ਼ੁਭ ਹੈ ਇੰਨਾ ਆਮ ਨਹੀਂ ਹੈ। ਵੇਖਿਆ ਜਾਂਦਾ ਹੈ ਕਿ ਯੂਨੀਵਰਸਿਟੀਆਂ 'ਚ ਇਤਨਾ ਪੜ੍ਹਾਇਆ ਨਹੀਂ ਜਾਂਦਾ, ਤੇ ਤੁਸੀਂ ਇਹ ਵੀ ਡਿਟੇਲ ਨਾਲ ਦੱਸਣਾ ਹੈ ਤੇ ਨਾਲ ਤੁਸੀਂ ਦੱਸਣਾ ਹੈ ਕਿ ਫੀਲਡ ਵਿੱਚ ਬਤੌਰੇ ਮਾਹਿਰ ਬਸ਼ਰੀਆਤ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਹੁੰਦਾ ਹੈ। ਜੀ ਅੱਛਾ, ਪਹਿਲੇ ਸਵਾਲ ਦਾ ਪਹਿਲਾ ਪਾਰਟ ਜਿਹੜਾ ਹੈ ਤੁਹਾਡਾ ਉਹ ਹੈ ਕਿ ਇੱਕ ਕੰਮ ਪੜ੍ਹਾਇਆ ਜਾਂਦਾ ਹੈ। ਇਹਦੀ ਰੈਕਗਨੀਸ਼ਨ ਵਿਦ ਦ ਪੈਸੇਜ ਆਫ ਟਾਈਮ ਵੱਧ ਰਹੀ ਹੈ। CSS ਦੇ ਸਿਲੇਬਸ ਦਾ ਹਿੱਸਾ ਬਣ ਗਿਆ, ਬਹੁਤ ਸਾਰੇ ਕਾਲਜਿਸ ਵਿੱਚ ਆਫਰ ਹੋ ਰਿਹਾ, ਯੂਨੀਵਰਸਿਟੀ ਵਿੱਚ ਆਫਰ ਹੋ ਰਿਹਾ। ਹਾਂ, ਇਹਦਾ ਵੋਲੀਅਮ ਵਧਾਉਣ ਦੀ ਬਹੁਤ ਜ਼ਰੂਰਤ ਹੈ, ਬਿਕੋਜ਼ ਤੁਸੀਂ ਦੇਖੋ ਕਿ ਅਸੀਂ ਜਿੱਥੇ ਕਲਚਰ ਦੀ ਗੱਲ ਕਰ ਰਹੇ ਹਾਂ, ਲੋਕਾਂ ਦੀ ਗੱਲ ਕਰ ਰਹੇ ਹਾਂ, ਇਨਸਾਨਾਂ ਦੇ ਬਾਰੇ ਗੱਲ ਕਰ ਰਹੇ ਹਾਂ, ਤੇ ਇਹ ਸਬਜੈਕਟ ਜਿਹੜੇ ਨੇ ਨਾ ਉਹ ਜਿਤਨੀ ਰੈਕਗਨੀਸ਼ਨ ਇਹਨਾਂ ਦੀ ਦੁਨੀਆ ਭਰ 'ਚ ਕੰਪੈਰੀਟਿਵਲੀ ਪਾਕਿਸਤਾਨ ਵਿੱਚ ਕੰਮ ਹੈ। ਇਹਨੂੰ ਵਧਾਉਣ ਦੀ, ਇਹਨੂੰ ਇੰਕਰੀਜ਼, ਅਗਰ ਅਸੀਂ ਆਪਣੇ ਸੋਸ਼ਲ ਪ੍ਰੋਬਲਮਸ ਨੂੰ ਐਡਰੈਸ ਕਰਨਾ ਚਾਹੁੰਦੇ ਹਾਂ, ਅਸੀਂ ਆਪਣੇ ਕਲਚਰ ਨੂੰ ਬਚਾਉਣਾ ਚਾਹੁੰਦੇ ਹਾਂ, ਉਹਨੂੰ ਸਮਝਣਾ ਚਾਹੁੰਦੇ ਹਾਂ, ਉਹਨੂੰ ਡਾਕੂਮੈਂਟ ਕਰਨਾ ਚਾਹੁੰਦੇ ਹਾਂ, ਕਿਉਂਕਿ ਵਿਦ ਐਵਰੀ ਪੈਸਿੰਗ ਟਾਈਮ ਮਤਲਬ ਅਸੀਂ ਬਹੁਤ ਸਾਰਾ ਐਸੈਟ ਜਿਹੜਾ ਹੈ, ਕਲਚਰਲ ਟ੍ਰਾਈਅਰ ਜਿਹੜਾ ਹੈ ਉਹਨੂੰ ਖੋ ਰਹੇ ਹਾਂ। ਤੇ ਇਸ ਤਰ੍ਹਾਂ ਦੇ ਸਬਜੈਕਟ ਜਿਹੜੇ ਨਾ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਉਹਨਾਂ ਦੀ ਇੰਪੋਰਟੈਂਸ ਨੂੰ ਹਾਈਲਾਈਟ ਕਰਨਾ। ਤੇ ਦੂਜੀ ਗੱਲ ਇਹ ਕਿ ਐਂਥਰੋਪੋਲੋਜੀ ਫੀਲਡ ਵਿੱਚ ਕਿਸ ਤਰ੍ਹਾਂ ਦਾ ਕੰਮ ਹੁੰਦਾ ਹੈ। ਤੇ ਸਭ ਤੋਂ ਪਹਿਲੇ ਤੇ ਐਂਥਰੋਪੋਲੋਜੀ ਐਜ਼ ਅ ਸਬਜੈਕਟ ਉਹਦੀ ਸਬਜੈਕਟ ਟ੍ਰੇਨਿੰਗ ਹੁੰਦੀ ਹੈ ਜਿਹੜੀ ਕਾਲਜਿਸ ਯੂਨੀਵਰਸਿਟੀਜ਼ ਇਹ ਪ੍ਰੋਵਾਈਡ ਕਰਦੀਆਂ ਨੇ। ਤੇ ਫਿਰ ਇਸ ਵਿੱਚ ਕਿਉਂਕਿ ਇਹਦੀ ਨੇਚਰ ਆਫ ਇਨਕੁਆਇਰੀ ਜਿਹੜੀ ਹੈ ਨਾ ਉਹ ਕੁਆਲਿਟੇਟਿਵ ਹੈ। ਕੁਆਲਿਟੇਟਿਵ ਦਾ ਕੀ ਮਤਲਬ ਹੈ, ਮੈਂ ਸਾਦੇ ਅਲਫਾਜ਼ ਹੀ ਤੁਹਾਨੂੰ ਦੱਸਾਂ ਕਿ ਅਗਰ ਮੇਰੇ ਸਾਹਮਣੇ ਇੱਕ ਪਲੇਟ ਜਿਸ ਤਰ੍ਹਾਂ ਬਿਸਕਿਟ ਰੱਖੇ ਨੇ ਇਹਦੇ ਵਿੱਚ, ਤੇ ਮੈਂ ਇੱਕ ਚੀਜ਼ ਹੈ ਕਿ ਮੈਂ ਇਹਨੂੰ ਕਾਊਂਟ ਕਰ ਲਿਆ ਕਿ ਕਿਤਨੇ ਬਿਸਕਿਟ ਰੱਖੇ। ਅਨਦਰ ਥਿੰਗ ਇਸ ਕਿ ਮੈਂ ਦੇਖਾਂ ਕਿ ਇਹ ਬਿਸਕਿਟ ਦੀ ਕੁਆਲਿਟੀ क्या है, क्यों है ये एक अगे क्यों रखे, ये पीछे रखन का क्या मतलब है, उस पीछे का क्या मतलब है। मतलब इसके इर्द गिर्द जेडे ताने बाने बुने जेडी इसकी खूबियां नु खामियां नु इसकी वीकनेसेस और हर चीज़ नु आपस में इंटरैक्ट करके और इंटरलिंक करके मैनू एक होलिस्टिक पिक्चर देंदे हैं कि इसका मतलब क्या हो सकता है, जिन्हों मैं क्वालिटी दे नाल कंपेयर करते हुए मजीद अंडरस्टैंडिंग कर सकती हैं। तो वो फील्ड विच जान दा एक तजर्बा है जिस दे विच असी ज़्यादा जिहड़ी अप्रोचेस यूज़ करते हैं वो पार्टिसिपेंट ऑब्जर्वेशन है कि यानी ਤੁਸੀਂ ਫੀਲਡ ਦੇ ਵਿੱਚ ਗਏ ਹੋ, ਉੱਥਾ ਤੁਸੀਂ ਰਹਿਣਾ ਹੈ, ਫਿਰ ਲੋਕਾਂ ਦੇ ਮਾਮਲਾਤ ਨੂੰ ਸਟੱਡੀ ਕਰਨਾ ਇੱਕ ਆਮ ਇਨਸਾਨ ਦੀ ਤਰ੍ਹਾਂ, ਉਹਨਾਂ ਦੇ ਆਮ ਰੋਜ਼ਮਰਾ ਜ਼ਿੰਦਗੀ। ਆਫ ਕੋਰਸ ਤੁਹਾਡੀ ਟ੍ਰੇਨਿੰਗ ਔਰ ਤੁਹਾਡੇ ਥਿਓਰੀਟੀਕਲ ਐਂਡ ਕਨਸੈਪਚੁਅਲ ਓਰੀਐਂਟੇਸ਼ਨ ਤੁਹਾਡੇ ਮਾਈਂਡ ਦੇ ਵਿੱਚ ਹੁੰਦੀ ਹੈ ਔਰ ਟੂਲਸ ਵੀ ਹੁੰਦੇ ਨੇ, ਲੇਕਿਨ ਤੁਸੀਂ ਇੱਕ ਕਾਮਨ ਬੰਦੇ ਦੀ ਤਰ੍ਹਾਂ ਉਹਨਾਂ ਦੀ ਲਾਈਫ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ, ਉਸ ਸੋਸ਼ਲ ਪ੍ਰੋਬਲਮ ਨੂੰ ਸਟੱਡੀ ਕਰੋਗੇ ਜਿਹੜੇ ਉਹਨਾਂ ਦੀ ਪੂਰੀ ਫੈਬਰਿਕੇਟਡ ਲਾਈਫ ਦੇ ਵਿੱਚੋਂ ਉਹ ਐਸਪੈਕਟ ਚੁਣੋਗੇ ਜਿਸ ਦੇ ਉੱਤੇ ਤੁਸੀਂ ਸਟੱਡੀ ਕਰ ਰਹੇ ਹੋ। ਡੈਫੀਨੇਟਲੀ इट्स वेरी टाइम टेकिंग और कम्बरसम काम है, बट ऑफ कोर्स विद ट्रेनिंग इट्स पॉसिबल पार्टिसिपेंट ऑब्जर्वेशन के साथ। और नाले असी होर टेक्निक्स भी यूज़ करते हुए हैं और कोशिश करते हैं कि उन्होंने को असी इन डेप्थ इंटरव्यूज़ करिए, उन्होंने को क्वालिटेटिव डाटा जोड़ा उन्होंने दिमाग दे विच क्या चीज़ है उस प्रॉब्लम दे बैकग्राउंड कि वो अगर किसी जगह एजुकेशन कम है, गर्ल्स एजुकेशन नहीं प्रमोट हो रही है, तो कल्चर क्या ऐसे अवामिल मौजूद ने ਜਿਹੜੀ ਉਸ ਦਾ ਸਬਬ ਬਣ ਰਹੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੇਰੀ PhD ਦੀ ਸਟੱਡੀ ਵਿੱਚ ਕਲਚਰ ਕਿਸ ਤਰ੍ਹਾਂ ਇਨਫਲੂਐਂਸ ਕਰ ਰਿਹਾ ਹੈ ਖਵਾਤੀਨ ਜਾਂ ਬੱਚਿਆਂ ਦੀ ਸਟੱਡੀ ਨੂੰ ਸਾਊਥ ਪੰਜਾਬ ਦੇ ਵਿੱਚ, ਕਿਉਂਕਿ ਦਿਸ ਇਜ਼ ਵਨ ਆਫ ਦ ਲੋਐਸਟ ਪਰਫਾਰਮਿੰਗ ਡਿਸਟ੍ਰਿਕਟਸ ਇਨ ਪਾਕਿਸਤਾਨ। ਤੇ ਅਗਰ ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਉਹ ਕੀ ਵਜ੍ਹਾ ਹੈ। ਤਾਂ ਅਗਰ ਤੁਸੀਂ ਮੈਨੂੰ ਅਲਾਓ ਕਰੋਗੇ ਤਾਂ ਉਸ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗੀ ਕਿ ਬਾਸ ਕਮਿਊਨਿਟੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀ ਕਮਿਊਨਿਟੀ ਦਾ ਲਫ਼ਜ਼ ਹੈ ਜਿਹੜੇ ਇੱਕ ਜਗ੍ਹਾ ਨੂੰ ਬਿਲੋਂਗ ਕਰਨਾ ਹੈ, ਜਿਨ੍ਹਾਂ ਦੀ ਕੋਈ ਕੰਬਾਈਨ ਜਿਹੜੀ ਹੈ ਆਈਡੈਂਟੀਟੀ ਹੁੰਦੀ ਹੈ, ਸ਼ੇਅਰਡ ਉਹਨਾਂ ਦਾ ਵਿਜ਼ਨ ਹੁੰਦਾ ਹੈ, ਕੋਈ ਫੋਕਸ ਹੁੰਦਾ ਹੈ, ਉਹ ਕੀ ਕਰਨਾ ਚਾਹੁੰਦੇ ਹੋ, ਕਮਿਊਨਿਟੀ ਉਸ ਦੀ ਬੇਸਿਸ ਦੇ ਉੱਤੇ ਬਣਦੀ ਹੈ। ਉਹ ਕਮਿਊਨਿਟੀ ਕੀ ਸੋਚ ਰਹੀ ਹੈ ਉਹ ਐਸਪੈਕਟ ਦੇਖਣਾ ਜ਼ਰੂਰੀ ਹੈ। ਤੇ ਮੈਂ ਉਸ ਦੇ ਬਾਰੇ 3 ਮੁxtਲਿਫ ਕਮਿਊਨਿਟੀਜ਼ ਸਿਲੈਕਟ ਕੀਤੀਆਂ ਸੀ ਕਿ ਉਹਦੇ ਵਿੱਚ ਬੱਚਿਆਂ ਦੇ ਸਕੂਲ ਜਾਣ ਦਾ ਰੁਝਾਨ ਕਿਆ, ਬੱਚਿਆਂ ਦਾ ਕੰਪੈਰੀਜ਼ਨ।
ਤੇ ਮੈਂ ਦੇਖਿਆ ਕਿ ਦੋ ਜਿਹੜੀਆਂ ਲੋਕੇਲਸ ਸਨ ਉਹਨਾਂ ਦੇ ਵਿੱਚ ਬੜੀ ਲੋ ਫਿਗਰਸ ਆ ਰਹੀਆਂ ਸਨ, ਜਦਕਿ ਉਹਨਾਂ ਦੇ ਪੈਰਲਲ ਇੱਕ ਨਾਲ ਹੀ ਗ੍ਰਾਂ ਸੀ, ਉਹਦੇ ਵਿੱਚ ਬੜੀ ਸਟ੍ਰਾਈਕਿੰਗਲੀ 100% ਲਿਟਰੇਸੀ ਰੇਟ। ਸੋ ਆਈ ਵਾਸ ਵੈਰੀ ਸਰਪ੍ਰਾਈਜ਼ਡ ਕਿ ਵਾਟ ਇਜ਼ ਦ ਰੀਜ਼ਨ ਬਿਹਾਈਂਡ ਕਿ ਕੀ ਆ ਵਜ੍ਹਾ ਹੋ ਸਕਦੀ ਹੈ, ਇੱਕ ਕਲਚਰ ਇੱਕ ਜਗ੍ਹਾ ਤੇ ਆਪਨ ਅਪਸਾਈਡ ਡਾਊਨ ਪਿਕਚਰ ਹੈ ਦੋਏ, ਮਤਲਬ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਇਸ ਚੀਜ਼ ਨੇ ਮੈਨੂੰ ਬੜਾ ਸਟ੍ਰਾਈਕ ਕੀਤਾ ਕਿ ਕਿਸ ਤਰ੍ਹਾਂ ਦਾ ਹੈ। ਤੇ ਉਥੇ ਉਹ ਬਸਤੀ ਇੱਕ ਸੀ, ਛੋਟੀ ਜੀ ਬਸਤੀ ਹੈ, ਉਸ ਬਸਤੀ ਦਾ ਨਾਂ ਹੈ ਰਸੂਲਪੁਰ। ਰਸੂਲਪੁਰ ਦੇ ਵਿੱਚ ਅਸੀਂ ਇਹ ਦੇਖਿਆ ਕਿ ਉਹ ਕਮਿਊਨਿਟੀ ਇਤਨੀ ਜ਼ਿਆਦਾ ਸੈਂਸਿਟਾਈਜ਼ ਹੈ। ਅਕਸਰ ਮੈਂ ਉਹਨੂੰ ਮੈਂਸ਼ਨ ਕਰਦੀ ਹਾਂ ਕਿ ਕਮਿਊਨਿਟੀ ਨੇ ਫੈਸਲਾ ਕੀਤਾ ਆਪਣੇ ਤੌਰ ਤੇ। ਦੇਖੋ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀ ਤੁਹਾਨੂੰ ਕਸਟਮਾਈਜ਼ ਕਰਕੇ ਕੋਈ ਵੀ ਨਾ ਗਵਰਨਮੈਂਟ ਦੇ ਸਕਦੀ ਹੈ, ਨਾ ਐਨਜੀਓ ਦੇ ਸਕਦੀ ਹੈ, ਨਾ ਕੋਈ ਹੋਰ। ਲੇਕਿਨ ਜਦੋਂ ਕਮਿਊਨਿਟੀ ਸੈਂਸਿਟਾਈਜ਼ ਹੁੰਦੀ ਹੈ ਤਾਂ ਉਹ ਸਸਟੇਨੇਬਿਲਿਟੀ ਦੀ ਗੱਲ ਕਰਦੀ ਹੈ। ਉਹ ਚਾਹੁੰਦੀ ਹੈ ਕਿ ਸਾਡਾ ਵਿਜ਼ਨ, ਸਾਡਾ ਮਿਸ਼ਨ, ਸਾਡਾ ਪਰਪਸ ਲਾਈਫ ਗੁਜ਼ਾਰਨੇ ਦਾ ਕੀ ਹੈ। ਉਹਨਾਂ ਵਾਸਤੇ ਇਹ ਜਾਣਨਾ ਜ਼ਰੂਰੀ ਹੈ, ਚਾਹੇ ਉਹ ਇੰਡੀਵਿਜੂਅਲ ਨੇ, ਚਾਹੇ ਉਹ ਕਮਿਊਨਿਟੀ ਨੇ, ਚਾਹੇ ਉਹ ਕਿਸ ਹੈਸੀਅਤ ਦੇ ਵਿੱਚ। ਤੇ ਉਹਨਾਂ ਲੋਕਾਂ ਫੈਸਲਾ ਕੀਤਾ ਕਿ ਸਾਡੇ ਗ੍ਰਾਂ ਦਾ ਹਰ ਬੰਦਾ, ਹਰ ਬੱਚੀ ਔਰ ਹਰ ਬੱਚਾ ਪੜ੍ਹੇਗਾ। ਇਹ ਉਹਨਾਂ ਦਾ ਜ਼ਾਤੀ ਫੈਸਲਾ ਸੀ, ਠੀਕ ਹੈ। ਜਿਹੜੇ ਕਮਿਊਨਿਟੀ ਦੇ ਲੋਕ ਸਨ, ਸ਼ੁਰੂ ਦੇ 2-4 ਟੀਚਰਸ ਸਨ ਜਾਂ ਫੈਮਿਲੀ ਸਨ, ਉਹਨਾਂ ਇੱਕ ਸਕੂਲ ਔਰ ਇੱਕ ਛੋਟਾ ਜਿਹਾ ਸੈਂਟਰ ਬਣਾਇਆ। ਉਸ ਦੇ ਵਿੱਚ ਉਹ ਬੜਦਾ ਉਹਨਾਂ ਆਪਣੀ ਕਮਿਊਨਿਟੀ ਨੂੰ ਇਨਵੋਲਵ ਕੀਤਾ ਔਰ ਹੁਣ ਇਹ ਲੈਵਲ ਹੈ ਕਿ ਗ੍ਰਾਂ ਦਾ ਹਰ ਬੰਦਾ, ਹਰ ਘਰਾਨਾ ਪਾਰਟਿਸਿਪੇਟ ਕਰਦਾ ਹੈ, ਥੋੜੇ ਪੈਸੇ ਦਿੰਦਾ ਹੈ। ਉਹਨੂੰ ਉਹ ਕੰਬਾਈਨ ਕਰਕੇ ਆਪਣੇ ਹੀ ਗ੍ਰਾਂ ਦੇ ਮੁxtਲਿਫ ਚੀਜ਼ਾਂ ਦੇਖਦੇ ਹਨ ਕਿ ਕਿਹੜੇ ਬੰਦੇ ਨੂੰ ਕਿਹੜੀ ਜ਼ਰੂਰਤ ਹੈ, ਮਤਲਬ ਸੋਸ਼ਲ ਐਸਪੈਕਟ ਵਿੱਚ, ਇਕਨੋਮਿਕ ਵਿੱਚ, ਹੈਲਥ ਵਿੱਚ, ਕੋਈ ਕਿਸੇ ਵੀ ਫੀਲਡ ਦਾ ਤੁਸੀਂ ਨਾਂ ਲੈ ਲਓ ਕਿ ਉਹਨਾਂ ਦੀ ਜ਼ਰੂਰੀਅਤ ਨੂੰ ਆਪੇ ਸੈੱਟ ਕਰਦੇ ਨੇ ਕਿ ਸਾਨੂੰ ਸੜਕ ਚਾਹੀਦੀ ਹੈ, ਸਾਨੂੰ ਸਕੂਲ ਚਾਹੀਦਾ ਹੈ, ਸਾਨੂੰ ਡਿਸਪੈਂਸਰੀ ਚਾਹੀਦੀ ਹੈ। ਔਰ ਉਹ ਤੁਸੀਂ ਗ੍ਰਾਂ ਜਾ ਕੇ ਦੇਖੋ ਤੇ ਤੁਸੀਂ ਦੇਖੋਗੇ ਕਿ ਅਗਰ ਇੱਕ ਸੜਕ ਤੇ ਬੈਠਾ हुआ ਛਾਬੇ ਵਾਲਾ ਵੀ ਹੈ, ਉਹ ਵੀ ਗ੍ਰੈਜੂਏਟ ਹੈ। ਵਾਹ। ਉਹਨੇ ਆਪਣੀ ਜ਼ਿੰਦਗੀ ਨੂੰ ਮਹਿਰੂਮੀ ਨਹੀਂ ਬਣਾਇਆ, ਉਹਨੇ ਆਪਣੀ ਜ਼ਿੰਦਗੀ ਨੂੰ ਐਸੈਟ ਬਣਾਇਆ। ਤੇ ਇੱਥੇ ਮੈਂ ਗੱਲ ਕਰਾਂਗੀ ਸੋਸ਼ਲ ਕੈਪੀਟਲ ਦੀ। ਤੇ ਉਹ ਕਮਿਊਨਿਟੀ ਆਪਣੇ ਲੋਕਾਂ ਵਾਸਤੇ ਇੱਕ ਐਸਾ ਸੋਸ਼ਲ ਕੈਪੀਟਲ ਬਣ ਗਈ ਜਿੱਥੇ ਉਹਨਾਂ ਦੇ ਪ੍ਰੋਬਲਮ ਆਪਣੇ ਆਪ ਹੱਲ ਹੋ ਰਹੇ ਨੇ, ਉਹ ਕਮਿਊਨਿਟੀ ਖੁਦ ਹੱਲ ਕਰ ਰਹੀ। ਉੱਥੇ ਦਾ ਪ੍ਰੋਫੈਸਰ ਆਪਣੀ ਸੜਕ ਨੂੰ ਆਪੇ ਝਾੜੂ ਲਾ ਰਿਹਾ। ਵਾਹ ਵਾਹ ਵਾਹ। और प्रोफेसर को जदों पूछो कि तुसी प्रोफेसर हो, झाड़ू क्यों ला रहे हो, उन्हें कहा प्रोफेसर मैं ड्यूटी टाइम के दौरान ये मेरी जगह है, मेरी आइडेंटिटी है, मैं बिलोंग करता, मैं लासा ते मेरे पीछे बाकी लोग भी लासन। लिटरली आई हैव सीन दिस। और फिर उन्हें अपने जेडे गलियां मोहल्ले उन्हां दे नां इस तरह दे रखे जिसे ऑक्सफोर्ड स्ट्रीट, कोई ग्रां दा पिंड शिंड पुर शोर कोई नहीं। मतलब उन्हें अपने विजन ਨੂੰ एकदम ਕੀਤਾ ਉੱਤੇ और उन्होंने दस्या कि तरक्की ਦਾ मीनिंग क्या है। अच्छा फिर वो क्या करते हैं कि एक कम्यूनिटी बेस मुख्तलिफ चीज़ां करते हैं। ये मैनू थोड़ी मेरी गलबात लंबी होगी बट इंपॉर्टेंट है कि उन्हें अपने ग्रां दे विच एक लाइब्रेरी बनाई जी। और उस लाइब्रेरी दे विच वो कम्यूनिटी दे लोग बुक्स पढ़ते हैं। ग्रां दे विच एक 5 किलोमीटर सड़क आ रही है और सीधी लाइब्रेरी ਨੂੰ ਲੀਡ ਕਰ ਰਹੀ ਹੈ और एक ਰਿਮੋਟ ਗ੍ਰਾਂ ਹੈ ਤੇ ਉੱਥੇ ਉਹ ਇੱਕ ਉਹਨਾਂ ਕੋਲ ਕਮਿਊਨਿਟੀ ਹਾਲ ਹੈ ਜਿੱਥੇ ਉਹ ਆਪਣੇ ਬੱਚਿਆਂ ਨੂੰ ਪਰਫਾਰਮ ਕਰਾਉਂਦੇ ਨੇ और एक गेस्ट ਇਨਵਾਈਟਡ ਸਪੀਕਰ ਬੁਲਾਉਂਦੇ ਨੇ। ਉਸ ਦੇ ਸਾਹਮਣੇ ਉਹ ਬੱਚੇ ਪਰਫਾਰਮ ਕਰਦੇ ਨੇ और ਸਾਰੀ ਅਨਾਉਂਸਮੈਂਟ ਸਪੀਕਰ ਤੇ ਜਾ ਰਹੀ ਹੈ, ਲੋਕ ਵੀ ਸੁਣ ਰਹੇ ਨੇ और ਔਰਤਾਂ ਵੀ ਸੁਣ ਰਹੀਆਂ ਨੇ ਕਿ ਹੋ ਕੀ ਰਿਹਾ। ਸਹੀ ਸੋਚੋ ਤੁਸੀਂ ਉਹਨਾਂ ਦੇ ਅਵੇਅਰਨੈਸ ਲੈਵਲ, ਕਮਿਊਨਿਟੀ ਸੈਂਸਿਟਾਈਜ਼ ਹੈ ਜੀ। ਤਾਂ ਦੇਖੋ ਚੇਂਜ ਕਿੱਥੋਂ ਆਉਂਦੀ ਹੈ। ਜਦੋਂ ਅਸੀਂ ਚੇਂਜ ਦੇ ਬਾਰੇ ਗੱਲ ਕਰ ਰਹੇ ਨਾ, ਅਸੀਂ ਕਹਿ ਰਹੇ ਹਾਂ ਕਿ ਅਸੀਂ ਇੱਕ ਚੀਜ਼ ਨੂੰ ਬਚਾਣਾ ਹੈ। ਹਰ ਘਰ ਦਾ ਹਰ ਬੰਦਾ ਸਰਾਇਕੀ ਬੋਲਦਾ ਹੈ, ਪੰਜਾਬੀ ਬੋਲਦਾ ਹੈ, ਠੀਕ ਹੈ। ਉਹਨਾਂ ਸੋਚਿਆ ਨਾ ਕਿ ਸਾਡੇ ਵਾਸਤੇ ਇਹ ਜ਼ੁਬਾਨ ਇੰਪੋਰਟੈਂਟ ਹੈ, ਉਹ ਉਹਨੂੰ ਬਚਾ ਰਹੇ ਨੇ, ਉਸ ਦੇ ਵਿੱਚ PhDs ਕਰ ਰਹੇ ਨੇ ਤੇ ਨੰਬਰ ਆਫ PhDs ਉੱਥੇ ਬਹੁਤ ਜ਼ਿਆਦਾ ਨੇ। ਹਰ ਫੀਲਡ ਦੇ ਵਿੱਚ ਹਰ ਬੰਦਾ ਤੁਹਾਨੂੰ ਉੱਥੇ ਮਿਲ ਜਾਏਗਾ। ਕ੍ਰਾਈਮ ਰੇਟ 0 ਹੈ ਜੀ। और उन्होंने डेवलपमेंट का लेवल ये कि मतलब साल के एंड च डिसाइड करते हैं कि असी कम्यूनल पिकनिक करनी है, यानी पूरी बरादरी मिल के असी पिकनिक ते नहर ते उत्ते जा रहे हैं। अंब की पेटी खरीदने, अंब ले नहर दे विच सुट्टे ते उत्थे ही खांदे गए ते अपने प्रॉब्लम्स डिस्कस कीते। ते कम्यूनिटी वास्ते ये जरूरी है कि उन्होंने कोल इस तरह का प्लेटफॉर्म होवे जिथे वो अपनी गल ते कर सकें, सिविक डायलॉग कर सकें, उत्थे अपने सोल्यूशन दस सकें। किस तरह एक जदों टीचर उस प्लेटफॉर्म ते मौजूद है जिथे उसदा पेरेंट भी मौजूद है, जिथे स्टूडेंट भी मौजूद है, तो किस तरह हो सकता है कि उस प्रॉब्लम ਦਾ ਐਡਰੈਸ ਨਾ ਹੋਵੇ। ਡਾਕਟਰ ਸਾਹਿਬ ਤੁਹਾਡੀ ਮੁਸਬਤ ਗੱਲਾਂ ਨਾਲ ਸਾਨੂੰ ਵੀ ਬੜੀ ਤਹਿਰੀਕ ਮਿਲ ਰਹੀ ਹੈ ਤੇ ਸਾਡੇ ਸੁਣਨ ਵਾਲਿਆਂ ਨੂੰ ਵੀ ਬੜੀ ਤਹਿਰੀਕ ਮਿਲ ਰਹੀ ਹੈ ਕਿ ਅਸੀਂ ਵੀ ਜਿਹੜਾ ਉਹ ਅੱਛਾਈ ਵੱਲ ਔਰ ਚੰਗਿਆਈ ਵੱਲ ਮੁੜੀਏ। ਤੇ ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ, ਮਾਹਿਰ ਬਸ਼ਰੀਆਤ ਨੇ ਤੇ ਅਸੀਂ ਬਸ਼ਰੀਆਤ ਦੇ ਸ਼ੋਬੇ ਤੇ ਵੀ ਗੱਲ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਹੁਣ ਗੀਤ ਸੁਣਾਂਗੇ, ਫਿਰ ਪਰਤ ਕੇ ਆਵਾਂਗੇ ਵਾਪਸ ਤੇ ਡਾਕਟਰ ਸਾਹਿਬ ਕੋਲ ਪੁੱਛਾਂਗੇ ਕਿ ਬਸ਼ਰੀਆਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਇਲਮੀ ਤੇ ਤਹਿਲੀਕੀ ਕੰਮ ਜਾਂ ਸਰਗਰਮੀਆਂ ਵਿੱਚ ਇਹ ਕਰਦੇ ਨੇ ਤੇ ਇਹਦੇ ਨਾਲ ਅਸੀਂ ਜਿਹੜਾ ਉਹ ਵੀ ਬਹੁਤ ਸਾਰੇ ਲੋਕ ਸਾਨੂੰ ਮੈਸੇਜ ਕਰ ਰਹੇ ਨੇ, ਉਹ ਸਵਾਲ ਵੀ ਇਹਨਾਂ ਕੋਲ ਪੁੱਛਾਂਗੇ। ਹੁਣ ਸੁਣਨੇ ਆ ਰਾਖਤ ਬਾਨੋ ਮੁਲਤਾਨੀ ਕਰ ਹੋਰਾਂ ਦੀ ਆਵਾਜ਼ ਵਿੱਚ ਖੜੀ ਦਿੰਦੇ ਹਾਂ ਸੁਨੇਰੇ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਬੋਲੀ ਪਿਆਰ ਦੀ ਸਿੱਖਦੇ ਆਂ, ਬੋਲੀ ਪਿਆਰ ਦੀ ਸਿੱਖਦੇ ਆਂ ਤੇ ਜਦੋਂ ਹੱਥ ਕਲਮ ਆਵੇ
ਨਾਂ ਤੇਰਾ ਹੀ ਲਿਖਦੇ ਹਾਂ। FM ਪੰਜਾਬ ਰੰਗ 99.4 ਤੋਂ ਮੈਂ ਨਾਸਿਰ ਅਹਿਮਦ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਐਂਥਰੋਪੋਲੋਜੀ ਦੇ ਬਾਰੇ, ਬਸ਼ਰੀਆਤ ਦੇ ਬਾਰੇ। ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ, ਅਸਿਸਟੈਂਟ ਪ੍ਰੋਫੈਸਰ ਨੇ ਐਰਿਡ ਯੂਨੀਵਰਸਿਟੀ ਦੇ ਸ਼ੋਭਾ ਐਂਥਰੋਪੋਲੋਜੀ ਵਿੱਚ। ਤੇ ਡਾਕਟਰ ਸਾਹਿਬਾ, ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਬਹੁਤ ਸਾਰੇ ਲੋਕ ਸਾਨੂੰ ਮੈਸੇਜ ਕਰ ਰਹੇ ਨੇ। ਅਲੀ ਮੁਗਲ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਜਿਹੜੇ ਪਿੰਡਾਂ ਤੋਂ ਬਿਲੋਂਗ ਕਰਦੇ ਨੇ ਤੇ ਇੱਥੇ ਆ ਕੇ ਜਿਹੜਾ ਨਾ ਉਹ ਬੜਾ ਸ਼ਰਮ ਮਹਿਸੂਸ ਕਰਦੇ ਨੇ ਆਪਣੀ ਮਾਂ ਬੋਲੀ 'ਚ ਗੱਲ ਕਰਨ ਤੋਂ ਨਾ। ਤੇ ਇਹਦੇ ਨਾਲ ਜਿਹੜਾ ਨਾ ਪੰਜਾਬੀ ਬੋਲਣ ਦੀ ਸ਼ਰ੍ਹਾਂ ਅੱਜ ਕੱਲ੍ਹ ਵੈਸੇ ਵੀ ਘਟ ਰਹੀ ਹੈ। ਤੇ ਤੁਸੀਂ ਕੀ ਸਮਝਦੇ ਹੋ ਜੀ, ਕੀ ਵਜੂਹਾਤ ਨੇ? जी, बहुत खूबसूरत सवाल है। सबसे पहले मैं इन्हों का शुक्रिया अदा करूँगी, इतना अच्छा सवाल पूछे ना। बेसिकली देखो जी, जैसे लिंग्विस्ट कहते हैं कि अगर तुसी लैंग्वेज किसी बच्चे नू अपनी जुबान जिहड़ी अच्छी तरीके से आंदी है तो उसका डायरैक्ट इफैक्ट उसकी परसनैलिटी ते उत्ते, तो उनकी शख्सियत, उसकी शनाख्त, उसकी हर चीज़ जिहड़ी है वो लैंग्वेज नाल जुड़ी हुई है। तो लैंग्वेज की इंपॉर्टेंस नू असीं किसी तौर पर इग्नोर नहीं कर सकते, चाहे एंथ्रोपोलॉजी स्टडी करो, साइकोलॉजी करो, जिहड़ा भी सबजैक्ट है, तो वो कोगनीशन के उत्ते उसका भी डायरैक्ट इफैक्ट है। ਤੇ ਵਜ੍ਹਾ ਇਸ ਦੀ ਇਹ ਹੋ ਸਕਦੀ ਹੈ ਕਿ ਦੇਖੋ ਅਸੀਂ ਅੱਜ ਦੀ ਦੁਨੀਆ ਦੀ ਇਨਫੋਰਮੇਸ਼ਨ ਏਜ ਵਿੱਚ ਅਸੀਂ ਬਹੁਤ ਸਾਰੇ ਹਿੱਸਿਆਂ 'ਚ ਬਟੇ ਹੋਏ ਹਾਂ। ਸਾਨੂੰ ਇਹ ਪਤਾ ਨਹੀਂ ਕਿ ਅਸੀਂ ਕਿਹੜੀ ਚੀਜ਼ ਨੂੰ ਬਿਲੋਂਗ ਕਰਦੇ ਹਾਂ, ਔਰ ਇੱਕ ਗਲੋਬਲਾਈਜੇਸ਼ਨ ਦੇ ਨਾਂ ਦੇ ਨਾਲ ਜਿਹੜੀ ਇਹ ਖੇਡ ਚਲੀ ਜਾ ਰਹੀ ਹੈ, ਔਰ ਇੱਕ ਗਲੋਬਲ ਵਿਲੇਜ ਦੁਨੀਆ ਨੂੰ ਆਖਿਆ ਜਾ ਰਿਹਾ, ਉਸ ਦਾ ਇੱਕ ਪੋਜ਼ਿਟਿਵ ਇਫੈਕਟ ਤੇ ਇੱਕ ਸਾਈਡ ਤੇ ਬਿਗ ਐਂਥਰੋਪੋਲੋਜਿਸਟ ਮੈਂ ਉਹਦੇ डाउन साइड के उत्ते थोड़ी जी गल करना चाहूँगी कि उसकी वजह नाल फॉर एग्जाम्पल अगर एक लैंग्वेज इंग्लिश नू एक बहुत ज़्यादा अहमियत मिलती है, मैं वो खिलाफ नहीं गल कर रही हूँ, बट मैं देख रही हूँ कि उसका इंपैक्ट क्या है कि लोग जोड़े ज़्यादा इंग्लिश नू प्रेफर करेंगे ईवन उर्दू के उत्ते। बाद मैं लेटर ऑन पंजाबी ते लोकल लैंग्वेजेस से आवांगी कि उन्होंने कितना खतरा है। ਤੁਸੀਂ ਦੇਖੋ ਕਿ ਜਦੋਂ ਮੈਂ ਆਪਣੇ ਆਪ ਨੂੰ ਇੱਕ ਗਲੋਬਲ ਸਿਟੀਜ਼ਨ ਸਮਝਦੀ ਹਾਂ, ਗਲੋਬਲ ਵਿਲੇਜ ਦੇ ਵਿੱਚ ਕੰਪੀਟ ਕਰ ਰਹੀ ਹਾਂ, ਮੈਂ ਆਪਣੀ ਐਜੂਕੇਸ਼ਨ ਦੇ ਬਾਰੇ 'ਚ ਅੱਜ ਸੋਚ ਰਹੀ ਹਾਂ ਕਿ ਮੈਂ ਬਾਹਰੋਂ ਕਿਸ ਤਰ੍ਹਾਂ ਕਰਾਂ, ਮੈਂ ਇੱਕ ਜਨਰਲ ਗੱਲ ਕਰ ਰਹੀ ਹਾਂ, ਮੈਂ ਆਪਣੇ ਰੋਜ਼ਗਾਰ ਦੇ ਬਾਰੇ 'ਚ ਇੱਕ ਇੰਟਰਨੈਸ਼ਨਲ ਕਮਿਊਨਿਟੀ ਨੂੰ ਬਿਲੋਂਗ ਕਰਦੀ ਹਾਂ, ਤੇ ਮੈਂ ਸੋਚਦੀ ਹਾਂ ਕਿ ਮੈਂ ਆਪਣੀ ਐਕਸਪਰਟਿਜ਼ ਨੂੰ ਔਰ ਆਪਣੇ ਲੈਂਗੁਏਜ ਨੂੰ ਔਰ ਆਪਣੀ ਸਾਰੀ ਚੀਜ਼ਾਂ ਨੂੰ ਔਰ ਆਪਣੇ ਬੱਚਿਆਂ ਦੀ ਤਰਬੀਅਤ ਨੂੰ ਕਿਉਂ ਨਾ ਉਸ ਨੂੰ ਮੱਦੇਨਜ਼ਰ ਰੱਖ ਕੇ ਕਰਾਂ ਜਿਹੜੇ ਅੱਜ ਦੇ ਦੌਰ ਦੀ ਜ਼ਰੂਰਤ ਹੈ। ਉਹ ਕਿਸੇ ਹੱਦ ਤੱਕ ਉਹ ਚੀਜ਼ ਠੀਕ ਹੈ, ਬਟ ਗੱਲ ਇਹ ਹੈ ਕਿ ਜਿਹੜੇ ਮੇਰੀ ਸਕਾਫਤ जिस तरह मैं पहले गल की है कि मैं उसकी अमीन भी हाँ, तो वो चीज़ जी है मैं कितने ना कितने उत्थे उन्होंने भी जिंदा रखना है। तो लैंग्वेज का ये कि लैंग्वेज जी है दूसरी लैंग्वेज के उत्ते उसकी पावर इतनी ज़्यादा है कि वो दूसरी लैंग्वेज को अपने अंदर एब्जॉर्व कर रही है, यानी दूसरी लैंग्वेजेस को सादे लफ्ज़ों इस तरह समझो कि बड़ी पावरफुल लैंग्वेजेस को खतरा है। इसकी वजह ये बन गई है कि बहुत सारे लोकल कल्चर साढ़े ने और चित्राल कोई इस तरह के घराने ने जिथे चंद एक घराने ने वो अपनी एक लोकल लैंग्वेज बोल सकते हैं। तो तुम सोचो ਜਦੋਂ ਉਹ ਘਰਾਣੇ ਨਹੀਂ ਰਹਿਣਗੇ ਤਾਂ ਉਹ ਲੈਂਗੁਏਜ ਵੀ ਮਰ ਜਾਏਗੀ, ਤੇ ਲੈਂਗੁਏਜ ਡੈਥ ਦਾ ਸ਼ਿਕਾਰ ਹੋਗੀ, ਤੇ ਉਹ ਪੂਰਾ ਕਲਚਰ ਖਤਮ ਹੋ ਗਿਆ। ਠੀਕ। ਤੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਤਰਗੀਬ ਦਈਏ ਕਿ ਉਹ ਇੱਕ ਅੱਛੀ ਸੋਲਿਡ ਸ਼ਖਸੀਅਤ ਦੇ ਮਾਲਿਕ ਬਣਨ। ਆਪਣੇ ਘਰ ਵਿੱਚ ਉਰਦੂ ਅਗਰ ਤੁਹਾਡੀ ਲੋਕਲ ਲੈਂਗੁਏਜ ਹੈ, ਮਾਦਰੀ ਜ਼ੁਬਾਨ ਹੈ, ਪੰਜਾਬੀ ਹੈ, ਫੀਲ ਪ੍ਰਾਊਡ ਆਫ ਇਟ। ਇਸ ਦੇ ਨਾਲ ਜਿਹੜਾ ਸਟਿਗਮਾ ਅਟੈਚ ਹੈ ਨਾ, ਜਿਹੜੀ ਅਸੀਂ ਸਟੇਟਸ ਸਿੰਬਲ ਬਣਾ ਦਿੰਦੇ ਹਾਂ ਕਿ ਅਗਰ ਅਸੀਂ ਉਰਦੂ ਬੋਲਾਂਗੇ ਤਾਂ ਸ਼ਾਇਦ ਜ਼ਿਆਦਾ ਚੰਗੇ ਲੱਗਾਂਗੇ, ਉਰਦੂ ਇੰਗਲਿਸ਼ ਮਿਕਸ ਬੋਲਾਂਗੇ ਜਾਂ ਸਾਡੀ ਅਸੀਂ ਸੋਫਿਸਟੀਕੇਟਡ ਲੱਗਾ, ਇਹਨਾਂ ਚੀਜ਼ਾਂ ਦੇ ਨਾਂ ਦੇ ਉੱਤੇ ਜਿਹੜੀ ਅਸੀਂ ਆਪਣੀ ਆਈਡੈਂਟੀਟੀ ਨੂੰ ਕੰਪਰੋਮਾਈਜ਼ ਕਰ ਰਹੇ ਹਾਂ ਔਰ ਕਲਚਰ ਨੂੰ ਕੰਪਰੋਮਾਈਜ਼ ਕਰ ਰਹੇ ਹਾਂ, ਵੀ ਹੈਵ ਟੂ ਪੇ ਫॉर इट। ਤੇ ਇੱਕ ਵਕਤ ਆਏਗਾ ਕਿ ਅਸੀਂ ਪਛਤਾਵਾਂਗੇ ਇਸ ਚੀਜ਼ ਨੂੰ ਕਿ ਅਸੀਂ ਆਪਣੇ ਕਲਚਰ ਨੂੰ ਨਾ ਕਿਤੇ ਸੇਵ ਕਰ ਰਹੇ ਹਾਂ, ਨਾ ਆਪਣੇ ਬੋਲਣ ਵਾਲੇ ਵਧਾ ਰਹੇ ਹਾਂ, ਨਾ ਇਹਨੂੰ ਕਿਤੇ ਡਾਕੂਮੈਂਟ ਸਹੀ ਤਰੀਕੇ ਨਾਲ ਕਰ ਰਹੇ ਹਾਂ। ਇਹ ਐਂਥਰੋਪੋਲੋਜੀ ਔਰ ਇਹ ਸਬਜੈਕਟ ਜਿਹੜੇ ਨੇ ਇਹ ਇਸ ਦੀ ਜ਼ਰੂਰਤ ਨੂੰ ਵੀ ਉਜਾਗਰ ਕਰਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਮਹਿਫੂਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹੀ ਸਾਡੀ ਸਕਾਫਤ ਹੈ। ਅਗਰ ਤੁਸੀਂ ਅੱਜ ਤੁਸੀਂ ਦੇਖੋ ਕਿ ਜਿਹੜੇ ਫੋਸਿਲਸ ਹਨ, ਜਿਹੜੀ ਮੈਂ ਆਰਕੀਓਲੋਜੀ ਫੀਲਡ ਦੀ ਗੱਲ ਕੀਤੀ ਹੈ, ਦੇ ਵਰ ਵਾਂਸ ਦ ਇੰਜਨ ਆਫ ਦਿਸ ਐਨੀ ਕਲਚਰ ਵਿਚ ਦੇ ਬਿਲੋਂਗ ਟੂ। ਉਹ ਇੰਜਨ ਸੀ ਨਾ, ਉਹ ਕੁਛ ਨਾ ਕੁਛ ਕਰ ਰਹੇ ਸੀ ਨਾ, ਅੱਜ ਕਿੱਥੇ ਨੇ? ਕਿਤੇ ਵੀ ਨਹੀਂ। ਤੇ ਅਗਰ ਤੁਸੀਂ ਦੇਖੋ ਕਿ ਅਗਰ ਅਸੀਂ ਆਪਣੀ ਚੀਜ਼ ਨੂੰ ਪ੍ਰੀਜ਼ਰਵ ਨਹੀਂ ਕਰਾਂਗੇ ਤਾਂ ਸਾਡੇ ਆਉਣ ਵਾਲੇ ਉਹ ਕਿਸ ਤਰ੍ਹਾਂ ਸੋਚਣਗੇ ਕਿ ਅਸੀਂ ਕਿਸ ਤਰ੍ਹਾਂ ਦੇ ਲੋਕ ਸੀ, ਅਸੀਂ ਕਿਸ ਚੀਜ਼ ਨੂੰ ਬਿਲੋਂਗ ਕਰਦੇ ਸੀ ਜਾਂ ਉਹ ਕਿਸ ਚੀਜ਼ ਨੂੰ ਬਿਲੋਂਗ ਕਰਨ। ਤੇ ਇਟਸ ਆਲ ਅਬਾਊਟ ਯੋਰ ਆਈਡੈਂਟੀਟੀ, ਇਟਸ ਆਲ ਅਬਾਊਟ ਯੋਰ ਕਨੈਕਟੀਵਿਟੀ, ਯੋਰ ਕਲਚਰ ਐਂਡ ਟਰਾਂਸਫੋਰਮੇਸ਼ਨ ਆਫ ਕਲਚਰ ਇੱਕ ਨਸਲ ਤੋਂ ਅਗਲੀ ਨਸਲ ਤੱਕ। ਇਹ ਸਾਡੇ ਸਾਰਿਆਂ ਦੀ ਕੰਬਾਈਨਡ ਡਿਊਟੀ ਹੈ। ਠੀਕ ਡਾਕਟਰ ਸਾਹਿਬ, ਤੁਸੀਂ ਬੜੀ ਚੰਗੀ ਗੱਲ ਕੀਤੀ ਤੇ ਬਹੁਤ ਸਾਰੇ ਲੋਕੀ ਸਾਨੂੰ ਮੈਸੇਜ ਕਰ ਰਹੇ ਨੇ
ਤੇ ਸਾਨੂੰ ਇਮਰਾਨ ਹੋਰਾਂ ਨੇ ਮੈਸੇਜ ਕੀਤਾ F8 ਤੇ ਉਹ ਪੁੱਛ ਰਹੇ ਨੇ ਕਿ ਐਂਥਰੋਪੋਲੋਜੀ ਤੇ ਸੋਸ਼ੀਓਲੋਜੀ ਵਿੱਚ ਕੀ ਫਰਕ ਹੈ। ਤੇ ਇਸ ਤੋਂ ਪਹਿਲੇ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਡਾਕਟਰ ਸਾਹਿਬਾ ਕਹਿ ਰਹੀਆਂ ਸਨ ਕਿ ਆਪਣੀ ਮਾਂ ਬੋਲੀ ਜਿਹੜੀ ਵੀ ਤੁਹਾਡੀ ਮਾਂ ਬੋਲੀ ਹੈ ਪੰਜਾਬੀ, ਪਸ਼ਤੋ, ਸਿੰਧੀ, ਸਰਾਇਕੀ ਤੇ ਉਹਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਤੇ ਇੱਥੇ ਮੈਂ ਨਾਲ ਇਹ ਵੀ ਦੱਸਦਾ ਚੱਲਾਂ ਕਿ ਜਿਹੜੀ ਅਸੀਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ ਹੈ। ਅੰਗਰੇਜ਼ੀ ਜਿਹੜੀ ਹੈ ਉਹ ਆਲਮੀ ਰਾਬਤੇ ਦੀ ਜ਼ੁਬਾਨ ਹੈ, ਇੰਟਰਨੈਸ਼ਨਲ ਜ਼ੁਬਾਨ ਹੈ। ਉਰਦੂ ਸਾਡੀ ਕੌਮੀ ਜ਼ੁਬਾਨ ਹੈ ਜਿਹਦੇ ਤੇ ਅਸੀਂ ਬੜਾ ਫਖਰ ਕਰਨੇ ਆ। ਲੇਕਿਨ ਤੁਹਾਡੀ ਜਿਹੜੀ ਮਾਂ ਬੋਲੀ ਹੈ ਉਹ ਜਿਹੜੀ ਕੋਈ ਵੀ ਹੋ ਸਕਦੀ ਹੈ, ਪੰਜਾਬੀ ਹੈ, ਸਿੰਧੀ ਹੈ, ਆਪਣਾ ਪਸ਼ਤੋ ਹੈ, ਉਹਨੂੰ ਤੁਸੀਂ ਜਿਹੜਾ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ। ਔਰ ਕਹਿੰਦੇ ਨੇ ਕਿ ਇੱਕ ਬੰਦਾ ਜਿਹੜਾ ਉਹ ਇੱਕ ਟਾਈਮ ਤੇ ਕਮ ਸੇ ਕਮ 5 ਜ਼ੁਬਾਨਾਂ ਬੜੇ ਅੱਛੇ ਤਰੀਕੇ ਨਾਲ ਸਿੱਖ ਸਕਦਾ ਹੈ। ਅਸੀਂ ਡਾਕਟਰ ਸਾਹਿਬਾਂ ਨਾਲ ਇਸ ਮੌਜੂ ਤੇ ਵੀ ਗੱਲ ਕਰਾਂਗੇ। ਤੇ ਪਹਿਲੇ ਡਾਕਟਰ ਸਾਹਿਬਾ ਜਿਹੜਾ ਇਮਰਾਨ ਹੋਰਾਂ ਨੇ ਸਵਾਲ ਕੀਤਾ ਹੈ ਕਿ ਐਂਥਰੋਪੋਲੋਜੀ ਤੇ ਸੋਸ਼ੀਓਲੋਜੀ ਵਿੱਚ ਕੀ ਫਰਕ ਹੈ, ਤੇ ਇਸ ਹਵਾਲੇ ਨਾਲ ਤੁਸੀਂ ਕੀ ਕਹੋਗੇ? ਅੱਛਾ ਜੀ, ਬੇਸਿਕਲੀ ਇਹ ਸਿਸਟਰ ਡਿਪਾਰਟਮੈਂਟਸ ਨੇ, ਸਿਸਟਰ ਫੀਲਡਸ ਨੇ। ਐਂਥਰੋਪੋਲੋਜੀ ਦੇ ਵਿੱਚ ਜਿਹੜੀ ਇਸ ਦੀ ਅਪਰੋਚ ਹੈ, ਅਸੀਂ ਬਹੁਤ ਸਾਰੀ ਚੀਜ਼ਾਂ ਸਿਮਿਲਰ ਪੜ੍ਹਦੇ ਹਾਂ। ਜਿਹੜੀ ਥਿਓਰੈਟੀਕਲ ਜਿਹੜਾ ਬੈਕਗਰਾਉਂਡ ਹੈ ਉਸ ਦੇ ਵਿੱਚ ਕਾਫੀ ਸਿਮਿਲੈਰਿਟੀਜ਼ ਹਨ, ਬਟ ਜਿਹੜੀ ਮੇਜਰ ਚੀਜ਼ ਇਹਨਾਂ ਨੂੰ ਡਿਵਾਈਡ ਕਰਦੀ ਹੈ ਉਹਦੀ ਨੇਚਰ ਆਫ ਇਨਕੁਆਇਰੀ ਹੈ, ਨੇਚਰ ਆਫ ਰਿਸਰਚ ਹੈ। ਜਿਹੜੀ ਸੋਸ਼ੀਓਲੋਜੀ ਹੈ ਉਹ ਜ਼ਿਆਦਾ ਕੁਆਂਟੀਟੇਟਿਵ ਚੀਜ਼ਾਂ ਤੇ ਬਿਲੀਵ ਕਰਦੀ ਹੈ ਔਰ ਡਾਟਾ ਬੇਸ ਚੀਜ਼ਾਂ ਤੇ, ਜਦਕਿ ਐਂਥਰੋਪੋਲੋਜੀ ਜਿਹੜੀ ਹੈ ਉਹ ਕੁਆਲਿਟੇਟਿਵ ਚੀਜ਼ਾਂ ਤੇ ਬਿਲੋਂਗ ਕਰਦੀ ਹੈ ਔਰ ਉਹਨਾਂ ਦੀ ਜਿਹੜੀ ਰਿਸਰਚ ਮੈਥਡੋਲੋਜੀ ਹੈ ਪ੍ਰਾਇਮਰੀਲੀ ਉਹਨੂੰ ਬਿਲੋਂਗ ਕਰਦੀ ਹੈ ਤੇ ਉਸ ਦੇ ਉੱਤੇ ਬੇਸ ਕਰਕੇ ਉਹ ਆਪਣੀ ਸਟੱਡੀ। ਬਟ ਇਸ ਦੇ ਨਾਲ ਮੈਂ ਇਹ ਕਹਾਂਗੀ ਕਿ ਇਹ ਇੰਟਰਡਿਸਪਲਿਨਰੀ ਅਪਰੋਚਿਸ ਨੇ। ਇਹ ਹੁਣ ਦੁਨੀਆ ਭਰ ਦੇ ਵਿੱਚ ਇਹ ਜਿਹੜੀਆਂ ਬਹੁਤ ਸਾਰੀ ਫੀਲਡ ਨੇ ਉਹ ਇੱਕ ਦੂਜੇ ਦੀ ਰਿਸਰਚ ਮੈਥਡੋਲੋਜੀਜ਼ ਔਰ ਅਪਰੋਚਿਸ ਦੀ ਮਦਦ ਲੈਂਦਿਆਂ ਹੋਇਆਂ ਅੱਗੇ ਵੱਧ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ। ਠੀਕ। ਡਾਕਟਰ ਸਾਹਿਬਾ, ਜ਼ਮੀਨ ਦੀ ਆਬੋ ਹਵਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੇ ਸਾਡੇ ਇਨਸਾਨੀ ਆਬਾਓ ਜਦਾਦ ਨੂੰ ਕਿਵੇਂ ਮੁਤਾਸਰ ਕੀਤਾ? ਜ਼ਮੀਨ ਦੇ ਉੱਤੇ ਤੁਸੀਂ ਗੱਲ ਕਰੋ, ਮੈਂ ਗੱਲ ਕਰਾਂਗੀ ਕਿ ਸਾਡੇ ਰਵੱਈਆਂ ਨੂੰ, ਬੇਸਿਕਲੀ ਮਾਹੌਲ ਨੂੰ ਕਿਸ ਤਰ੍ਹਾਂ ਮੈਂ ਇਹਨੂੰ ਸਿਰਫ ਫਲਿਪ ਕਰ ਰਹੇ ਹਾਂ ਉਸੇ ਸਵਾਲ ਨੂੰ ਕਿ ਦੇਖੋ ਜਦੋਂ ਅਸੀਂ ਆਪਣੀ ਪ੍ਰੈਕਟਿਸਿਸ ਦੀ ਗੱਲ ਕਰ ਰਹੇ ਹਾਂ ਔਰ ਆਪਣੇ ਮਾਹੌਲ ਦੀ ਗੱਲ ਕਰ ਰਹੇ ਹਾਂ, ਔਰ ਅਗਰ ਤੁਸੀਂ ਓਜ਼ੋਨ ਦੀ ਗੱਲ ਕਰੋ ਜਾਂ ਸਮੁੰਦਰ ਵਿੱਚ ਜਮ੍ਹਾਂ ਹੋਣ ਵਾਲੇ ਛਾਪਰ ਦੀ ਗੱਲ ਕਰੋ ਜਾਂ ਇਸ ਤਰ੍ਹਾਂ ਦੀ ਪੋਲਿਊਟਿਡ ਮਟੀਰੀਅਲ ਦੀ, ਪੋਲਿਊਟਿਡ ਕੈਮੀਕਲਸ ਦੀ ਗੱਲ ਕਰੋ, ਤੇ ਤੁਸੀਂ ਦੇਖੋ ਕਿ ਜਦੋਂ ਅਗਰ ਸਾਡੇ ਬਜ਼ੁਰਗਾਂ ਦੀ ਗੱਲ ਕਰੋ ਤਾਂ ਉਹ ਸਿੰਪਲ ਟ੍ਰੈਡੀਸ਼ਨਲ ਵੇ ਆਫ ਲਾਈਫ ਨੂੰ ਜ਼ਿਆਦਾ ਫੋਲੋ ਕਰਦੇ ਸਨ, ਆਪਣੀ ਲਾਈਫ ਨੂੰ ਸਿੰਪਲ ਰੱਖਦੇ ਸਨ, ਫਿਜ਼ੀਕਲ ਲੇਬਰ ਵੀ ਕਰਦੇ ਸਨ, ਹੈਲਦੀ ਹੁੰਦੇ ਸਨ ਔਰ ਜ਼ਿਆਦਾ ਪ੍ਰੋਡਕਟਿਵ ਕਹਿ ਸਕਦੇ ਹਾਂ, ਫਿਜ਼ੀਕਲੀ ਹੁੰਦੇ ਸਨ। ਮੈਂਟਲੀ ਵੀ ਅਸੀਂ ਕੰਪੇਅਰ ਨਹੀਂ ਕਰ ਸਕਦੇ ਕਿ ਅਸੀਂ ਕਹਾਂ ਕਿ ਅਸੀਂ ਕੰਪਿਊਟਰ ਦੀ ਏਜ ਨਾਲ ਬਿਲੋਂਗ ਕਰਦੇ ਹਾਂ ਤੇ ਅਸੀਂ ਕਿਸੇ ਲਿਹਾਜ਼ ਨਾਲ, ਵਿਜ਼ਡਮ ਦੇ ਲਿਹਾਜ਼ ਨਾਲ, ਕਿਉਂਕਿ ਮੇਰੇ ਨਜ਼ਦੀਕ ਟ੍ਰੈਡੀਸ਼ਨਲ ਵਿਜ਼ਡਮ ਦੀ ਇਕੁਇਵਲੈਂਟ ਕੋਈ ਕੰਪਿਊਟਰ ਦਾ ਕੋਈ ਸੌਫਟਵੇਅਰ ਨਹੀਂ ਹੋ ਸਕਦਾ। ਠੀਕ ਹੈ, ਤੇ ਉਹ ਕੰਪਿਊਟਰ ਜਿਹੜਾ ਹੈ ਉਹ ਉਹਨੂੰ ਰਿਪਲੇਸ ਨਹੀਂ ਕਰ ਸਕਦਾ। ਦੂਜੀ ਤਰਫ ਅੱਜ ਦਾ ਇਨਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਰਿਲਾਇੰਸ ਹੁੰਦੀ ਕੰਪਿਊਟਰ ਦੇ ਉੱਤੇ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ, ਔਰ ਵਿਚ ਇਜ਼ ਅ ਵੈਰੀ ਗੁੱਡ ਥਿੰਗ। ਬਟ ਇਸ ਦੀ ਡਾਊਨ ਸਾਈਡ ਵੀ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਅਗਰ ਦੁਨੀਆ ਵਿੱਚ ਸਰਨ ਜੇ ਪ੍ਰੋਜੈਕਟ ਚੱਲ ਰਹੇ ਜਿਹੜੇ ਜ਼ਮੀਨ ਦੀ ਸਕਾਫਤ ਦੇ ਬਾਰੇ ਗੱਲ ਕਰ ਰਹੇ, ਕੋਈ ਇੱਕ ਅੱਲਾ ਮਾਫ ਕਰੇ ਅਗਰ ਕੋਈ ਐਰਰ ਹੋ ਜਾਂਦਾ ਹੈ ਤਾਂ ਦੁਨੀਆ ਦੇ ਵਿੱਚ ਕਾਫੀ ਡਿਜ਼ਾਸਟਰਸ ਵੀ ਹੋ ਸਕਦਾ ਹੈ। ਅੱਲਾ ਨਾ ਕਰੇ ਇਸ ਤਰ੍ਹਾਂ ਦਾ ਹੋਵੇ, ਲੇਕਿਨ ਡੈਫੀਨੇਟਲੀ ਅਸੀਂ ਬਹੁਤ ਇੱਕ ਲੰਬਾ ਸਫ਼ਰ ਤੈਅ ਕਰਕੇ ਆਏ ਹਾਂ, ਇੱਥੇ ਤੱਕ ਪਹੁੰਚੇ ਹਾਂ ਤੇ ਇਸ ਦੇ ਡਾਊਨ ਸਾਈਡ ਵੀ ਹੈ, ਅਪ ਸਾਈਡ ਵੀ ਹੈ, ਤੇ ਡੈਫੀਨੇਟਲੀ ਬਹੁਤ ਜ਼ਿਆਦਾ ਤਬਦੀਲੀ ਹੈ ਇਹਦੇ ਵਿੱਚ। ਮਾਡਰਨਾਈਜੇਸ਼ਨ ਇਸ ਤੇ ਟ੍ਰੈਡੀਸ਼ਨਲ ਵਰਸਸ ਅਸੀਂ ਇਸ ਦੇ ਵਿੱਚ ਮਾਡਰਨਾਈਜੇਸ਼ਨ ਦੀ ਬੜੀ ਥਿਊਰੀਜ਼ ਇਹਨੂੰ ਡਿਸਕਸ ਕਰਦੀਆਂ ਨੇ, ਡਿਵੈਲਪਮੈਂਟ ਡਿਸਕਸ ਕਰਦੀਆਂ ਨੇ ਔਰ ਹੋਰ ਡਿਫਰੈਂਟ ਐਸਪੈਕਟ ਨਾਲ ਇਹਨੂੰ ਸਟੱਡੀ ਕਰ ਸਕਦੇ। ਬਿਲਕੁਲ, ਬਹੁਤ ਸਾਰੇ ਸਟੂਡੈਂਟ ਸਾਨੂੰ ਸੁਣ ਰਹੇ ਨੇ। ਸਾਨੂੰ ਮੈਸੇਜ ਕੀਤਾ ਹੈ ਸਾਇਰਾ ਹੋਰਾਂ ਨੇ ਬਾਰਾਕੋਟ ਤੋਂ, ਤੇ ਉਹ ਪੁੱਛ ਰਹੀਆਂ ਨੇ ਕਿ ਡਾਕਟਰ ਸਾਹਿਬਾ ਤੁਸੀਂ ਆਪਣੇ PhD ਦੇ ਮੌਜੂ ਤੇ ਵੀ ਗੱਲ ਕੀਤੀ ਹੈ, ਸੋਸ਼ੋ ਇਕਨੋਮਿਕ ਫੈਕਟਰਸ ਇਨਫਲੂਐਂਸਿੰਗ ਜੈਂਡਰ ਬੇਸਡ ਐਕਸੈਸ, ਤੇ ਡਾਕਟਰ ਸਾਹਿਬ ਜ਼ਰਾ ਇਹ ਤਫਸੀਲ ਨਾਲ ਕਹਿ ਰਹੀਆਂ ਨੇ ਇਸ ਬਾਰੇ ਵੀ ਸਾਨੂੰ ਦੱਸੋ ਆਪਣੇ। ਜੀ ਜ਼ਰੂਰ, ਬਹੁਤ ਖੂਬਸੂਰਤ ਸਵਾਲ ਹੈ। ਇਸ ਦੇ ਬਾਰੇ ਚ ਅਸੀਂ ਤੁਸੀਂ ਦੇਖੋ ਕਿ ਪਾਕਿਸਤਾਨ ਦੀ ਆਬਾਦੀ ਦਾ 52% ਜਿਹੜੇ ਖਵਾਤੀਨ ਕੰਪਰੋਮਾਈਜ਼ ਕਰਦੀਆਂ ਨੇ, ਤੇ ਅਗਰ ਅਸੀਂ ਤਰੱਕੀ ਦੇ ਬਾਰੇ ਗੱਲ ਕਰਦੇ ਹਾਂ ਤੇ ਸ਼ਾਇਦ ਉਹਨਾਂ ਦਾ ਉਹ ਤਨਾਸਬ ਤਰੱਕੀ ਦੇ ਵਿੱਚ ਸ਼ਾਮਿਲ ਨਹੀਂ ਗਾ ਜਿਹੜਾ ਐਕਚੁਅਲੀ ਰਿਕੁਆਇਰਡ ਹੈ। ਪਾਕਿਸਤਾਨ ਦੀ ਡਿਵੈਲਪਮੈਂਟ ਦੀ ਓਵਰਆਲ ਗੱਲ ਕਰੀਏ ਤੇ ਜਦੋਂ ਇਸ ਦੇ ਅਸੀਂ ਪਿੱਛੇ ਵਜੂਹਾਤ ਦੀ ਤਰਫ ਜਾਈਏ ਤੇ ਸਾਨੂੰ ਲਿੰਕ ਕਰਨਾ ਪਏਗਾ ਫਿਰ ਅਗੇਨ ਕਲਚਰ ਨੂੰ ਔਰ ਸਕਾਫਤਾਂ ਨੂੰ ਔਰ ਡਿਫਰੈਂਟ ਸੂਬਿਆਂ ਨੂੰ ਔਰ ਗ੍ਰਾਸ ਰੂਟ ਕਮਿਊਨਿਟੀਜ਼ ਨੂੰ ਕਿ ਉਹ ਕਿਹੜੀਆਂ ਵਜੂਹਾਤ ਨੇ ਕਿ ਉੱਥੋਂ ਸਾਨੂੰ ਅਗਰ ਫॉर ਐਗਜ਼ਾਮਪਲ ਮੈਂ ਇੱਥੇ ਗੱਲ ਕਰਨਾ ਚਾਹਾਂਗੀ ਦੋ ਗੋਲਸ ਦੀ, ਇੱਕ ਨੇ ਮਿਲੇਨੀਅਮ ਡਿਵੈਲਪਮੈਂਟ ਗੋਲਸ ਤੇ ਦੂਜੇ ਨੇ ਸਸਟੇਨੇਬਲ ਡਿਵੈਲਪਮੈਂਟ ਗੋਲਸ। ਤੇ ਜਿਹੜੇ ਸਸਟੇਨੇਬਲ ਮਿਲੇਨੀਅਮ ਡਿਵੈਲਪਮੈਂਟ ਗੋਲਸ ਜਿਹੜੇ ਗੋਲ ਸੈੱਟ ਕੀਤੇ ਗਏ ਸੀ, ਪਾਕਿਸਤਾਨ ਉਸ ਦੇ ਵਿੱਚ ਵੀ ਬਹੁਤ ਪਿੱਛੇ ਰਹਿ ਗਿਆ। ਜਿਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਅਗਰ ਗੱਲ ਕੀਤੀ ਜਾਏ ਤਾਂ ਪਾਕਿਸਤਾਨ ਇਹ ਫੈਸਲਾ ਕੀਤਾ ਸੀ ਦੁਨੀਆ ਸਾਰੀ ਦੇ ਨਾਲ ਮਿਲ ਕੇ ਕਿ ਬਾਈ 2015
every child including girl or boy will be educated up to primary level. But unfortunately we could not achieve this. ठीक है, later on ਜਦੋਂ ਇਹ translate ਹੋਏ ਨੇ into sustainable development goal, again ਪਾਕਿਸਤਾਨ ਇਸ ਦੇ ਵਿੱਚ ਬਹੁਤ ਜ਼ਿਆਦਾ struggle ਕਰ ਰਿਹਾ ਹੈ ਜੇ 2030 ਤੇ ਦੂਰ ਹੈ, but ਜਿਹੜੇ upcoming statistics ਆਂਦੇ ਨੇ ਉਹ ਕੋਈ ਇਤਨੇ fruitful ਨਜ਼ਰ ਨਹੀਂ ਆਂਦੇ, ਕਿਉਂਕਿ ਉਹ ਲਕੂਨਾਸ ਦੀ ਗੱਲ ਮੈਂ ਕਰਾਂ ਅਗਰ ਤੇ ਉਹ ਹਨ ਗ੍ਰਾਸ ਰੂਟ ਕਮਿਊਨਿਟੀਜ਼ ਦੇ ਵਿੱਚ, ਕਿਉਂਕਿ ਉਹ ਕਲਚਰ ਮੈਨੂੰ ਦੱਸਦਾ ਹੈ ਕਿ ਨਾ ਸਾਊਥ ਪੰਜਾਬ ਦੇ ਵਿੱਚ ਜੈਂਡਰ ਬਾਈਸ ਐਕਸੈਸ ਟੂ ਐਜੂਕੇਸ਼ਨ, ਜੈਂਡਰ ਬਾਈਸ ਦਾ ਮਤਲਬ ਕੀ ਹੈ ਪਹਿਲੇ ਕਿ ਜੈਂਡਰ ਦੇ ਵਿੱਚ ਬਹੁਤ ਮੇਲ ਔਰ ਫੀਮੇਲ ਸ਼ਾਮਿਲ ਹੋ ਗਏ, ਬਾਈਸ ਦਾ ਮਤਲਬ ਇਹ ਕਿ ਮੇਲ ਪ੍ਰੈਫਰੈਂਸ, ਸਨ ਪ੍ਰੈਫਰੈਂਸ, ਕਿ ਤੁਹਾਡੇ ਘਰ 'ਚ ਅਗਰ ਇੱਕ ਬੇਟਾ ਪੈਦਾ ਹੋ ਗਿਆ ਤਾਂ ਉਹ ਕਿਉਂ ਇਤਨਾ ਇੰਪੋਰਟੈਂਟ ਹੈ ਕਿ ਵਾਲਿदैन ਚੂਜ਼ ਕਰਦੇ ਨੇ ਕਿ ਉਹਨੂੰ ਅੱਛੀ ਤਾਲੀਮ ਮਿਲੇ जबकि बेटी ਨੂੰ ਨਾ ਮਿਲੇ, ਔਰ ਅਗਰ ਬੇਟੀ ਪੈਦਾ ਹੋ ਜਾਂਦੀ ਹੈ ਤਾਂ ਪਹਿਲੀ ਤਾਂ ਬਾਤ ਹੈ ਕਿ ਜਿਹੜੇ ਰਾਈਟਸ ਆਫ ਪੈਸੇਜ ਨੇ ਜਿਹਦੀ ਉਹਦੀ ਪੈਦਾਇਸ਼ ਸ਼ੁਰੂ ਹੋ ਜਾਂਦੇ ਤੇ ਪਹਿਲਾਂ ਤਾਂ ਫਰਕ ਉੱਥੇ ਹੀ ਨਜ਼ਰ ਆ ਜਾਂਦਾ ਹੈ। 7ਵੇਂ ਦਿਨ ਜੀ ਬੇਟੇ ਦੀ ਸੱਠੀ ਕਰੋ ਤੇ ਮਨਾਦੀ ਕਰਾਓ ਤੇ ਸਾਰਿਆਂ ਨੂੰ ਬੁਲਾਓ ਤੇ ਅਨਾਉਂਸ ਕਰੋ, ਤੇ ਬੇਟੀ ਦੀ ਪੈਦਾਇਸ਼ ਹੋ ਗਈ ਤੇ ਖਾਮਖਾ ਦਾ ਕੋਈ ਖਾਮੋਸ਼ ਜਿਹਾ ਵਾਕਿਆ ਹੋ ਗਿਆ ਤੇ ਪੇਰੈਂਟਸ ਵੀ ਚੁੱਪ ਕਰਕੇ ਬੈਠੇ ਨੇ ਤੇ ਮੁਬਾਰਕਬਾਦ ਵੀ ਦੇਣਾ ਉਸ ਕਲਚਰ ਦੇ ਵਿੱਚ ਇੱਕ ਮੁਨਾਸਿਬ ਜੀ ਗੱਲ ਨਹੀਂ ਲੱਗਦੀ। ਤੇ ਫਿਰ ਉਹ ਵਧਦਿਆਂ ਜਦੋਂ ਗੱਲ ਐਜੂਕੇਸ਼ਨ ਤੱਕ ਪਹੁੰਚਦੀ ਹੈ ਤੇ ਉੱਥਾਂ ਪਹਿਲੇ ਤੇ ਸਕੂਲ ਤੱਕ, ਪ੍ਰਾਇਮਰੀ ਸਕੂਲ ਤੱਕ ਅਗਰ ਬੱਚੀ ਜਾਂਦੀ ਹੈ ਤਾਂ ਪਹਿਲੇ ਤਾਂ ਜ਼ਰੂਰੀ ਹੈ ਕਿ ਉਹ ਗਾਉਂ ਦੀ ਲੋਕੈਲਿਟੀ ਦੇ ਅੰਦਰ ਹੋਏ। ਪੇਰੈਂਟਸ ਵਾਸਤੇ ਪ੍ਰੈਫਰੈਂਸ ਬੱਚੀ ਦੀ ਐਜੂਕੇਸ਼ਨ ਹੈ, ਬੱਚਿਆਂ ਦੀ ਵੀ ਕੰਮ ਹੈ, ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਬੱਚਿਆਂ ਦੀ ਕੋਈ ਬਹੁਤ ਵਧੀਆ ਆਮ ਸੁਸਾਇਟੀ ਦੀ ਕਮਿਊਨਿਟੀ ਦੀ ਗੱਲ ਕਰ ਰਹੀ ਹਾਂ ਜਿੱਥੇ ਪੇਰੈਂਟਸ ਵੀ ਕੰਮ ਐਜੂਕੇਟਡ ਹੈ ਔਰ ਪੂਅਰ ਪ੍ਰੋਫਾਈਲ ਜਿਹੜੀ ਮੈਂ ਸਿਲੈਕਟ ਕੀਤੀ ਹੈ। ਰਸੂਲਪੁਰ ਦੀ ਗੱਲ ਨਹੀਂ ਕਰ ਰਹੀ ਹਾਂ, ਉਹ ਵੀ ਮੇਰੀ ਕਮਿਊਨਿਟੀ ਦਾ ਹਿੱਸਾ, ਉੱਥੇ ਤੇ 100% ਉਹ ਮੇਕ ਸ਼ੋਰ ਕਰਦੇ ਨੇ ਕਿ ਉਹਨਾਂ ਬੱਚਿਆਂ ਵਾਸਤੇ ਉਹ ਮਾਈਗ੍ਰੇਸ਼ਨ ਵੀ ਕਰਨ, ਉਹਨਾਂ ਵਾਸਤੇ ਐਫਰਟਸ ਵੀ ਕਰਨ, ਪੇਰੈਂਟਸ ਐਕਸਟਰਾ ਐਫਰਟਸ ਕਰਦੇ ਨੇ, ਜੌਬ ਵੀ ਐਕਸਟਰਾ ਜਾਂ ਕੋਈ ਐਕਸਟਰਾ ਉਹਨਾਂ ਕੋਚਿੰਗ ਕਰਾਉਂਦੇ ਨੇ। ਲੇਕਿਨ ਦੂਸਰੀ ਤਰਫ ਉਹ ਪੇਰੈਂਟਸ ਨੇ ਜਿਹੜੇ ਇਹ ਸੋਚਦੇ ਨੇ ਕਿ ਅਗਰ ਉਹ ਕਿਸੇ ਦੀ ਖੇਤ ਦੇ ਉੱਤੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਾਲ ਅਗਰ ਰਲ ਕੇ ਕੰਮ ਕਰਦੇ ਸਨ ਤੇ ਇੱਕ ਮਜ਼ਦੂਰ ਦੀ ਕਮੀ, ਮਤਲਬ ਫੀਸ ਨੇ ਉਹ ਜਿਹੜੀ ਤਨਖਾਹ ਹੈ ਉਹ ਦਿਹਾੜੀ ਨਹੀਂ ਦੇਣ ਪਏਗੀ, ਬੱਚੇ ਕੰਮ ਕਰ ਲੈਣ, ਠੀਕ ਹੈ ਠੀਕ ਹੈ। ਤੇ ਉਹ ਬੱਚਿਆਂ ਨੂੰ ਆਫ ਐਂਡ ਔਨ ਸਕੂਲ ਭੇਜਣਾ, ਜਦੋਂ ਸੀਜ਼ਨ ਹੋਣਾ ਕਪਾਸ ਦਾ ਜਾਂ ਗੰਦਮ ਦਾ, ਬੱਚਿਆਂ ਨੂੰ ਫੇਰ ਸੱਦ ਲਿਆਣਾ, ਫੇਰ ਭੇਜ ਦੇਣਾ, ਤੇ ਉਹ ਫਿਰ ਆਉਂਦਾ ਜਾਂਦਾ ਉਹਨਾਂ ਦਾ ਲੱਗਾ ਰਹਿੰਦਾ, ਕੋਈ ਸੀਰੀਅਸ ਨਜ਼ਰ ਨਹੀਂ ਆਉਂਦੀ। ਅੱਛਾ, ਫਿਰ ਇਹ ਜਦੋਂ ਗੱਲ ਵੱਧਦੀ ਹੈ ਕਿ ਪ੍ਰਾਇਮਰੀ ਸੂ ਹੁਣ ਅਗਰ ਅਗਲੇ ਲੈਵਲ ਤੇ ਸਕੂਲ ਤੇ ਜਾਈਏ ਤਾਂ ਸਕੂਲ ਕੰਮ ਹੋਣਾ ਸ਼ੁਰੂ ਹੋ ਜਾਂਦੇ ਤੇ ਫਿਰ ਉੱਥੇ ਇੱਕ ਕਾਸਟ ਦਾ ਬੜਾ ਐਲੀਮੈਂਟ ਆ ਜਾਂਦਾ ਕਿ ਮੇਰੀ ਕਾਸਟ ਦੀ ਬੱਚੀ ਉਹ ਫਲਾਣੇ ਦੀ ਜ਼ਮੀਨ ਦੇ ਉੱਤੋਂ ਗੁਜ਼ਰ ਕੇ ਅਗਰ ਦੂਸਰੇ ਦੇ ਵੱਲ ਜਾਏਗੀ ਤੇ ਇਹ ਤੇ ਮੈਨੂੰ ਮਨਜ਼ੂਰ ਨਹੀਂ, ਠੀਕ ਹੈ। ਅੱਛਾ, ਇਹ ਨਾਲੇ ਉਹ ਜਦੋਂ 12-13 ਸਾਲ ਦੀ ਹੁੰਦੀ ਹੈ ਤੇ ਬੱਚਿਆਂ ਦੀ ਮਾਂ ਪਿਓ ਨੂੰ ਇਹ ਫਿਕਰ ਲੱਗ ਜਾਂਦੀ ਹੈ ਕਿ ਹੁਣ ਇਹਦਾ ਰਿਸ਼ਤਾ ਕਿੱਥੇ ਕਰਨਾ ਹੈ। ਉਸ ਵਾਸਤੇ ਉਹਨਾਂ ਦਾ ਪ੍ਰੈਫਰਡ ਚੁਆਇਸ ਹੈ ਕਿ ਵੱਟਾ ਸੱਟਾ, ਉਹ ਜਾਂ ਤੇ ਉਹ ਚਾਚੇ ਦੇ ਵੱਟੇ ਹੀ ਦੇ ਦੇਣਗੇ ਜਾਂ ਤੇ ਉਹ ਭਾਈ ਦੇ ਵੱਟੇ ਹੀ ਦੇ ਦੇਣਗੇ ਜਾਂ ਕੋਈ ਇਸ ਤਰ੍ਹਾਂ ਦਾ ਮਤਲਬ ਰੈਸੀਪ੍ਰੋਕਲ ਟਾਈਪ ਦਾ ਰਿਸ਼ਤਾ ਕਰਨਗੇ, ਤੇ ਜਿਸ ਦੇ ਵਿੱਚ ਉਹ ਇਹ ਸੋਚਦੇ ਨੇ ਕਿ ਅਗਰ ਇਸ ਬੱਚੀ ਨੂੰ ਅਸੀਂ ਪੜ੍ਹਾਉਣਾ ਤੇ ਜਾਣਾ ਤੇ ਇਹਨੇ ਦੂਸਰੇ ਘਰ 'ਚ, ਉਹ ਇਹ ਨਹੀਂ ਸੋਚਣਗੇ ਕਿ ਇੱਕ ਖਾਨਦਾਨ ਦੀ ਬੁਨਿਆਦ ਰੱਖ ਰਹੀ ਹੈ ਇਹ ਬੱਚੀ ਜਿਹੜੀ ਹੈ, ਇਹ ਕਿਸੇ ਦੇ ਮੁਸਤਕਬਲ ਦੀ ਜ਼ਾਮਿਨ ਹੈ। ਉਹ ਸੋਚਦੇ ਨੇ ਕਿ ਸਾਡੀਆਂ એનર્ਜੀਆਂ ਜਿਹੜੀਆਂ ਇਸ ਦੇ ਉੱਤੇ ਅਸੀਂ ਲਾਣੀਆਂ ਉਹ ਵੇਸਟ ਕਿਉਂ ਕਰਾਂ, ਫਾਇਦਾ ਤੇ ਦੂਜੇ ਦਾ ਥੀ ਸੀ। ਠੀਕ, ਤੇ ਇਸ ਤਰ੍ਹਾਂ ਦੇ ਫੈਕਟਰਸ ਨੂੰ ਕਿ ਕਲਚਰ ਕਿਸ ਤਰ੍ਹਾਂ ਰਿਸਪੌਂਸਿਬਲ ਹੁੰਦਾ, ਫਿਰ ਬਹੁਤ ਸਾਰੀ ਕੇਸ ਸਟੱਡੀਜ਼ ਦੇਖੀਆਂ, ਫਿਰ ਬੱਚਿਆਂ ਨੂੰ ਕਿਸ ਤਰ੍ਹਾਂ ਐਫਰਟਸ ਕਰਨੀਆਂ ਪਈਆਂ, ਔਰ ਉਹ ਬੱਚੀਆਂ ਜਿਹੜੀਆਂ ਸਕੂਲ ਜਾ ਰਹੀਆਂ ਸੀ ਇੱਕ ਤਰ੍ਹਾਂ ਨਾਲ ਉਹਨਾਂ ਆਪਣੇ ਕਲਚਰ ਦੇ ਨਾਲ ਕਿਸ ਤਰ੍ਹਾਂ ਲੜਾਈ ਕੀਤੀ। ਫੋਰ ਐਗਜ਼ਾਮਪਲ, ਅਗਰ ਇੱਕ ਬੱਚੀ ਸਕੂਲ ਦੀ ਜਾ ਰਹੀ ਹੈ ਰਿਕਸ਼ੇ ਦੇ ਵਿੱਚ ਬੈਠ ਕੇ, ਉਹਨੂੰ ਇਹ ਸਟਿਗਮਾ ਹੀ ਫੇਸ ਕਰਨਾ ਪਏਗਾ ਕਿ ਇਹਦੀ ਤੇ ਦੋਸਤੀ ਲੱਗੀ ਹੋਈ ਹੈ ਰਿਕਸ਼ੇ ਵਾਲੇ ਨਾਲ, ਮਤਲਬ ਉਹ ਇੱਕ ਕੰਡਿਊਸਿਵ এনवायरमेंट ਨਹੀਂ ਉਹਦੇ ਵਾਸਤੇ, ਤਾਂ ਉਹ ਬਹੁਤ ਸਟਰਗਲਿੰਗ ਔਰ ਚੈਲੰਜਿੰਗ এনवायरमेंट ਹੈ ਜਿਸ ਦੇ ਉੱਤੇ ਮੈਨੂੰ ਇਸ ਤਰ੍ਹਾਂ ਦੀ ਬਹੁਤ ਸਾਰੀ ਕੇਸ ਸਟੱਡੀਜ਼ ਮਿਲੀਆਂ। ਇਹ ਜਨਰਲਾਈਜ਼ ਨਹੀਂ, मैं अपने फील्ड एरिया से स्पेसिफिक गल कर रही हूँ। दूसरी तरफ मैं उस सोशल कैपिटल की भी गल कर रही हूँ जिससे उस पॉकेट के अंदर जे 4-5 घराने मिल के फैसला करते हैं कि साढ़े विचों एक बंदा ड्यूटी देगा, इन्होंने बच्चों को स्कूल लैके जाएगा, उन्होंने बच्चियों का बाप हो सकता है, भाई हो सकता है, या मोहल्ले का कोई काबिल एतबार बंदा हो सकता है। तो सानू उत्थे भी चेंज मिलती है, तो चेंज कम्स फ्रॉम विद इन। जो लोग अपने बारे फैसला करते हैं कि सानू क्या चाहिए है, वो चीज़ तब्दीली का बाइस बनती है। वाह डॉक्टर साहब, तुसीं बड़े चंगे तरीके नाल समझाया ते सायरा ਅਸੀਂ ਉਮੀਦ ਕਰਨੇ ਆ ਕਿ ਤੁਹਾਨੂੰ ਆਪਣੇ ਸਵਾਲ ਦਾ ਜਿਹੜਾ ਨਾ ਜਵਾਬ ਮਿਲ ਗਿਆ ਹੋਵੇਗਾ ਔਰ ਤੁਹਾਨੂੰ ਸਮਝ ਵੀ ਆਈ ਹੋਵੇਗੀ। ਤੇ ਡਾਕਟਰ ਸਾਹਿਬ, ਬਸ਼ਰੀਆਤ ਬਾਰੇ, ਐਂਥਰੋਪੋਲੋਜੀ ਬਾਰੇ ਗੱਲਬਾਤ ਦਾ ਸਿਲਸਿਲਾ ਤੇ ਜਾਰੀ ਰਹੇਗਾ। ਤੁਸੀਂ ਦੱਸੋ ਕਿ ਇਹਦੇ ਤੋਂ ਹਟ ਕੇ ਤੁਸੀਂ ਬੜੇ ਤਹਿਲੀਕੀ ਤੇ ਇਲਮੀ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦੇ ਹੋ ਜੀ, ਇਹਨਾਂ ਬਾਰੇ ਸਾਨੂੰ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਜੀ अगर इस सिलसिले की गल करूँ तो लंबा सिलसिला है। मैं बेसिकली डेवलपमेंट सैक्टर नाल काम किया, काफ़ी सारी NGO नाल काम किया, गवर्नमेंट नाल काम किया, गवर्नमेंट का इदारा है एजेंसी फॉर बारानी एरियाज डेवलपमेंट, ਉਹਦੇ ਨਾਲ 10 डिस्ट्रिक्ट्स ऑफ पंजाब ਵਿੱਚ ਕੰਮ ਕਰਦੇ ਹਨ ਅਬਾਊਟ ਸਸਟੇਨੇਬਲ ਲਾਈਵਲੀਹੁੱਡ, ਉਸ ਦੇ ਉੱਤੇ ਕੰਮ ਕੀਤਾ। ਫਿਰ ਸੀਡਾ ਡੈਟ ਸਵੈਪ ਪ੍ਰੋਜੈਕਟ ਜਿਹੜਾ ਹੈ, ਉਸ ਡੈਟ ਸਵੈਪ ਪ੍ਰੋਜੈਕਟ ਵਿੱਚ ਟੀਚਰ ਐਜੂਕੇਸ਼ਨ ਔਰ ਉਸ ਦੇ ਡਿਫਰੈਂਟ ਫੈਕਟਰਸ ਹੈ, ਉਸ ਦੇ ਵਿੱਚ ਐਸ ਪ੍ਰੋਗਰਾਮ ਮੈਨੇਜਰ ਕੰਮ ਕੀਤਾ। ਉਸ ਤੋਂ ਇਲਾਵਾ ਮੈਂ ਗੱਲ ਕਰਾਂ ਤਾਂ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਦੇ
ਨਾਲ ਪ੍ਰੋਜੈਕਟ ਕੀਤਾ 1 ਈਅਰ ਦਾ, ਜਿਹੜਾ ਬ੍ਰਿਜਿੰਗ ਪੋਪੂਲੇਸ਼ਨ ਦੇ ਬਾਰੇ ਸੀ, ਜਿਸ ਦੇ ਬਾਰੇ ਚ ਇਹ ਬ੍ਰਿਜਿੰਗ ਪੋਪੂਲੇਸ਼ਨ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ, ਜਿਸ ਦੇ ਵਿੱਚ ਸ਼ਾਮਿਲ ਨੇ ਟਰਾਂਸਜੈਂਡਰ, ਇੰਜੈਕਟਿੰਗ ਡਰੱਗ ਯੂਜ਼ਰਸ ਐਂਡ ਮੇਲ ਐਂਡ ਫੀਮੇਲ ਸੈਕਸ ਵਰਕਰਸ। ਤੇ ਇਹ ਕਿਸ ਤਰ੍ਹਾਂ ਇੱਕ ਕਮਿਊਨਿਟੀ ਨੂੰ ਇਫੈਕਟ ਕਰਦੇ ਨੇ ਔਰ ਆਮ ਕਾਮਨ ਲੋਕਾਂ ਨੂੰ ਇਫੈਕਟ ਕਰਦੇ ਨੇ, ਜਿਸ ਦੀ ਬਹੁਤ ਸਾਰੀ ਵਜ੍ਹਾ ਏਡਸ ਦੇ ਫੈਲਾਓ ਔਰ ਉਸ ਦੇ ਡਿਫਰੈਂਟ ਐਸਪੈਕਟਸ ਔਰ UTIs ਔਰ ਡਿਫਰੈਂਟ ਐਸਪੈਕਟ, ਔਰ ਇਹ ਕਿਸ ਤਰ੍ਹਾਂ ਇੱਕ ਆਮ ਬੰਦਾ ਕਿਸ ਤਰ੍ਹਾਂ ਇਹਨਾਂ ਤੋਂ ਮੁਤਾਸਰ ਹੋ ਸਕਦਾ ਹੈ, ਉਹ ਇੱਕ ਲੰਬਾ ਇੱਕ ਸਿਲਸਿਲਾ, ਉਸ ਦੇ ਬਾਰੇ ਗੱਲ ਕੀਤੀ। ਦੈਨ ਰਿਪਰੋਡਕਟਿਵ ਹੈਲਥ ਦੇ ਉੱਤੇ ਬਹੁਤ ਸਾਰੀ ਕੰਮ ਕੀਤੀ ਹੈ। ਇਸ ਤੋਂ ਇਲਾਵਾ ਮੈਂ ਅੱਜ ਕੱਲ ਮੇਰੇ 5 PhD ਦੇ ਸਟੂਡੈਂਟਸ ਨੇ ਜਿਹੜੇ ਮੁxtਲਿਫ ਐਸਪੈਕਟਸ ਦੇ ਕੰਮ ਕਰ ਰਹੇ ਨੇ, ਜੈਸੇ ਐਜੂਕੇਸ਼ਨ ਔਰ ਟੈਰਰਿਜ਼ਮ ਫਾਟਾ ਵਿੱਚ ਜਿਹੜੇ ਹੋਈ ਸੀ ਉਸ ਦੇ ਕੀ ਅਸਰਾਤ ਨੇ, ਆਈ ਮੀਨ ਸਪੈਸ਼ਲ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਮਾਈਗ੍ਰੇਸ਼ਨ ਇਸ਼ੂਜ਼ ਦੇ ਉੱਤੇ ਕੰਮ ਕਰ ਰਹੇ ਨੇ ਔਰ ਬਹੁਤ ਸਾਰੇ। ਔਰ ਅਜੇ ਇਸੇ ਵੀਕ ਮੇਰਾ ਇੱਕ ਲੇਟੈਸਟ ਪੇਪਰ ਜਿਹੜਾ ਹੈ ਸਸਟੇਨੇਬਿਲਿਟੀ MDPI ਦਾ ਇੱਕ ਬਹੁਤ ਰਿਨਾਊਂਡ ਜਰਨਲ ਹੈ, ਉਸ ਦੇ ਵਿੱਚ ਪਬਲਿਸ਼ ਹੋਇਆ, ਜਿਸ ਦੇ ਵਿੱਚ ਕੰਪੈਰੀਜ਼ਨ ਹੈ ਪਾਕਿਸਤਾਨੀ ਯੂਨੀਵਰਸਿਟੀਜ਼ ਦਾ ਬਾਹਰ ਦੀ ਯੂਨੀਵਰਸਿਟੀ ਨਾਲ, ਚਾਈਨਾ ਦੇ ਨਾਲ ਕੰਪੈਰੀਜ਼ਨ, ਔਰ ਇਸ ਤਰ੍ਹਾਂ ਦੀ ਸਿਮਿਲਰ ਸਟੱਡੀਜ਼, ਮਤਲਬ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ। ਔਰ ਕੁਝ ਅਰਸਾ ਪਹਿਲੇ ਮੈਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਬਾਇਓਡਾਇਵਰਸਿਟੀ ਦੇ ਇੱਕ ਪਲੇਟਫਾਰਮ ਤੇ, ਜਿੱਥੇ ਪੂਰੇ ਪਾਕਿਸਤਾਨ ਦੇ ਵਿੱਚੋਂ ਉਹਨਾਂ ਇੱਕ ਬੰਦਾ ਸਿਲੈਕਟ ਕਰਨਾ ਸੀ। ਔਰ ਮੈਂ ਤਾਂ ਸੋਚਿਆ ਸੀ ਐਪਲੀਕੇਸ਼ਨ ਦਿੰਦੇ ਵਾਰੀ ਕਿ ਮੈਂ ਨਹੀਂ ਹੋ ਸਕਦੀ, ਕਿਸੇ ਉਹ ਮਿਨਿਸਟਰ ਦਾ ਬੇਟਾ ਹੋਏਗਾ ਜਾਂ ਬੇਟੀ ਹੋਏਗੀ ਜਾਂ ਉਹ ਮਿਨਿਸਟਰ ਆਪ ਹੋਏਗਾ। ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਤਰੱਕੀ ਕਰਦੇ ਹੋ ਨਾ, ਤੁਸੀਂ ਕੁਝ ਮਿਹਨਤ ਕਰਦੇ ਹੋ ਨਾ, ਤੁਹਾਡੇ 'ਚ ਕੋਈ ਪੋਟੈਂਸ਼ੀਅਲ ਹੈ ਨਾ, ਤੇ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। और इस वक्त अल्हम्दुलिल्लाह मैं इस काबिल हाँ कि बहुत सारे लोगों वास्ते और अपने वास्ते खुद मैं एक इंस्पिरेशन हाँ। और मैं चाहती हाँ कि खवातीन नूं बहुत ज़्यादा स्ट्रोंग होने की ज़रूरत है। उस दे विच मेरी स्टूडेंट्स भी शामिल ने, उस दे विच मेरी सारी बहनां शामिल ने, मेरी वड्डियां शामिल ने। और इस दे वास्ते मैं एक आम आदमी की हैसियत नाल उन्हां दे नाल मिलदी हाँ। मैं कदे एंथ्रोपोलॉजिस्ट बनते नहीं मिलदी हाँ। तुसीं मेरे प्रोग्राम विच भी देखिया होसी कि मैं एक आम इंसान बनना चाहती हाँ, जिहड़ा क्योंकि तालीम दा मकसद है कि वो तुहानूं एक बेहतरीन इंसान बनाए, वो तुहानूं एंथ्रोपोलॉजिस्ट ना बनाए, वो तुहानूं सबसे पहले एक अच्छा इंसान बनाए। कोई भी एजुकेशन है ओदा पर्पस है कि वो तुहाडी वजह से लोगों की जिंदगी क्या बेहतरी आई। दिस इज कम्यूनिटी डेवलपमेंट। तो तुसी अपने नाल कितने होर लोगों ने वधाया कि वो अपनी जिंदगी ते एक अगला कदम मजीद चुक सकन जिहड़ी उन्हां दी बेहतरी वास्ते होए। और उन्हां दे नाल बहुत सारे होर कम्यूनिटीज़ और बहुत इनडायरैक्ट बेनीफिशरीज मौजूद ने। तो अलहमदुलिल्लाह अल्लाह ताला ने मैनू ये जो प्रोफैशन दिता है जिथे मैं लोगों की खिदमत कर सकती हाँ, और मैं वो जरूर करती हाँ। ठीक डॉक्टर साहब, तुहाडी काम के हवाले नाल देखा जाए तो तुहाडी एक बड़ी लंबी प्रोफाइल है, तो ये नाल तुसी एरिड यूनीवर्सिटी विच बतौर प्रोफैसर शोभा बशरियात विच अपनी खिदमतां भी अंजाम दे रही हो, तो इंतजामी अमूर नूं भी संभालदी हो। तो बहुत सारी जिहड़ी वर्किंग लेडीज़ होंदियां ने उन्हां दे घर वालियां नूं शिकायत होंदी है कि बच्चियां नूं शिकायत होंदी है कि साडी मां सानूं उस तरह वक्त नहीं दिंदी है, तो घर वाले बाकियां नूं भी शिकायत होंदी है। तुसी किस तरह मैनेज करदे हो, किवें तुसी घर ते अपने यूनीवर्सिटी नूं इकट्ठियां लैके चल रहे हो? मेरा ख्याल है अजकल जो दौर चल रहा है ना, जिस दे विच असीं तुसीं देखो कि बहुत एक इस दौर दे विच रह रहे हैं जिथे हर बंदे नूं काम करना बहुत जरूरी है और अपने चैलेंजेस नूं मीट करना बहुत जरूरी है। तुसीं देखो कि बाहर दी दुनिया दे विच भी औरत बहुत सारे काम कर रही है। अगर असीं अपने जेंडर नूं एक बैरियर समझांगे, ऑफ कोर्स इस दे विच मेरे घर वालियां दा, मेरे माँ प्यो दा, मेरे खावत दा, मेरी सस दा और मेरे बच्चों दा भी बहुत तावन शामिल है। मैं उन्हां दे नाल उन्हां दे अलावा मैं कुछ नहीं कर सकती, क्योंकि साडी एक म्यूचुअल अंडरस्टैंडिंग और एक घर दी एक अलग इन्वायरमेंट होंदी है, उस दे नाल चलना पैंदा है। तो मेरे मियाँ जिहड़े हैं वो भी खुद एक यूनीवर्सिटी च प्रोफैसर ने और बाहरों पढ़ के आए ने। वो बहुत सारे मसाइल नूं समझदे हैं, असीं मिल जुल के चीज़ां नूं करने ते अल्लाह दा शुक्र है। और मेरे पेरेंट्स और जिहड़ी मेरी सस साहिबा ने उन्हां दे सानूं बहुत ज़्यादा तावन शामिल है। और इस तो इलावा जिहड़ी एक्सटर्नल थोड़ी जी हेल्प चाहिदी होती है वो इधरों उधर लै के अपने काम मामलात नूं निभांदे हैं। ते जिंदगी नूं मुश्किल समझिया नहीं। जदों मुश्किल तां शुरू होंदी है जदों तुसें समझना है कि ये मुश्किल है, जदों तुसीं करना है तो फिर तुसीं एक जिंदगी नूं और दुनिया नूं और घर नूं एक अलग अंदाज से सोचोगे। तो वही काम जिहड़ी तुसीं इबादत समझ के कर लो और अपने लिए एक एक्सरसाइज हेल्दी समझो और समझो कि तुसीं अपने मैं अक्सर लोगों नूं कहनी हाँ कि तुसीं अपने काम नूं सिर्फ अपनी नीयत नूं थोड़ा जिहा ट्विस्ट करके इबादत में शामिल करा सकते हो। ठीक डॉक्टर साहब, तुसी अपने हस्बैंड यानी कि अपने मियाँ का जिक्र किया, तो उन्होंने भी डॉक्टरेट MBBS किया है? नहीं वो PhD की हुई है उन्हें कार्डिफ यूनिवर्सिटी से यूके से। ठीक है उन्होंने दा केड़ा शोबा है? जियोफिजिक्स। अच्छा ठीक है। सुनने वाले दसता चला कि साडे नाल मौजूद ने डॉक्टर नाजिया रफीक साहिबा शोबा एंथ्रोपोलॉजी एरिड यूनिवर्सिटी विच बतौर असिस्टेंट प्रोफैसर अपनी खिदमतां अंजाम दे रही ने। तो तुसी भी साडे शो का हिस्सा बनो, सानू मैसेज कर लो 051 92 95 521 ते सुनदे एक होर गीत मुजाहिद मंसूर मलंगी दी आवाज़ विच बंदा बंदा
ਗਰਜ਼ਾਂ ਦਾ ਬਾਦਸ਼ਾਹ ਵੇਖਿਆ ਇਹ ਗੀਤ ਸੁਣੋ ਫਿਰ ਪਰਤ ਕੇ ਆਨੇ ਆ ਸੁਣਦੇ ਰਹਿਣਾ FM ਪੰਜਾਬ ਰੰਗ 99.4 ਪਰਤ ਕੇ ਆ ਗਏ ਆ ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4 ਤੇ ਮੈਂ ਨਾਸਿਰ ਅਹਿਮਦ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ ਐਂਥਰੋਪੋਲੋਜਿਸਟ ਨੇ ਐਰਡ ਯੂਨੀਵਰਸਿਟੀ ਦੇ ਸ਼ੋਭਾ ਐਂਥਰੋਪੋਲੋਜੀ ਵਿੱਚ ਬਤੌਰ ਉਸਤਾਦ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਖਿਦਮਤਾਂ ਅੰਜਾਮ ਦੇ ਰਹੀਆਂ ਨੇ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਣੇ ਡਾਕਟਰ ਸਾਹਿਬਾ ਸਭ ਤੋਂ ਪਹਿਲੇ ਤੇ ਇਹ ਦੱਸੋ ਕਿ ਚੂੰਕਿ ਸਾਨੂੰ ਬਹੁਤ ਸਾਰੇ ਸਟੂਡੈਂਟਸ ਵੀ ਸੁਣ ਰਹੇ ਨੇ ਤੇ ਤੁਸੀਂ ਦੱਸੋ ਕਿ ਅਗਰ ਕੋਈ ਬੱਚਾ ਐਂਥਰੋਪੋਲੋਜੀ ਵਿੱਚ ਦਾਖਲਾ ਲੈਣਾ ਚਾਹੁੰਦਾ ਹੈ ਤੇ ਉਹਦੇ ਲਈ ਕੀ ਕ੍ਰਾਈਟੇਰੀਆ ਹੈ ਤੇ ਇਹਦੇ ਨਾਲ ਸਾਡੇ ਸੁਣਨ ਵਾਲਿਆਂ ਲਈ ਇਹ ਵੀ ਦੱਸੋ ਕਿ ਕਲਚਰਲ ਐਂਥਰੋਪੋਲੋਜੀ ਜਿਹੜੀ ਹੈ ਇਹ ਕਿੱਥੇ ਆਫਰ ਕੀਤੀ ਜਾ ਰਹੀ ਹੈ जी स्टूडेंट्स के लिए क्राइटेरिया ये कि BS अगर केड़े लेवल च एडमिशन लेना चाहता है और उहदा जेड़ा है जैसे वो फ्लैक्सीबल है BS लेवल ते काफ़ी फ्लैक्सीबल है और अगे चल के वो जेड़ा है सोशल साइंसिस दा बेसिकली उहदा बैकग्राउंड होवे वो कर ले नहीं लेकिन इनिशियली चूंकि इंदी मुख्तलिफ फील्ड्स के बारे च कनैक्टेड है तो FSC वाला बच्चा भी BS च आ सकता है तो इस तरह वो कनैक्ट कर सकता है इस सब्जेक्ट को और ये ऑफर हो रहा है मुख्तलिफ जगह दे विच हो रहा है जिहड़ी जिन्हां विच चंद मैं मैंशन करांगी एरिड एग्रीकल्चर यूनिवर्सिटी च तकरीबन कोई साल 2000 या 2001 सु जोड़ा है वो फॉर्मली पहले ये डिपार्टमेंट ऑफ सोशियोलॉजी के अंडर ऑफर होया है ते लेटर ऑन ये जोड़ा है एक इंडिपेंडेंट डिपार्टमेंट दे तौर ते ग्रो कर रहा है ते इस वक्त उथे असी मुख्तलिफ प्रोग्राम्स ऑफर कर रहे हैं जिस दे विच BS MPhil और सोन असी PhD भी लॉन्च करने का इरादा रखते हैं तो इस तो अलावा ये जोड़ा है कायद-ए-आज़म यूनिवर्सिटी और मुख्तलिफ और जामियात और कॉलेजेस लेवल दे विच भी ऑफर हो रहा है इवन ACSS के भी सिलेबस का पार्ट है इनू एक ऑप्शनल सब्जेक्ट दे उत्ते तौर पर चूज कर सकते हो इस सब्जेक्ट के बारे च कन्फ्यूजन है लोगों को वो ज़्यादा समझ नहीं सकते कि ये आया मैडिकल का सब्जेक्ट है अक्सर जो लोग असी जो असी आते उन्होंने दसते कि एंथ्रोपोलॉजी तो वो साडे कोलों फौरन सवाल पूछते ये हुंदा की है मैडिकल की कोई फील्ड है क्या है तो इस बारे जानना जरूरी है कि जिस तरह मैं पहले दसिया कि कल्चर के बारे स्टडी है सकाफत के बारे स्टडी है बेसिकली इंसान के रवैया के बारे स्टडी है और इंसान किस तरह आगे वध रहा है या इन सकाफत नूं इंसानां नूं एक बेहतर दुनिया किस तरह सी प्रोवाइड कर सकते हैं कि जिथे वो अच्छी जिहड़ी तकसीम अल्लाह ने बनाई हुई है और जिहड़ी मुआशरियां दे विच बनी हुई है जिहड़ी क्लासेस बनी हुई हैं जिहड़े कबाइल बने हुए उस दे विच वो बेहतर जिंदगी किस तरह गुजार सकते हैं या किस तरह गुजार रहे हैं ਉਹਦੀ रोशनी ਦੇ ਵਿੱਚ ਅਸੀਂ ਆਪਣੀ ਫਿਊਚਰ ਡਾਇਰੈਕਸ਼ਨਸ ਮੁਤੱਇਨ ਕਰਦੇ ਹਾਂ ਪੋਲਿਸੀ ਮੇਕਿੰਗ ਔਰ ਡਿਫਰੈਂਟ ਚੀਜ਼ਾਂ ਜਿਹੜੀਆਂ ਨੇ ਉਸ ਦੇ ਉੱਤੇ ਇਨਹਿਸਾਰ ਕਰ ਰਹੇ ਹੁੰਦੇ ਨੇ ਠੀਕ ਡਾਕਟਰ ਸਾਹਿਬ ਬਹੁਤ ਸਾਰੇ ਸਟੂਡੈਂਟ ਵੀ ਸਾਨੂੰ ਸੁਣ ਰਹੇ ਨੇ ਤੇ ਉਹ ਸਟੂਡੈਂਟ ਸਾਡੇ ਕੋਲ ਪੁੱਛ ਰਹੇ ਨੇ ਕਿ ਜਿਹੜੇ ਬੱਚੇ ਇਸ ਫੀਲਡ ਵੱਲ ਆਉਣ ਦਾ ਸੋਚ ਰਹੇ ਨੇ ਤੁਸੀਂ ਉਹਨਾਂ ਲਈ ਦੱਸੋ ਕਿ ਇਸ ਫੀਲਡ ਦਾ ਸਕੋਪ ਕੀ ਹੈ ਪਾਕਿਸਤਾਨ ਦੀ ਸਤ੍ਹਾ ਤੇ ਆਲਮੀ ਸਤ੍ਹਾ ਤੇ ਜੀ जिथे तुसी इंसान के बारे गल करोगे ना चाहे जोड़ा भी सब्जेक्ट है चाहे वो इंजीनियरिंग है चाहे वो कंप्यूटर है चाहे वो साइकोलॉजी है सोशियोलॉजी है हर सब्जेक्ट के नाल एंथ्रोपोलॉजी इस लिहाज नाल कनैक्ट कर दी है कि जिस तरह मैं पहले तुहानू दस्सिया कि दुनिया जिहड़ी है ना क्यूरीअस है अबाउट ह्यूमनस चाहे वो जिस लिहाज अगर मेडिकल दे डॉक्टर की भी गल करो तो उस दी प्रोडक्ट या उसका इलाज उस वक्त तक कामयाब नहीं हो सकता जदों तक वो ये नहीं सिखा सकता कि फॉर एग्जाम्पल अगर देहात दे विच वो इलाज दे वास्ते सोचते हैं कि जानवर दा जिहड़े फजला है वो लाना ज़्यादा मुनासिब है या मेडिसिन यूज करना ज़्यादा जरूरी है तो वो एक सब्जेक्ट ये हो जाए जिहड़ा उन्हां नूं उस कल्चर दी रहनुमाई प्रोवाइड करता है कि ईवन डॉक्टर नूं भी ये सब्जेक्ट पढ़ाया जाता है कि वो लोगों की जिंदगी के बारे उन्होंने वैल्यू करना सीखन और डिफरेंट तरीके नाल उन्होंने दे ख्यालात नूं और उन्होंने ट्रेडिशनल नॉलेज नूं इस्तेमाल करते हुए किवें अगे वध सकते हैं और इसका क्या फायदा हो सकता है उन्होंने भी और उस अपने फील्ड भी और सब्जेक्ट भी और ईवन जिहड़ा गूगल जे कंपनियां और लैम्बोर्गिनी और बड़ी बड़ी बिग नेम्स और ब्रांड्स और मैकडोनल्ड्स और ये एंथ्रोपोलॉजिस्ट नूं इसलिए हायर कर रहे हैं कि चूंकि ग्लोबलाइज्ड वर्ल्ड दे विच लोगों नूं अप्रोच करना और अपनी प्रोडक्ट नूं मार्केट करना इक्वली चैलेंजिंग है तो वो हर बंदा और हर नंबर काउंट कर रहा है तो उत्थे उस दे वास्ते जरूरत इस अमर दी है कि कल्चर्स नूं स्टडी किया जाए और इस नाल एक तो इसका ये कमर्शियल एस्पेक्ट हो गया नाल ये जरूरी है कि सकाफत नूं तहजीबा नूं जिंदा रहना चाहिए तो जिहड़ा इस सब्जेक्ट का फोकस है कि इस चैलेंजिंग दौर दे विच इंसानां दे मसाइल नूं हल किया जाए चाहे वो मेंटल हेल्थ की बारे गल हो रही है या एजुकेशन की हो रही है रिप्रोडक्टिव हेल्थ की हो रही
है या किसी भी बारे च ਜਿਹੜਾ ਵੀ ਕੋਈ ਸੋਸ਼ਲ ਪ੍ਰੋਬਲਮ ਹੈ ਜਾਂ ਕਮਿਊਨਿਟੀ ਡਿਵੈਲਪਮੈਂਟ ਦੇ ਬਾਰੇ ਗੱਲ ਹੋ ਰਹੀ ਹੈ, ਮਾਡਰਨਿਟੀ ਦੇ ਬਾਰੇ ਗੱਲ ਹੋ ਰਹੀ ਹੈ, ਜਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਅਬਾਓ ਅਜਦਾਦ ਸੋ ਹੁਣ ਤੱਕ ਜਿਹੜਾ ਇਰਤਕਾ ਹੋਇਆ ਉਸ ਦੀ ਗੱਲ ਹੋ ਰਹੀ ਹੈ, ਤਾਂ ਐਂਥਰੋਪੋਲੋਜੀ ਹੈਜ਼ ਦ ਆਨਸਰਸ। ਠੀਕ ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੋ ਖਾਨਦਾਨੀ ਨਿਜ਼ਾਮ ਬਾਰੇ, ਤੇ ਬਤੌਰ ਮਾਹਿਰ ਬਸ਼ਰੀਆਤ ਤੁਸੀਂ ਖਾਨਦਾਨੀ ਨਿਜ਼ਾਮ ਦੀ ਮਜ਼ਬੂਤੀ ਬਾਰੇ ਕੀ ਰਾਏ ਰੱਖਦੇ ਹੋ? देखिए खानदानी निज़ाम इज़ वेरी इंपॉर्टेंट बिकॉज ਜਦੋਂ ਅਸੀਂ ਐਂਥਰੋਪੋਲੋਜੀ ਨੂੰ ਕਿਸ ਤਰ੍ਹਾਂ ਸਮਝਨੇ ਆ, ਅਸੀਂ ਇੱਕ ਦੋ ਪਰਸਪੈਕਟਿਵ ਨੇ, ਇੱਕ ਐਮਿਕ ਪਰਸਪੈਕਟਿਵ ਨੇ ਤੇ ਇੱਕ ਐਟਿਕ ਪਰਸਪੈਕਟਿਵ ਨੇ। ਐਮਿਕ ਪਰਸਪੈਕਟਿਵ ਉਹ ਹੈ ਜਿਹੜਾ ਲੋਕ ਆਪਣੇ ਬਾਰੇ ਚ ਔਰ ਜਿਹੜੀ ਉਹ ਕੌਮ ਹੈ, ਜਿਹੜੀ ਉਹ ਕਮਿਊਨਿਟੀ ਹੈ ਔਰ ਜਿਹੜਾ ਉਹ ਕਬੀਲਾ ਹੈ, ਜਿਹੜਾ ਘਰਾਨਾ ਹੈ, ਉਹ ਕਿਆ ਰਾਏ ਰੱਖਦਾ ਹੈ, ਉਸ ਦੇ ਬਾਰੇ ਕਿਆ ਜ਼ਰੂਰਤ ਕੀ ਸਮਝਦੀ ਹੈ। ਔਰ ਖਾਨਦਾਨਾਂ ਦਾ ਜਿਹੜਾ ਇਰਤਕਾ ਹੈ, ਆਫ ਕੋਰਸ ਇਹ ਅੱਜ ਦੇ ਦੌਰ ਦੀ ਮੁਨਾਸਬਤ ਨਾਲ ਇਹਦੇ ਵਿੱਚ ਵੇਰੀਏਸ਼ਨ ਵੀ ਆ ਰਹੀ ਨੇ। ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਅੱਜ ਤੋਂ ਕੁਝ ਸਾਲ ਪਹਿਲੇ ਇਹ ਬਹੁਤ ਸੰਗੀਨ ਗੱਲ ਹੁੰਦੀ ਸੀ ਕਿ ਕੋਈ ਖਾਨਦਾਨ ਸੇ ਬਾਹਰ ਕੋਈ ਖਾਤੂਨ ਪਸੰਦ ਕਰ ਲੇ ਜਾਂ ਲੜਕਾ ਕਿਤੇ ਬਾਹਰ ਸ਼ਾਦੀ ਕਰਨਾ ਚਾਹੇ, ਇਹ ਬੜੇ ਚੈਲੰਜਿੰਗ ਚੀਜ਼ਾਂ ਹੁੰਦੀਆਂ ਸਨ। ਲੇਕਿਨ ਤੁਸੀਂ ਦੇਖੋ ਕਿ ਵਕਤ ਦੇ ਨਾਲ ਨਾਲ ਕਾਫੀ ਚੀਜ਼ਾਂ ਦੇ ਵਿੱਚ ਤੁਸੀਂ ਸੋਸ਼ਲ ਚੇਂਜ ਵੀ ਦੇਖੋਗੇ, ਐਜੂਕੇਸ਼ਨ ਦੇਖੋਗੇ, ਐਕਸਪੋਜ਼ਰ ਦੇਖੋਗੇ, ਤਾਂ ਕੁਝ ਚੀਜ਼ਾਂ ਜਿਸ ਤਰ੍ਹਾਂ ਹੈ ਕਿ ਉਹਨਾਂ ਦੇ ਵਿੱਚ ਤਬਦੀਲੀ ਵੀ ਆ ਰਹੀ ਹੈ। ਤੇ ਅਸੀਂ ਕੋਈ ਫਿਕਸ ਕ੍ਰਾਈਟੇਰੀਆ ਨਹੀਂ, ਬਟ ਡੈਫੀਨੇਟਲੀ ਖਾਨਦਾਨੀ ਨਿਜ਼ਾਮ ਹੀ ਸਾਡੀ ਸਕਾਫਤ ਨੂੰ ਅੱਗੇ ਵਧਾਉਣ ਦਾ ਇੱਕ ਅੱਛਾ ਸਿਸਟਮ ਹੈ ਔਰ ਉਸ ਦੀ ਇੰਟੈਗ੍ਰਿਟੀ ਬਰਕਰਾਰ ਰਹਿਣੀ ਚਾਹੀਦੀ ਹੈ। ਠੀਕ ਡਾਕਟਰ ਸਾਹਿਬ, ਤੁਸੀਂ ਅੱਗੇ ਤਹਿਜ਼ੀਬ ਦੀ ਵੀ ਗੱਲ ਕਰ ਰਹੇ ਸੋ, ਇਸਲਾਮੀ ਤਹਿਜ਼ੀਬ और ਤਮੱਦਨ ਨੇ ਇਨਸਾਨੀ ਨਸਲ ਨੂੰ ਬਿਹਤਰੀਨ ਅਸੂਲ ਦਿੱਤੇ ਨੇ, ਤੇ ਬਤੌਰ ਮਾਹਿਰ ਬਸ਼ਰੀਆਤ ਤੁਸੀਂ ਇਸ ਬਾਰੇ ਸਾਡੇ ਸੁਣਨ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਮੈਂ ਤਾਂ ਸਮਝਦੀ ਹਾਂ ਕਿ ਇਨਸਾਨੀ ਐਂਥਰੋਪੋਲੋਜੀ ਸਬਜੈਕਟ ਤੁਹਾਨੂੰ ਕਨੈਕਟ ਕਰਦੀ ਹੈ ਲੋਕਾਂ ਨਾਲ, ਤੇ ਲੋਕ ਜਦੋਂ ਕਨੈਕਟ ਹੁੰਦੇ ਤੇ ਅਗਰ ਇਸਲਾਮ ਦੀ ਗੱਲ ਕਰੀਏ ਤੇ ਜਦੋਂ ਅੱਲਾ ਤੁਹਾਨੂੰ ਇਹ ਆਦੇ ਕਿ ਮੇਰੇ ਹਕੂਕ ਤੋਂ ਬੰਦਿਆਂ ਦੇ ਹਕੂਕ ਜ਼ਿਆਦਾ ਨੇ, ਉਹਦੇ ਬਾਰੇ ਪਹਿਲੇ ਪੁੱਛ ਹੋਏਗੀ ਤੇ ਮੈਂ ਆਪਣੇ ਮਾਫ ਵੀ ਕਰ ਸਕਦਾ, ਉਹ ਨਹੀਂ ਕਰ ਸਕਦਾ। ਤੇ ਅਸੀਂ ਜਿਹੜੀ ਐਂਥਰੋਪੋਲੋਜੀ ਦੀ ਗੱਲ ਕਰ ਰਹੇ ਹਾਂ ਤੇ ਉਹ ਲੋਕਾਂ ਨੂੰ ਬਿਹਤਰ ਜ਼ਿੰਦਗੀ ਪ੍ਰੋਵਾਈਡ ਦੀ ਕਰਨਾ ਗੱਲ ਦੀ ਕਰ ਰਹੇ ਹਾਂ, ਉਹਨਾਂ ਦੇ ਹਕੂਕ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਬਿਹਤਰ ਰਹਿਨੁਮਾਈ, ਬਿਹਤਰ ਐਜੂਕੇਸ਼ਨ, ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਜਿਹੜੀ ਅਸੀਂ ਸੋਚੀਏ ਕਿ ਇਸ ਦੇ ਵਿੱਚ ਤੇ ਉਸ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਟ ਰਾਏ ਹੈ। ਆਫ ਕੋਰਸ ਇੰਡੀਵਿਜੂਅਲ ਵੇਰੀਏਸ਼ਨਸ ਔਰ ਪ੍ਰੈਗਮੈਟਿਕ ਡਿਫਿਕਲਟੀਜ਼ ਔਰ ਫਰੇਮਵਰਕ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਨਾਲ ਅਪਲਾਈ ਹੁੰਦੇ ਨੇ, ਜਿਸ ਦੇ ਵਾਸਤੇ ਅਸੀਂ ਦੇਖਣਾ ਪਏਗਾ ਕਿ ਅਸੀਂ ਕਿਸ ਕਲਚਰ ਦੀ, ਕਿਸ ਕਮਿਊਨਿਟੀ ਦੇ, ਔਰ ਇਹ ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ। ਠੀਕ ਡਾਕਟਰ ਸਾਹਿਬ, ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ ਜੀ। 13 ਤੋਂ ਸਾਨੂੰ ਮੈਸੇਜ ਕੀਤੇ ਨੁਮਾਨ ਸਾਹਿਬ ਨੇ, तो कहते ना सारे कदीमा भी बशरियात दे शोबे दी शाह है ते इस तो अड बशरियात दे और किहड़ियां शाहां ने ते वो कहंदे ने कि सौखे लफ्ज़ां सानू दसो। मेरे ख्याल असीं जिक्र ते कर चुके हैं, शायद उन्हें मिस किया होवे ते मैं दस्या सी कि 4 डिफरेंट तरीके नाल असीं देख सकते हैं। जैसे लिंग्विस्टिक जुबान दे बारे देखेंगे कि इंसानी जिंदगी उन्हां दी तहजीब और तमद्दन जिहड़ा इरतिका होया है ये जुबान किते फॉर एग्जांपल अगर असीं पंजाबी दी गल करिए ते तुसीं देखो कि अज दी पंजाबी भी बहुत बदल चुकी है। मतलब जिहड़ी साडे बुजुर्ग बोलदे सन या उन्हां दे बुजुर्ग बोलदे सन उस ते जुबान दे विच ते हुण दे विच इवन साडी वोकैबुलरी विच साडे एक्सप्रैशन है साडी अंदाज विच और साडी बोल चाल और जिस तरह सी तुसीं भी जिक्र कीता है कि उस दे विच कमी दे रुझान विच ये चीज़ां पहले नहीं सी। वक्त जिहड़ा है बहुत सारी तब्दीलियां मुतयन करदा है, बट जदों एक लिंग्विस्ट देखेगा तो वो बाकी फैक्टर्स नूं नहीं देखेगा कि फॉसिल्स की होया सी या बायोलॉजिकल क्या वेरिएशन होए सी किवें इंसान पहले एक निएंडरथाल सू हुण दा इंसान किस तरह बनया। वो इस बारे गल नहीं करेगा, वो गल करेगा कि लैंग्वेज क्या रोल प्ले किया उस इंसान को निएंडरथाल सू अज दा इंसान बनने क्या इरतिका दे मामले लैंग्वेज कदों डिवेलप हुई सी, क्या होया सी, किवें वधी, क्या होया है, क्या जरूरत पई कि लोग ग्रोहां च तकसीम होए, मुख्तलिफ जुबानां दी क्या जरूरत है, एक लैंग्वेज दूजे दे उत्ते क्यों प्रेफरेंस है उंदू वो क्यों खत्म थींदी मतलब हो रही है या कि इस तरह दी वो डिबेट्स करेगा। और लैंग्वेज दे थ्रू वो सारे सिंबलिज्म नूं भी स्टडी करेगा, स्ट्रक्चर्स नूं भी स्टडी करेगा, इंस्टीट्यूशनस नूं भी स्टडी करेगा। वो हर चीज़ दे विच ना लैंग्वेज देखेगा। फॉर एग्जाम्पल अगर मैं इस स्टूडियो दे विच बैठी हुई हाँ तो मैं हर चीज़ दे विच अगर मैं इस चीज़ नूं एक माइक नूं माइक कह रही हाँ तो मैं माइक क्यों कह रही हाँ, क्या मेरे को पंजाबी कोई हिर जिहा लफ्ज़ है जो माइक नूं रिप्लेस कर सके, मैं माइक ना कहां रिप्लेस करके क्या लफ्ज़ कहां। तो वाई द लैंग्वेज वॉज इनकैपेबल ऑफ नॉट गिविंग अ प्रॉपर वर्ड फॉर माइक टू रिप्लेस दिस वर्ड। कंप्यूटर में कंप्यूटर आदि हाँ एक पंजाबी इस लफ्ज़ का सबसटीट्यूट क्यों नहीं या पंजाबी क्यों नहीं ग्रो किया उत्थे तक। ये तुसी देखो कि लैंग्वेज की पावर है, लैंग्वेज की पावर है किस तरह एक लैंग्वेज दूसरी लैंग्वेज नूं सुपरसीड कर रही है तो असी ये देखना है कि लैंग्वेज जो है ना फॉर एग्जांपल ये लैंग्वेज वाला जवाब हो गया। कल्चरल एस्पेक्ट देखो कि अज दी रोज़मर्रा जिंदगी च लोगों की मसाइल ने
कि जिन्हें बहुत सारे मसाइल का ਅਸੀਂ ਜ਼ਿਕਰ ਕੀਤਾ ਹੈ ਉਹਨਾਂ ਮਸਾइल ਦੀ ਵਜੂਹਾਤ क्या है ਉਹ ਇੱਕ अगर बंदा कोई है अगर खुदकुशी के बारे सोच रहे मैं अपनी क्लास के बारे एक वाकया बड़ा मजेदार सुनावा BS की क्लास छोटे बच्चे होंगे ने बड़े एनर्जेटिक बड़े फैंटसी दी एज और मेरे बड़े इस वक्त सामीन होसन जड़े उस एज ग्रुप दे होसन आई रियली लव दिस एज ग्रुप बिकॉज दे आर फुल ऑफ एनर्जी फुल ऑफ लाइफ फुल ऑफ एंथुजियाज्म और उन्होंने नहीं पता मैं उन्होंने क्या कि तो उन्होंने मैं कम्यूनिटी डेवलपमेंट पढ़ा रही सा तो मैं क्या कि तुसी की सोचा कि तुसी जिंदगी दे बारे च यूनिवर्सिटी नवे नवे हुंदे हो कॉलेज विच उत्थे गुट्टा माहौल एकदम तुसी ताज़ा हवा जिहड़ी तुहाडे मुताबिक ताज़ा हवा तुसी आंदे हो विदाउट एनी कोचिंग तुसी कहंदे हो दुनिया एक्सप्लोर कर ले या तुहानू फर्ज करो कोई पसंद ही आ गया तो मैं क्या तुसी ये सोचो कि उस पसंद का अल्टीमेट ये होना चाहिए कि किसी एक बंदे दे बारे तुसी अपने आप नू खत्म कर दो ठा ठू करके तो ओ मरे पे हो मैं क्या अल्लाह ताला तुहाडी जिंदगी दा बहुत बड़ा मकसद बनाया विच इज बियॉन्ड दिस थिंग जिसका मकसद सिर्फ एक इंसान नाल मुहब्बत करना नहीं सी जिसका मकसद सारे लोगों नाल मुहब्बत करना सी जिसका मकसद ये सी कि तुसी अपने बारे च अपने हमसाए दे बारे च सोचो अपने पड़ोसी अपने रिश्तेदार अपने बहन भाई अपने अजीजो कारब इवन अपने मुल्क दे बारे च सोचो ते अगर मेरे नाल मेरा एक क्लास फेलो कोई बैठा है जिहड़ा किसी ज़हनी इंतशार दा शिकार है उन्होंने कोई डॉक्टर नहीं ट्रीट कर सकता अनटिल एंड अनलेस जिहड़ा मैं उहदे नाल बैठा हां मैं मेरा उसका हक मेरे उत्ते ज्यादा है मैं उसके मामले नूं समझना चाहां ते समझ सकदा ਤੇ ਮੇਰੀ ਇੱਕ ਕੋਈ ਗੱਲ ਉਹਦੀ ਜ਼ਿੰਦਗੀ ਵੀ ਬਚਾ ਸਕਦੀ ਹੈ ਕਿ ਉਸ ਨੂੰ ਡਾਇਰੈਕਸ਼ਨ ਸਿਰਫ ਉਹਨੂੰ ਸਿੱਧੀ ਕਰ ਦੋ ਬਾਕੀ ਕਰਨ ਵਾਲੀ ਜ਼ਾਤ ਅੱਲਾ ਦੀ ਹੈ ਠੀਕ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ ਮਾਹਿਰ ਬਸ਼ਰੀਆਤ ਨੇ ਤੇ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ ਫਿਰ ਪਰਤ ਕੇ ਆਉਂਦੇ ਹਾਂ ਸੁਣਦੇ ਰਹਿਣਾ FM ਪੰਜਾਬ ਰੰਗ 99.4 ਜੀ ਪਰਤ ਕੇ ਆ ਗਿਆ ਤੁਸੀਂ ਸੁਣ ਰਹੇ ਸੋ ਮਨਸੂਰ ਮਲੰਗੀ ਹੋਰਾਂ ਦੀ ਆਵਾਜ਼ ਵਿੱਚ ਬੜਾ ਸੋਹਣਾ ਗੀਤ ਇੱਕ ਫੁੱਲ ਮੋਤੀ ਦਾ ਮਾਰ ਕੇ ਜਗਾ ਸੁਣਿਆ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ ਸਾਡੇ ਨਾਲ ਮੌਜੂਦ ਨੇ ਡਾਕਟਰ ਨਾਜ਼ੀਆ ਰਫੀਕ ਸਾਹਿਬਾ ਸ਼ੋਭਾ ਬਸ਼ਰੀਆਤ ਐਰਿਡ ਯੂਨੀਵਰਸਿਟੀ ਤੋਂ ਤਾਲੁਕ ਇਹਨਾਂ ਦਾ ਤੇ ਉੱਥੇ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਖਿਦਮਤਾਂ ਅੰਜਾਮ ਦੇ ਰਹੀਆਂ ਨੇ ਅੱਜ ਇਹਨਾਂ ਨਾਲ ਗੱਲ ਕਰਕੇ ਸਾਨੂੰ ਬੜਾ ਸਿੱਖਣ ਲਈ ਮਿਲਿਆ ਤੇ ਉਮੀਦ ਕਰਨੇ ਆ ਸਾਡੇ ਸੁਣਨ ਵਾਲਿਆਂ ਨੂੰ ਵੀ ਬੜਾ ਸਿੱਖਣ ਲਈ ਮਿਲਿਆ ਹੋਵੇਗਾ ਕਿਉਂਕਿ ਬਹੁਤ ਸਾਰੇ ਸਟੂਡੈਂਟ ਸਾਨੂੰ ਸੁਣ ਰਹੇ ਨੇ ਤੇ ਡਾਕਟਰ ਸਾਹਿਬ ਹੁਣ ਸ਼ੋਅ ਦਾ ਵੇਲਾ ਤਕਰੀਬਨ ਮੁੱਕਣ ਵਾਲਾ ਹੈ ਤੇ ਅਸੀਂ ਜਾਂਦੇ ਜਾਂਦੇ ਤੁਹਾਡੇ ਕੋਲ ਦੋ ਤਿੰਨ ਗੱਲਾਂ ਪੁੱਛਣਾ ਚਾਹਾਂਗੇ ਪਹਿਲੇ ਤੇ ਇਹ ਦੱਸੋ ਕਿ ਤੁਸੀਂ ਜਿਹੜੀ ਕਾਮਯਾਬ ਜ਼ਿੰਦਗੀ ਗੁਜ਼ਾਰੀ ਔਰ ਤੁਸੀਂ ਬਹੁਤ ਕੁਝ ਅਚੀਵ ਕੀਤਾ ਆਪਣੇ ਸ਼ੋਬੇ ਤੋਂ ਇਲਾਵਾ ਤੁਸੀਂ ਇਲਮੀ ਤੇ ਤਹਿਲੀਕੀ ਸਰਗਰਮੀਆਂ 'ਚ ਵੀ ਤੁਸੀਂ ਹਿੱਸਾ ਲਿਆ ਬਹੁਤ ਸਾਰੀਆਂ NGOs ਵੀ ਉਹਨਾਂ ਦਾ ਵੀ ਤੁਸੀਂ ਹਿੱਸਾ ਰਹੇ ਹੋ ਤੇ ਤੁਸੀਂ ਜਿਹੜੀ ਆਪਣੀ ਕਾਮਯਾਬੀ ਦਾ ਸਿਹਰਾ ਅਗਰ ਦੱਸਣਾ ਚਾਹੋ ਤੇ ਇਹ ਕਿਹਨੂੰ ਜਾਂਦਾ ਹੈ थैंक यू सो मच मैं सबसे ज़्यादा इस प्लेटफॉर्म की बसातत नाल अपने पेरेंट्स का बहुत शुक्रिया अदा करना चाहूँगी मैं समझती हाँ रब की रहमत के बाद मेरे वालदैन वो हजीम हस्ती ने जिन्हें मैनू इस मुकाम तक पहुँचाया ना सिर्फ मैनू बल्कि मेरे बहन भाइयों सारे और अज भी मैं समझती हाँ शादीशुदा होने के बावजूद कोई दिन ऐसा नहीं कि मेरे माँ प्यो मेरे बारे ना पूछन मेरे प्रॉब्लम्स के बारे ना पूछन और जिस तरह वो हेल्प कर सकते हैं चाहे वो इमोशनल है फिजिकल है जिस तरह की हेल्प वो कर सकते हैं वो मेरे पीछे खड़े ने हालांकि मेरी शादी जी है खानदान से बाहर हुई है इसके बावजूद ही वो एक सतून के तौर पर मेरे नाल हर स्टैप ते मौजूद ने और उस तो भी ज़्यादा गल ये कि मेरे मियाँ जिहड़े ने वो एक बेटे की तरह उन्हों की खिदमत करते हैं उन्हों का एहतराम करते हैं और मैं समझती हाँ कि मेरे पेरेंट्स का हंबलनेस है और मेरे हसबैंड का भी शुक्रिया है कि इस कामयाब जर्नी के उन्हों की मदद और मेरी सस की यकीनन उन सारे और मेरे बहन भाइयों की मदद तो मेरे बहन भाई बाहर होंगे ने उन्होंने मैं जरूर ना लेना चाहांगी अगर वो प्रोग्राम सुनांगे तो मैं मेरी जिंदगी का वो अहम हिस्सा ने मेरे भाई ने आतिफ शुजान है उन्होंने वो सिविल इंजीनियर हैं कतर इस वक्त अपनी खिदमात सर अंजाम दे रहे हैं तोकीर शुजान वो भी कतर अपने खिदमात सर अंजाम दे रहे हैं तो मेरी छोटी बहन है वो निगत रफीक उन्होंने नाम है वो इस वक्त लंडन ने वो भी एक हाउस होल्ड की कैपेसिटी इस वक्त हैं लेकिन उन्होंने काफ़ी सारे होर काम किए हैं तो डेफिनेटली मेरे वास्ते वो एक सोशल कैपिटल ने डेफिनेटली और मेरी सस जेडे ने वो और मैं समझती हाँ कि हर कोई मेरी कम्यूनिटी मेरे नाल बड़ा प्यार करती वाह अल्लाह मियां तुहाडे खानदान नूं सलामत रखे तुसीं अपने माँ बाप ਦੀ ਗੱਲ ਕੀਤੀ ਤੇ ਮੀਆਂ ਸਾਹਿਬ ਨੇ ਕਿਹਾ ਸੀ ਕਿ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਚਾਵਾਂ ਤੇ ਡਾਕਟਰ ਸਾਹਿਬ ਸਾਡੇ ਸ਼ੋਅ ਦਾ ਵੇਲਾ ਹੁਣ ਮੁੱਕ ਚੁੱਕਿਆ ਤੁਸੀਂ ਜਾਂਦੇ ਸਾਡੇ ਸੁਣਨ ਵਾਲਿਆਂ ਲਈ ਕੀ ਪੈਗਾਮ ਦੇਣਾ ਚਾਹੋਗੇ मैं पैगाम देखो मैं सारी गल्लां दी बारीक भी नहीं मैं पहले एक गल की कि अपनी सारी चीज़ ना अपने आप नाल मुहब्बत करो इश्क नाल करो ते अल्लाह नाल मुहब्बत करो ये वो जर्नी है तुहानू दूसरे नाल भी कनैक्ट करेगा और रब नाल भी कनैक्ट करेगा वाह 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 ऐसे बड़े सोहने ते चंगे पैगाम नाल असी सुनन वालियां तो इजाजत चाहते हैं मैनू नासिर अहमद मेरे नाल सईद मात ताबिश ते अज दी साडी प्रोणी डॉक्टर नाजिया रफीक होरां नू इजाजत दिओ ते तुसी सुन सकदे हो 2 वजे प्रोग्राम रौनक वेला हर मंगलवार नू ओ भी तुसी सुनना है ते ताड़ी मार उडाना बाहू
ਅਸੀਂ ਆਪੇ ਉਡਣਹਾਰੇ ਹੋ। ਰੱਬ ਰਾਖਾ।